ਅੰਤ 'ਚ ਅਸੀਂ ਆ ਕੇ ਕਹਿ ਦਿੰਦੇ ਹਾਂ ਕਿ ਹਾਂ ਇਹ ਤਾਂ ਉਹਦੀ ਰਜ਼ਾ ਹੈ, ਉਹਦਾ ਭਾਣਾ ਹੈ। ਕੀ ਅਸੀਂ ਇਹਨੂੰ ਐਕਸੈਪਟੈਂਸ ਕਵਾਂਗੇ? ਕੀ ਅਸੀਂ ਉਹਨੂੰ ਉਹਦੇ ਭਾਣੇ ਵਿੱਚ ਰਹਿਣਾ ਕਵਾਂਗੇ? ਮਾफ़ ਕਰਨਾ, ਮੇਰੇ ਹਿਸਾਬ ਨਾਲ ਨਹੀਂ। ਇਟਸ ਜਸਟ ਓਪੀਨੀਅਨ। ਮੇਰੇ ਓਪੀਨੀਅਨ 'ਚ ਇਹ ਇੱਕ ਰੈਜ਼ੀਗਨੇਸ਼ਨ ਹੋ ਸਕਦੀ ਹੈ ਕਿ ਜਦੋਂ ਸਾਡਾ ਬੱਸ ਨਹੀਂ ਚੱਲਦਾ ਤਾਂ ਅਸੀਂ ਅੰਦਰੋਂ ਦੁਖੀ ਹਾਂ, ਪਰ ਅਸੀਂ ਕਹਿ ਦਿੰਦੇ ਹਾਂ ਕਿ ਹਾਂ ਅਸੀਂ ਤਾਂ ਮੰਨ ਲਿਆ, ਹੈ ਨਾ। ਅਸੀਂ ਕਹਿ ਦਿੰਦੇ ਹਾਂ, ਲੈਂਗੁਏਜ ਵੀ ਜਿਹੜੀ ਅਸੀਂ ਯੂਜ਼ ਕਰਦੇ ਹਾਂ, ਅਸੀਂ ਕਹਿੰਦੇ ਹੁਣ ਮੰਨਣਾ ਹੀ ਪਏਗਾ, ਸਾਡਾ ਚਾਰਾ ਨਹੀਂ ਚੱਲਦਾ। ਇਹ ਮੰਨਣਾ ਨਹੀਂ ਹੈ, ਇਹਨੂੰ ਮੰਨਣਾ ਨਹੀਂ ਕਵਾਂਗੇ। ਇਹਦੇ ਤਾਂ ਸਾਡਾ ਜ਼ੋਰ ਨਹੀਂ ਚੱਲਦਾ। ਜੇ ਸਾਡਾ ਜ਼ੋਰ ਚੱਲਦਾ ਹੁੰਦਾ ਤਾਂ ਅਸੀਂ ਜ਼ਰੂਰ ਜ਼ੋਰ ਵੀ ਚਲਾ ਲੈਂਦੇ। ਅਸੀਂ ਕੋਸ਼ਿਸ਼ ਕਰਨੀ ਹੁਣ ਅੱਜ ਦੂਸਰੇ ਪਾਸਿਓਂ ਦੇਖਣ ਦੀ, ਟੂ ਐਕਸੈਪਟ। ਇੱਕ ਵਾਰੀ ਅਸੀਂ ਕੋਸ਼ਿਸ਼ ਕਰਨੀ ਵੀਕ ਹੁਣ ਅਸੀਂ ਐਕਸੈਪਟ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਜਿਵੇਂ ਹੈਗਾ ਉਵੇਂ ਹੀ ਹੈਗਾ। ਅਸੀਂ ਰਜਿਸਟ ਨਹੀਂ ਕਰਨੀ। ਹਾਂ, ਜਿਹੜੀ ਸਾਨੂੰ ਫੀਲਿੰਗ ਆ ਰਹੀ ਹੈ ਨਾ ਕਿ ਅਸੀਂ ਡਿਨਾਇਲ ਦੀ ਜਾਂ ਫਾਈਟ ਦੀ ਹੈਗੀ ਹੈ, ਇਹ ਸਾਰੀਆਂ ਰਜਿਸਟੈਂਸ ਹੁੰਦੀਆਂ ਕਿਉਂਕਿ ਅਸੀਂ ਦੁਖੀ ਨਹੀਂ ਹੋਣਾ ਚਾਹੁੰਦੇ। ਅਸੀਂ ਆਪਣੀ ਸਫਰਿੰਗ ਤੋਂ ਭੱਜਦੇ ਹਾਂ, ਅਸੀਂ ਦੁੱਖ ਤੋਂ ਭੱਜਦੇ ਹਾਂ ਅੱਗੇ ਦੁੱਖ ਅੱਗੇ ਆ ਕੇ ਖੜ ਜਾਂਦਾ। ਜਿੰਨਾ ਅਸੀਂ ਰਜਿਸਟ ਕਰਦੇ ਹਾਂ ਉਹ ਚੀਜ਼ ਸਾਨੂੰ ਓਨਾ ਅੱਗੇ। ਜੇ ਅਸੀਂ ਆਪਣੇ ਨੂੰ ਸਰੈਂਡਰ ਕਰ ਦਈਏ ਤਾਂ ਉਹਦਾ ਫਿਰ ਜੀਵਨ ਜਿਹੜੀ ਜੀਣ ਦੀ ਜਿਹੜੀ ਜਾਚ ਹੋਏਗੀ, ਜਿਹੜੀ ਬਿਊਟੀ ਹੋਏਗੀ, ਉਹ ਡਿਫਰੈਂਟ ਹੋਏਗੀ। ਇੱਕ ਸੈਕਿੰਡ ਲਈ ਸਿਰਫ ਪੌਜ਼ ਕਰਕੇ ਸੋਚ ਕੇ ਦੇਖੀਏ। ਜਸਟ ਇਮੈਜਿਨ ਵਾਟ ਵਿਲ ਚੇਂਜ ਇਫ ਵੀ ਐਕਸੈਪਟ ਥਿੰਗਸ। ਸਾਡਾ ਜੀਵਨ ਕਿਵੇਂ ਬਦਲੇਗਾ ਜਾਂ ਕਿਵੇਂ ਬਦਲ ਸਕਦਾ ਹੈ ਜੇ ਅਸੀਂ ਮੰਨ ਲਈਏ, ਜੇ ਅਸੀਂ ਐਕਸੈਪਟ ਕਰ ਲਈਏ ਕਿ ਜੋ ਹੈਗਾ ਐਵੇਂ ਹੀ ਹੈ, ਇਹਨੂੰ ਅਸੀਂ ਧੱਕਾ ਲਾ ਕੇ ਕੁਛ ਬਦਲ ਨਹੀਂ ਸਕਦੇ। ਐਂਡ ਸੀ ਹਾਊ ਇਟ ਇੰਪੈਕਟਸ ਯੋਰ ਲਾਈਫ। ਸੋ ਮੈਂ ਤੁਹਾਨੂੰ ਇੱਕ ਇਕੁਏਸ਼ਨ ਦੱਸਦੀ ਹਾਂ ਨਾ। ਸੈਡਨੈਸ ਇਜ਼ ਇਕੁਅਲ ਟੂ ਐਕਸਪੈਕਟੇਸ਼ਨ ਮਾਈਨਸ ਰਿਐਲਿਟੀ। ਮੈਂ ਪੰਜਾਬੀ 'ਚ ਵੀ ਦੱਸਦੀ ਹਾਂ। ਸੈਡਨੈਸ ਕੀ ਮਤਲਬ ਸਾਡਾ ਦੁੱਖ ਕਿਹਦੇ ਬਰਾਬਰ ਹੈਗਾ? ਸਾਡੀ ਆਸਾਂ ਦੇ ਵਿੱਚੋਂ ਸੱਚਾਈ ਕੱਢ ਲਓ। ਤਾਂ ਮੈਨੂੰ ਐਗਜ਼ਾਮਪਲ ਦਿੰਦੀ ਹਾਂ। ਮੰਨ ਲਓ ਕਿ ਤੁਹਾਡੀ ਕਿਸੇ ਦੇ ਨਾਲ ਮੀਟਿੰਗ ਸੀ 2 ਵਜੇ। ਤੁਸੀਂ 2 ਵਜੇ ਕਿਸੇ ਨੂੰ ਮਿਲਣਾ ਸੀ, ਤੁਸੀਂ ਵੇਟ ਕਰ ਰਹੇ ਹੋ, ਤਾਂ ਉਹ 2 ਵਜੇ ਦੀ ਬਜਾਏ 3 ਵਜੇ ਆਏ, ਤਾਂ ਤੁਹਾਨੂੰ ਕਿੱਦਾਂ ਫੀਲ ਹੋਏਗਾ? ਹੋ ਸਕਦਾ ਤੁਸੀਂ 3 ਵਜੇ ਉਹਨਾਂ ਦੇ ਆਉਣ 'ਤੇ ਤੁਸੀਂ ਕਹੋ ਹੁਣ ਮੈਂ ਮੀਟਿੰਗ ਹੀ ਨਹੀਂ ਕਰਨੀ, 2 ਘੰਟਾ ਮੈਨੂੰ ਵੇਟ ਕਰਾਈ, ਮੈਨੂੰ ਲੇਟ ਕਰ ਦਿੱਤਾ। ਤਾਂ ਕੋਈ ਇਸ ਤਰ੍ਹਾਂ ਦੇ ਵੀ ਬੰਦੇ ਹੋਣਗੇ ਜਿਹੜੇ ਕਹਿਣਗੇ ਚਲੋ ਸ਼ੁਕਰ ਹੈ 3 ਵਜੇ ਆ ਗਿਆ। ਸਮ ਅਦਰ ਪੀਪਲ ਦੇ ਵਿਲ ਬੀ ਨਿਊਟਰਲ। ਤਾਂ 2 ਵਜੇ ਕੀ ਸੀ? 2 ਵਜੇ ਐਕਸਪੈਕਟੇਸ਼ਨ ਸੀ। ਰਿਐਲਿਟੀ ਕੀ ਹੋਈ? 3 ਵਜੇ। ਉਹ ਜਿਹੜਾ ਡਿਫਰੈਂਸ ਹੋ ਗਿਆ ਦੋ ਚੀਜ਼ਾਂ ਦੇ ਵਿੱਚ, ਉਹਨੇ ਸਾਨੂੰ ਕੀ ਦਿੱਤਾ? ਉਹਨੇ ਸਾਨੂੰ ਦੁੱਖ ਦੇ ਦਿੱਤਾ। ਜਾਂ ਅੱਜ ਦੇ ਤਲ 'ਤੇ ਆਪਾਂ ਲੈ ਲਈਏ, ਅਸੀਂ ਕਿਸੇ ਤੋਂ ਐਕਸਪੈਕਟ ਕੀਤਾ ਕਿ ਕੋਈ ਮੇਰੇ ਲਈ ਕੁਛ ਕਰੂਗਾ, ਜਾਂ ਮੈਨੂੰ ਖੁਸ਼ ਕਰੂਗਾ, ਜਾਂ ਮੇਰੇ ਮੂਡ ਨੂੰ ਚੰਗਾ ਬਣਾਉਣ ਲਈ ਮੇਰੀ ਹੈਲਪ ਕਰੂਗਾ, ਮੈਨੂੰ ਮਨਾਊਗਾ, ਜਾਂ ਮੇਰੇ ਲਈ ਕੁਛ ਕਰੂਗਾ, ਹੈ ਨਾ। ਉਹ ਕੀ ਸਾਡੀ ਐਕਸਪੈਕਟੇਸ਼ਨ ਹੈਗੀ ਹੈ ਕਿਸੇ ਹੋਰ ਇਨਸਾਨ ਤੋਂ। ਪਰ ਜਿਹੜਾ ਦੂਸਰਾ ਇਨਸਾਨ ਹੈ, ਹੋ ਸਕਦਾ ਉਹਨੇ ਸਾਨੂੰ ਚੇਤਾ ਵੀ ਨਾ ਕੀਤਾ ਹੋਏ। ਉਹਦੇ ਆਪਣੇ ਕਾਰਨ ਹੋ ਸਕਦੇ ਨੇ ਉਹਦੇ ਪਿੱਛੇ, ਕੁਛ ਹੋਰ ਵੀ ਰੀਜ਼ਨ ਹੋ ਸਕਦੇ ਨੇ। ਉਹ ਕੀ ਹੋ ਗਈ? ਰਿਐਲਿਟੀ। ਕਿਉਂਕਿ ਉਹਨੇ ਸਾਨੂੰ ਚੇਤਾ ਨਹੀਂ ਕੀਤਾ ਤਾਂ ਰਿਐਲਿਟੀ ਕੀ ਹੋ ਗਈ ਕਿ ਉਹਨੇ ਸਾਨੂੰ ਪੁੱਛਿਆ ਗਿੱਛਿਆ ਨਹੀਂ। ਤਾਂ ਐਕਸਪੈਕਟੇਸ਼ਨ ਤਾਂ ਰਿਐਲਿਟੀ 'ਚ ਇੱਦਾਂ ਫਰਕ ਹੋ ਗਿਆ। ਤਾਂ ਉਹਦੇ ਕਰਕੇ ਹੋਇਆ ਕਿ ਜਿਹੜਾ ਸਾਨੂੰ ਦੁੱਖ ਮਿਲਿਆ। ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਜਿਹੜਾ ਡਿਫਰੈਂਸ ਹੈਗਾ ਕੱਢ ਦਈਏ ਤਾਂ ਸਾਡੀ ਜ਼ਿੰਦਗੀ ਕਿਵੇਂ ਬਦਲੇਗੀ? ਸਾਡੀ ਸਫਰਿੰਗ, ਸਾਡੇ ਦੁੱਖ, ਵੀ ਗੈਟ ਅਪਸੈਟ, ਵੀ ਗੈਟ ਅਨਹੈਪੀ, ਉਹ ਕਿਵੇਂ ਬਦਲੇਗਾ? ਇਹ ਇੱਕ ਸਵਾਲ ਹੈਗਾ ਤੁਹਾਡੇ ਲਈ। ਇਹ ਇਕੁਏਸ਼ਨ ਨੂੰ ਅਸੀਂ ਕਿਵੇਂ ਬਦਲ ਸਕਦੇ ਹਾਂ? ਹੁਣ ਕੁਛ ਚੀਜ਼ਾਂ ਐਵੇਂ ਦੀਆਂ ਨੇ ਜਿੱਥੇ ਅਸੀਂ ਕੁਛ ਕਰ ਸਕਦੇ ਹਾਂ। ਕਿਉਂਕਿ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ, ਜਿਹੜੀ ਐਕਸੈਪਟੈਂਸ ਇਜ਼ ਨੋਟ ਰੈਜ਼ੀਗਨੇਸ਼ਨ ਕਿ ਹਾਂ ਹੁਣ ਮੇਰੇ ਕੋਲ ਕੁਛ ਹੁੰਦਾ ਨਹੀਂ ਹੈਗਾ। ਕਿਉਂਕਿ ਜਦੋਂ ਅਸੀਂ ਰੈਜ਼ੀਗਨੇਟ ਕਰ ਦੇਵਾਂਗੇ ਤਾਂ ਅਸੀਂ ਸਟੈਗਨੈਂਟ ਹੋ ਜਾਵਾਂਗੇ। ਸਟੈਗਨੈਂਟ ਕਿਵੇਂ? ਕਿ ਜਿਵੇਂ ਪਾਣੀ ਇੱਕ ਖੜਾ ਸਟੈਗਨੈਂਟ ਹੋ ਜਾਂਦਾ, ਗੰਦਾ ਪਾਣੀ, ਉਹ ਤੁਰਦਾ ਨਹੀਂ ਹੈਗਾ। ਕਿਉਂਕਿ ਕਿਸੇ ਦਾ ਮਨ 'ਚ ਸਵਾਲ ਆ ਰਿਹਾ ਹੋਏਗਾ, ਅੱਛਾ ਜੇ ਅਸੀਂ ਐਕਸੈਪਟ ਹੀ ਕਰ ਲਿਆ ਤਾਂ ਅਸੀਂ ਫਿਰ ਪ੍ਰੋਗਰੈਸ ਕਿਵੇਂ ਕਰਾਂਗੇ, ਹੈ ਨਾ। ਕਿਸੇ ਨੇ ਐਕਸੈਪਟ ਕਰ ਲਿਆ ਮੇਰੀ ਜੋਬ ਹੀ ਇਹ ਹੈਗੀ ਹੈ, ਜਾਂ ਮੇਰੇ ਨੰਬਰ ਇੰਨੇ ਕੀ ਆਉਂਦੇ ਆ, ਮੈਂ ਤਾਂ ਫੇਲ ਹੀ ਹੁੰਦਾ, ਜਾਂ ਮੇਰੀ ਫਲਾਣੇ ਨਾਲ ਬਣਦੀ ਨਹੀਂ ਹੈਗੀ, ਮੈਂ ਤਾਂ ਲੇਟ ਹੀ ਉੱਠਦਾ, ਮੈਂ ਤਾਂ ਲੇਟ ਹੀ ਪਹੁੰਚਦਾ ਹਰ ਜਗ੍ਹਾ 'ਤੇ, ਵਟ ਐਵਰ ਆਲ ਦੀਜ਼ ਨੈਗੇਟਿਵ ਥਾਟਸ। ਜੇ ਅਸੀਂ ਐਕਸੈਪਟ ਕਰ ਲਿਆ ਤਾਂ ਸਾਡੀ ਪ੍ਰੋਗਰੈਸ ਕਿਵੇਂ ਹੋਏਗੀ? ਇਹਨੂੰ ਐਕਸੈਪਟੈਂਸ ਨਹੀਂ ਕਹਿੰਦੇ, ਇਹਨੂੰ ਰੈਜ਼ੀਗਨੇਸ਼ਨ ਕਹਿੰਦੇ ਆ। ਇਹ ਫ਼ਰਕ ਆਪਾਂ ਨੂੰ ਸਮਝਣਾ ਪਏਗਾ। ਹੁਣ ਇੱਕ ਇਨਸਾਨ ਹੈ, ਉਹ ਕਵੇ ਵੀ ਮੈਂ ਉੱਠ ਕੇ ਪਾਣੀ ਦਾ ਗਲਾਸ ਨਹੀਂ ਲੈ ਸਕਦਾ। ਕਿਉਂ? ਕਿਉਂਕਿ ਉਹਦੇ ਮਨ 'ਚ ਇੱਕ ਬੈਠਾ ਹੋਇਆ ਕਿ
मैं टायर्ड हाँ, मैं थक्या होया, मैनू कोई होर आके मैनू पानी का गिलास फड़ाए, उन्हें मन लिया। एक तो इस किस्म की सोच है। एक वाकई एक इंसान बीमार हैगा या उहदियां लत्तां नहीं काम करदियां, उठ के पानी का गिलास नहीं लै सकदा, तो उन्हें उस चीज़ नूं उन्हें जिस चीज़ नूं एक्सैप्ट कर लिया कि मैं उठ के नहीं लै सकदा, तो उन्हों मन के उहदे विच उन्हें दुख नहीं लिया। उन्हें कहा कि हाँ मेरी सिचुएशन यही है, इसी सिचुएशन च मैं जीना, पर मैं दुखी नहीं होना। मेरी एक्सपैक्टेशन ते मेरी रियलिटी सेम ने, सेम लैवल ते ने। पर जो दूजा इंसान जो उठ के कर सकता सी पर चोज नॉट टू डू दैट, पर वो करना नहीं चाहता, उहदे करके उन्होंने दुख मिल रहा, क्योंकि एक्सपैक्टेशन ते रियलिटी च इन्ना वड्डा गैप पै गया। हुण इत्थों पता लग जाएगा, क्लीयर हो जाएगा कि रेजिग्नेशन की है तो एक्सैप्टेंस की हैगी है। ਜਦੋਂ ਅਸੀਂ ਆਪਣੇ ਆਪ ਨੂੰ ਉਹ ਨੈਗੇਟਿਵ ਸਰਕਲ ਦੇ ਥਾਟਸ ਦੇ ਵਿੱਚ ਮੰਨ ਲਿਆ ਕਿ ਮੈਂ ਤਾਂ ਹੈ ਹੀ ਇੱਦਾਂ ਦਾ, ਤਾਂ ਸਾਡੀ ਪ੍ਰੋਗਰੈਸ ਕਦੀ ਵੀ ਨਹੀਂ ਹੋਏਗੀ। ਤਾਂ ਅਸੀਂ ਆਪਣੇ ਆਪ ਨੂੰ ਹਮੇਸ਼ਾ ਇੰਸਪਾਇਰ ਕਰਨਾ, ਹਮੇਸ਼ਾ ਇੰਸਪਾਇਰ ਕਰਨਾ, ਨਵੇਂ ਤੋਂ ਨਵੀਂ ਚੀਜ਼ ਸਿੱਖਣੀ ਹੈ, ਨਵੇਂ ਤੋਂ ਨਵੇਂ ਐਸਪੀਰੇਸ਼ਨਸ ਲੈ ਕੇ ਜਾਣੀਆਂ, ਠੀਕ ਹੈ। ਸੋ ਇਹ ਜਿਹੜੀ ਐਕਸੈਪਟੈਂਸ ਸਾਨੂੰ ਬਾਰ-ਬਾਰ ਗੁਰਮਤਿ 'ਚ ਵੀ ਅਸੀਂ ਪੜ੍ਹਦੇ ਹਾਂ ਕਿ ਸਭ ਕੁਛ ਉਹ ਕਰਨ ਕਾਰਨ ਵਾਲਾ, ਸਾਡੇ ਹੱਥ ਵਸ ਕੁਛ ਨਹੀਂ, ਪਰ ਉਹਨੇ ਸਾਨੂੰ ਵਿਵੇਕ ਬੁੱਧ ਦਿੱਤੀ ਹੈ, ਸਾਨੂੰ ਚੋਇਸ ਦਿੱਤੀ ਹੈ ਕਿ ਤੁਸੀਂ ਕਿਹੜੇ ਰਾਹ 'ਤੇ ਪੈਣਾ, ਠੀਕ ਹੈ। ਆਪਾਂ ਪੰਕਤੀਆਂ ਪੜ੍ਹਦੇ ਹਾਂ ਨਾ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਬੜੀ ਵੱਡੀ ਉੱਚੀ ਅਵਸਥਾ ਦੀ ਗੱਲ ਹੈਗੀ ਹੈ, ਜਿੱਥੇ ਤੇਰਾ ਕੀਤਾ ਮਿੱਠਾ ਲੱਗਣ ਲੱਗ ਜਾਵੇ, ਕਿ ਜੋਕਰ ਪਰਮੇਸ਼ਰ ਕਰ ਰਿਹਾ ਉਹਦਾ ਕੀਤਾ ਸਾਨੂੰ ਮਿੱਠਾ ਲੱਗਣ ਲੱਗ ਜਾਵੇ। ਉਹਦੇ ਲਈ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਐਫਰਟਸ ਪਾਈਆਂ ਨੇ, ਉਹਨਾਂ ਨੂੰ ਇਸ ਚੀਜ਼ ਦੀ ਰੀਅਲਾਈਜੇਸ਼ਨ, ਇਸ ਚੀਜ਼ ਦਾ ਮਹਿਸੂਸ, ਅਹਿਸਾਸ ਹੋਏਗਾ ਕਿ ਇਹ ਕਿਵੇਂ ਪਰਮੇਸ਼ਰ ਦਾ ਕੀਤਾ ਮਿੱਠਾ ਲੱਗਦਾ, ਠੀਕ ਹੈ। ਤਾਂ ਉਹਨੂੰ ਕਿਵੇਂ ਮੰਨਣਾ, ਉਹਨੂੰ ਅਸੀਂ ਉਹਦੀ ਐਕਸੈਪਟੈਂਸ ਦੇ ਵਿੱਚ ਕਿਵੇਂ ਆਉਣਾ। ਪਰ ਇਹਦਾ ਮਤਲਬ ਇਹ ਕਿਤੇ ਵੀ ਨਹੀਂ ਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਕੋਈ ਵੀ ਐਫਰਟ ਨਹੀਂ ਕਰਨੇ। ਐਫਰਟ ਦਾ ਰਿਜ਼ਲਟ ਕੀ ਆਉਣਾ, ਇਹ ਪਰਮੇਸ਼ਰ ਦੇ ਹੱਥ ਵਿੱਚ ਛੱਡ ਦੇਣਾ। ਉਹ ਰਿਜ਼ਲਟ ਸਾਨੂੰ ਮਿੱਠਾ ਲੱਗੇ, ਇਸ ਕਰਕੇ ਨਾ ਮਿੱਠਾ ਲੱਗੇ ਕਿ ਹਾਂ ਚਲੋ ਇੱਦਾਂ ਹੀ ਹੋਣਾ ਸੀ, ਪਰ ਉਹਦੇ 'ਚ ਸਾਨੂੰ ਪੂਰਾ ਵਿਸ਼ਵਾਸ ਹੋਏ ਕਿ ਇਹ ਮੇਰੇ ਭਲੇ ਲਈ ਹੋਇਆ। ਹੋ ਸਕਦਾ ਸਾਡੀ ਐਕਸਪੈਕਟੇਸ਼ਨ ਕੁਛ ਹੋਰ ਹੋਏ, ਕਿ ਅਸੀਂ ਰਿਜ਼ਲਟ ਕੁਛ ਹੋਰ ਲੱਭ ਰਹੇ ਸੀ, ਰਿਐਲਿਟੀ ਕੁਛ ਹੋਰ ਆ ਗਈ, ਠੀਕ ਹੈ। ਉਹਦੇ 'ਚ ਅਸੀਂ ਦੁੱਖ ਲੈਣ ਦੀ ਬਜਾਏ ਹੁਣ ਕੀ, ਕਿ ਪਰਮੇਸ਼ਰ ਨੇ ਮੇਰੇ ਲਈ ਉਹ ਰਿਜ਼ਲਟ ਭੇਜਿਆ ਜਿਹੜਾ ਮੇਰੇ ਲਈ ਚੰਗਾ। ਐਜ਼ ਲੌਂਗ ਐਜ਼ ਕਿ ਅਸੀਂ ਉਹਦੇ 'ਚ ਆਪਣੀਆਂ ਪੂਰੀਆਂ ਇੰਟੈਂਸ਼ਨਸ ਪਾਈਆਂ ਹੋਣ, ਪੂਰਾ ਆਪਣਾ ਹਾਰਡ ਵਰਕ ਪਾਇਆ ਹੋਏ। ਇਹ ਨਹੀਂ ਕਿ ਮੈਨੂੰ ਬੈਠੇ ਬਿਠਾਏ ਚਲੋ ਮੈਂ ਤਾਂ ਫੇਲ ਹੀ ਹੋਣਾ ਸੀ, ਪਰਮੇਸ਼ਰ ਨੇ ਚੰਗਾ ਕੀਤਾ ਮੈਂ ਫੇਲ ਹੋ ਗਿਆ। ਜੇ ਤੁਸੀਂ ਪੂਰੀ ਐਫਰਟ ਕੀਤੀ ਫਿਰ ਵੀ ਤੁਸੀਂ ਫੇਲ ਹੋ ਗਏ ਕਿਸੇ ਕਾਰਨ ਕਰਕੇ, ਤਾਂ ਉਹਦੇ 'ਚ ਫਿਰ ਕਿੱਦਾਂ ਭਲਾ ਮਨਾਉਣਾ। ਇਸ ਕਰਕੇ ਉਹਦੇ 'ਚ ਫਿਰ ਜੇ ਮਿਹਨਤ ਹੀ ਨਹੀਂ ਕੀਤੀ ਸਾਰਾ ਸਾਲ, ਕੁਛ ਕੋਈ ਹਾਰਡ ਵਰਕ ਨਹੀਂ ਕੀਤਾ, ਤਾਂ ਅਸੀਂ ਫਿਰ ਵੀ ਰਿਜ਼ਲਟ ਲੱਭੀਏ ਅਤੇ ਫਿਰ ਕਹਿ ਦਈਏ ਚਲੋ ਪਰਮੇਸ਼ਰ ਨੇ ਤਾਂ ਇਹੀ ਕਰਨਾ ਸੀ। ਇਹ ਆਪਾਂ ਨੂੰ ਸੋਚਣਾ ਪਏਗਾ, ਹੈ ਨਾ। ਅਸੀਂ ਸਾਰਿਆਂ ਨੂੰ, ਸਾਨੂੰ ਗੁਰੂ ਮਹਾਰਾਜ ਨੇ ਇੱਕ ਮਨੁੱਖ ਨੂੰ ਉੱਚੀ ਸੁੱਚੀ ਬੁੱਧੀ ਦਿੱਤੀ ਹੈਗੀ ਹੈ, ਜਿਹਦੇ 'ਚ ਸਾਨੂੰ ਸੋਚਣ ਦੀ, ਸਮਝਣ ਦੀ, ਡਿਸੀਜ਼ਨ ਲੈਣ ਦੀ ਜਿਹੜੀ ਬੁੱਧੀ, ਆਪਾਂ ਜਿਹਨੂੰ ਬੁੱਧ ਕਹਿ ਦਿੰਦੇ ਹਾਂ, ਡਿਸੀਜ਼ਨ ਲੈਣ ਦੀ ਤਾਕਤ ਦਿੱਤੀ ਹੈ ਸਾਡੇ ਮਨ ਦੇ ਵਿੱਚ। ਮਨ, ਬੁੱਧ, ਚਿੱਤ, ਹੈ ਨਾ, ਅਹੰਕਾਰ, ਜਦੋਂ ਅਸੀਂ ਗੱਲ ਕਰਦੇ ਹਾਂ ਤੁਹਾਨੂੰ ਅਸੀਂ ਕਿਵੇਂ ਯੂਜ਼ ਕਰਨਾ। ਸੋ ਪਹਿਲੀ ਗੱਲ ਕੀ ਹੋ ਗਈ ਜੀ, ਏ ਤੋਂ ਐਕਸੈਪਟ। ਹੁਣ ਅੱਗੇ ਚੱਲੀਏ ਬੀ ਤੋਂ। ਬੀ ਤੋਂ ਅਸੀਂ ਗੱਲ ਕਰਾਂਗੇ ਬ੍ਰੈਥ ਐਂਡ ਬਾਈਪਾਸ, ਠੀਕ ਹੈ। ਇਹਦਾ ਅਸੀਂ ਉੱਦਾਂ ਬਣਾਇਆ ਕਿ ਤਾਂ ਕਿ ਇੱਕ ਬੱਚਿਆਂ ਨੂੰ ਯਾਦ ਰਹਿ ਜਾਂਦੀ ਗੱਲ, ਤਾਂ ਆਪਣੇ ਆਪ ਨੂੰ ਵੀ ਕਈ ਵਾਰ ਚੇਤੇ ਰੱਖਣ ਦਾ ਸੌਖਾ ਰਹਿ ਜਾਂਦਾ ਕੰਮ। ਇਹ ਕੋਈ ਮੰਤਰ ਨਹੀਂ ਹੈਗਾ, ਪਰ ਜਸਟ ਇੱਕ ਸੋ ਦੈਟ ਵੀ ਕੈਨ ਮੈਮੋਰਾਈਜ਼ ਇਟ। ਹਾਂ, ਐਵਰੀ ਟਾਈਮ ਜਦੋਂ ਹੁਣ ਸਾਨੂੰ ਕੋਈ ਸਟੋਰੀ ਤੰਗ ਕਰ ਰਹੀ ਹੈ, ਕੋਈ ਚੀਜ਼ ਤੰਗ ਕਰ ਰਹੀ ਹੈ ਕਿ ਮੇਰੇ ਨਾਲ ਇੱਦਾਂ ਕਿਉਂ ਹੋਇਆ, ਜਾਂ ਮੇਰੇ ਜੀਵਨ ਦੇ ਵਿੱਚ ਐਵੇਂ ਕਿਉਂ ਹੋ ਰਿਹਾ, ਮੈਨੂੰ ਘਰ ਬਹਿਣਾ ਕਿਉਂ ਪੈ ਰਿਹਾ, ਜਾਂ ਇਹ ਸਾਰਾ ਕੁਛ ਕਿਉਂ ਹੋ ਰਿਹਾ, ਆਪਾਂ ਕੁਐਸਚਨ 'ਤੇ ਕੁਐਸਚਨ ਕਰਦੇ ਹਾਂ। ਫਿਰ ਕੁਐਸਚਨ ਦੇ ਨਾਲ ਅਸੀਂ ਇੱਕ ਸਟੋਰੀ ਅਟੈਚ ਕਰ ਲੈਂਦੇ ਹਾਂ ਕਿ ਇਹ ਮੇਰੇ ਨਾਲ ਹੀ ਹੁੰਦਾ ਕਿਉਂਕਿ ਮੈਂ ਇਸ ਤਰ੍ਹਾਂ ਦਾ ਹਾਂ, ਜਾਂ ਮੈਂ ਇਹ ਕੰਮ ਨਹੀਂ ਕਰ ਸਕਦਾ। ਇੱਕ ਬਿਨਾਂ ਟਰਾਈ ਕੀਤੇ, ਬਿਨਾਂ ਸੋਚੇ ਅਸੀਂ ਚੀਜ਼ ਨਾਲ ਜਦੋਂ ਸਟੋਰੀ ਅਟੈਚ ਕਰ ਲੈਂਦੇ ਹਾਂ, ਆਪਣੇ ਆਪ ਨੂੰ ਇੱਕ ਪਕਿਆਈ ਦੇ ਦਿੰਦੇ ਹਾਂ ਕਿ ਮੈਂ ਤਾਂ ਹਾਂ ਹੀ ਹਾਂ। ਹੁਣ ਐਵਰੀ ਟਾਈਮ ਜਦੋਂ ਸਾਡੇ ਨਾਲ ਇਵੇਂ ਦਾ ਕੋਈ ਮੂਮੈਂਟ ਆਏਗਾ, ਤਾਂ ਅਸੀਂ ਉਸ ਮੂਮੈਂਟ ਦੇ ਨਾਲ ਸਟੋਰੀ ਨਹੀਂ ਅਟੈਚ ਕਰਨੀ, ਅਸੀਂ ਦੁਖੀ ਨਹੀਂ ਹੋਣਾ।
ਅਸੀਂ ਉਸੇ ਵੇਲੇ ਕੀ ਕਰਨਾ, ਅਸੀਂ ਉਸੇ ਵੇਲੇ ਆਪਣੇ ਫੋਕਸ ਨੂੰ ਆਪਣੀ ਬਰਫ ਬ੍ਰੈਥ ਤੇ ਲੈਣਾ। ਬੀਫ ਬ੍ਰੈਥ ਮਤਲਬ ਸਾਡਾ ਪ੍ਰਾਣ, ਸਾਡੇ ਸਾਹ। ਤਾਂ ਅਸੀਂ ਉਹ ਸਾਹ ਤੇ ਕੀ ਕਰਨਾ, ਉਸੇ ਵੇਲੇ ਅਸੀਂ ਸ਼ੁਕਰਾਨਾ ਕਰਨਾ। ਵੀ ਆਰ ਗੋਇੰਗ ਟੂ ਬੀ ਗ੍ਰੇਟਫੁਲ ਫॉर दैट ਬ੍ਰੈਥ। ਅਸੀਂ ਉਸੇ ਵੇਲੇ ਸ਼ੁਕਰਾਨਾ ਕਰਨਾ ਪਰਮੇਸ਼ਰ ਅਕਾਲ ਪੁਰਖ ਜੀ ਦਾ ਕਿ ਤੁਸੀਂ ਮੈਨੂੰ ਇਸ ਘੜੀ ਦਾ ਇਹ ਵਾਲਾ ਸਵਾਸ ਦਿੱਤਾ। ਕਿਵੇਂ ਸ਼ੁਕਰਾਨਾ ਕਰਾਂਗੇ? ਜਦੋਂ ਅਸੀਂ ਇਹ ਥੋਟ ਹੀ ਕ੍ਰੀਏਟ ਕਰ ਲਿਆ ਨਾ ਆਪਣੇ ਮਨ ਦੇ ਵਿੱਚ ਸ਼ੁਕਰਾਨੇ ਦਾ, ਤਾਂ ਇਹ ਸਾਡਾ ਸਿਮਰਨ ਬਣ ਗਿਆ। ਤਾਂ ਉਸੇ ਵੇਲੇ ਉਹ ਸਮਾਂ ਜਦੋਂ ਸਾਨੂੰ ਲੱਗਦਾ ਸੀ ਕਿ ਇਸ ਵੇਲੇ ਜਾਂ ਮੇਰਾ ਇੱਧਰ ਕੰਮ ਜਾ ਸਕਦਾ ਸੀ ਕਿ ਮੈਂ ਆਪਣੇ ਆਪ ਨੂੰ ਦੁਖੀ ਉਸ ਸਟੋਰੀ ਦੇ ਨਾਲ ਅਟੈਚ ਕਰਨਾ, ਹੋਰ ਦੁਖੀ ਹੋਈ ਜਾਣਾ। ਹਰ ਇੱਕ ਥੋਟ ਦੇ ਪਿੱਛੇ ਇੱਕ ਅਸੀਂ ਸਟੋਰੀ ਪਾਉਂਦੇ ਹਾਂ ਨਾ, ਉਹ ਸਟੋਰੀ ਸਾਨੂੰ ਜ਼ਿਆਦਾ ਤੰਗ ਕਰਦੀ ਹੈ। ਸ਼ਾਇਦ ਉਹ ਇੰਸੀਡੈਂਟ ਸਾਨੂੰ ਇੰਨਾ ਤੰਗ ਨਹੀਂ ਕਰਦਾ ਹੁੰਦਾ ਕਿ ਜੋ ਕੁਛ ਹੋਇਆ, ਅਸੀਂ ਜਦੋਂ ਜਿਹੜੀ ਜਾਂ ਫਲਾਣੇ ਨੇ ਇੱਦਾਂ ਕੀਤਾ ਸੀ ਉਹ ਹਮੇਸ਼ਾ ਹੀ ਇੱਦਾਂ ਕਰਦਾ ਹੈ, ਜਾਂ ਉਹ ਹਮੇਸ਼ਾ ਇੱਦਾਂ ਕਰਦੀ ਹੈ, ਜਾਂ ਕੁਛ ਵੀ ਆਪਾਂ ਆਪਣੀ ਲਾਈਫ 'ਚ ਲੈ ਲਈਏ ਨਾ, ਮੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ, ਮੈਂ ਬਹੁਤ ਮਾੜਾ ਹੋਵਾਂਗਾ, ਜਾਂ ਕੁਛ ਵੀ ਜਿਹੜਾ ਸਾਨੂੰ ਸਫਰਿੰਗ ਸਾਈਕਲ 'ਚ ਲਿਆ ਰਿਹਾ। ਉਹ ਸਾਈਕਲ 'ਚ ਜਾਣ ਤੋਂ ਪਹਿਲਾਂ ਹੀ ਅਸੀਂ ਉੱਧਰ ਦਾ ਮੋੜ ਨਹੀਂ ਮੁੜਨਾ, ਅਸੀਂ ਉੱਥੇ ਸਟਾਪ ਕਰ ਲੈਣਾ। ਉਸੇ ਵੇਲੇ ਆਪਣਾ ਫੋਕਸ ਬ੍ਰੈਥ ਤੇ ਲੈ ਆਉਣਾ, ਆਪਣੇ ਸਾਹ ਤੇ ਲੈ ਆਉਣਾ, ਔਰ ਸ਼ੁਕਰਾਨੇ ਦੀ ਬਿਰਤੀ ਵਿੱਚ ਆ ਜਾਣਾ। ਜੇ ਮੇਰੇ ਕੋਲ ਸਾਹ ਹੀ ਨਾ ਹੁੰਦਾ ਇਸ ਵੇਲੇ, ਕੀ ਕਰਨਾ ਸੀ ਮੈਂ ਸਾਰੇ ਦੁਨੀਆ ਦੇ ਦੁੱਖ ਸੁੱਖ ਉਸ ਵੇਲੇ? ਜੇ ਸਾਹ ਹੀ ਨਾ ਹੁੰਦਾ ਤੇ ਕੁਛ ਕਰ ਸਕਦੇ ਹਾਂ? ਸਭ ਨੂੰ ਪਤਾ ਹੈ। ਤਾਂ ਉਸ ਵੇਲੇ ਆਪਾਂ ਉਹ ਸਾਹ, ਹੁਣ ਇਸ ਵੇਲੇ ਆਪਾਂ ਕਰਕੇ ਦੇਖੀਏ ਕਿ ਉੱਥੋਂ ਅਸੀਂ ਪੌਜ਼ ਲੈ ਲਿਆ, ਅਸੀਂ ਡਾਇਰੈਕਸ਼ਨ ਚੇਂਜ ਕਰ ਲਈ। ਡਾਇਰੈਕਸ਼ਨ ਚੇਂਜ ਕਰਦੇ ਸਾਰ ਅਸੀਂ ਆਪਣੇ ਸਾਹ 'ਤੇ ਫੋਕਸ ਲਿਆਂਦਾ। ਹਾਂ, ਇਹ ਸਾਹ ਮੈਨੂੰ ਪਰਮੇਸ਼ਰ ਅਕਾਲ ਪੁਰਖ ਨੇ ਦਿੱਤਾ। ਮੈਂ ਇਸ ਸਾਹ ਲਈ, ਇਸ ਪ੍ਰਾਣ ਲਈ, ਇਸ ਬ੍ਰੈਥ ਲਈ ਬੇਅੰਤ ਸ਼ੁਕਰਗੁਜ਼ਾਰ ਹਾਂ। ਜੇ ਇਹ ਸਾਹ ਮੇਰੀ ਲਾਈਫ 'ਚ ਇਸ ਵੇਲੇ ਨਹੀਂ ਤਾਂ ਕੁਝ ਵੀ ਨਹੀਂ ਮੈਟਰ ਕਰਦਾ। ਆਪਣੇ ਆਪ ਨੂੰ ਫਿਰ ਚੇਤੇ ਕਰਾਉਣਾ ਕਿ ਅਸੀਂ ਕੌਣ ਹਾਂ, ਸਾਨੂੰ ਇਹ ਦੇਹੀ ਕਿਉਂ ਮਿਲੀ ਹੈ, ਔਰ ਅਸੀਂ ਇਸ ਦੇਹੀ ਨੂੰ ਵਰਤ ਕੇ ਕਿੱਥੇ ਪਹੁੰਚਣਾ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਗੁਰਮਤੀ ਰੰਗ ਮਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੰਨਾ ਹੀ ਕਰਦੇ, ਆਪਣੇ ਮਨ ਨੂੰ ਯਾਦ ਕਰਾਂਦੇ ਸਾਡੀ ਉਹ ਸਾਰੀ ਸਟੋਰੀ ਠੰਡੀ ਹੋ ਜੂਗੀ। ਸਾਰੇ ਥਾਟਸ ਜਿਹੜੇ ਕਿ ਜਿਨ੍ਹਾਂ ਨੇ ਸਾਨੂੰ ਦੁੱਖ ਦੇਣਾ ਸੀ, ਸ਼ਾਇਦ ਇਸ ਸਮੇਂ ਲਈ, ਮੋਮੈਂਟ ਲਈ, ਦਿਨਾਂ ਲਈ, ਘੜੀਆਂ ਲਈ, ਘੰਟਿਆਂ ਲਈ ਜਾਂ ਮਹੀਨਿਆਂ ਲਈ ਵੀ, ਕਈ ਵਾਰੀ ਮਾਫ਼ ਕਰਨਾ, ਸਾਰੀ ਜ਼ਿੰਦਗੀ ਲਈ ਵੀ, ਅਸੀਂ ਉੱਥੇ ਖ਼ਤਮ ਕਰਕੇ ਆਪਣਾ ਸਾਰਾ ਫੋਕਸ ਪਰਮੇਸ਼ਰ ਵਾਹਿਗੁਰੂ 'ਤੇ। ਤਾਂ ਉਸ ਵੇਲੇ ਜੇ ਅਸੀਂ ਸਿਰਫ 2 ਮਿੰਟ ਬੈਠ ਕੇ, 1 ਮਿੰਟ ਬੈਠ ਕੇ ਤੁਰਦੇ ਫਿਰਦੇ ਸਿਰਫ ਆਪਣੇ ਸਾਹ ਨਾਲ ਵਾਹਿਗੁਰੂ ਹੀ ਕਹਿ ਲਈਏ ਨਾ, ਵਾਹਿਗੁਰੂ 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 ਵਾਹਿਗੁਰੂ, ਤਾਂ ਅੰਦਰ ਠੰਡ ਵਰਤ ਜਾਏਗੀ।
ਇਵੇਂ ਅਸੀਂ ਇਹ ਸਾਹਾਂ ਦਾ ਯੂਜ਼ ਕਰੀਏ, ਨਹੀਂ ਤਾਂ ਕਈ ਵਾਰ ਪਤਾ ਨਹੀਂ ਲੱਗਦਾ ਸਾਰਾ ਦਿਨ ਸਾਹ ਵੀ ਲਿਆ ਕਿ ਨਹੀਂ ਲਿਆ। ਸਾਹ ਤਾਂ ਚੱਲੀ ਜਾ ਰਹੇ ਨੇ ਪਰ ਸਾਨੂੰ ਪਤਾ ਹੀ ਨਹੀਂ ਕਿ ਸਾਹ ਵੀ ਚੱਲ ਰਹੇ ਨੇ। ਅਸੀਂ ਬਸ ਦਿਨ ਚੜ੍ਹਦਾ, ਦਿਨ ਖਤਮ ਹੁੰਦਾ ਫਿਰ। ਹਾਂ, ਇਹ ਕੰਮ ਕਰਤਾ ਅਸੀਂ ਬੀ ਫੋਰ ਬ੍ਰੈਥ। ਨਾਲ ਹੀ ਬੀ ਤੋਂ ਅਸੀਂ ਕੰਮ ਕਰਨਾ ਬਾਈਪਾਸ। ਬਾਈਪਾਸ ਜਿਹੜੀ ਸਾਨੂੰ ਅੰਡਰਸਟੈਂਡਿੰਗ ਹੈ ਉਹ ਇਹ ਵੀ ਕੋਈ ਚੀਜ਼ ਦੇ ਵਿੱਚ ਨਹੀਂ ਵੜਨਾ, ਉਹਦੇ ਬਾਹਰੋਂ ਬਾਹਰ ਲੰਘ ਜਾਣਾ। ਜਲੰਧਰ ਬਾਈਪਾਸ ਦੀ ਗੱਲ ਹੁੰਦੀ ਸੀ ਨਾ, ਜਲੰਧਰ ਬਾਈਪਾਸ ਅੰਦਰ ਨਹੀਂ ਵੜਨਾ, ਰਸ਼ ਬਹੁਤ ਹੈ ਅੰਦਰ। ਅੰਦਰ ਜਾਵਾਂਗੇ ਕੀ ਹੋਏਗਾ ਫਿਰ? ਟ੍ਰੈਫਿਕ 'ਚ ਫਸ ਜਾਵਾਂਗੇ। ਫਿਰ ਟ੍ਰੈਫਿਕ 'ਚ ਫਸਣ ਦੇ ਨਾਲ ਮਨ 'ਚ ਹੋਰ ਉਹ ਆਏਗੀ ਐਂਗਜ਼ਾਇਟੀ ਕਿ ਮੈਂ ਜਿੱਥੇ ਪਹੁੰਚਣਾ ਸੀ ਉੱਥੋਂ ਲੇਟ ਹੋ ਗਿਆ, ਮੇਰੀ ਸਾਰੇ ਦਿਨ ਦੀ ਰੂਟੀਨ ਖ਼ਰਾਬ ਹੋ ਗਈ, ਮੇਰਾ ਸਮਾਂ ਵੀ ਖ਼ਰਾਬ ਹੋ ਰਿਹਾ, ਮੇਰਾ ਪੈਟਰੋਲ ਵੀ ਖ਼ਰਾਬ ਹੋ ਰਿਹਾ, ਅਤੇ ਉਹ ਸਾਰਾ ਕੁਛ। ਅਤੇ ਜੇ ਸਾਡੇ ਕੋਲ ਆਪਸ਼ਨ ਹੈਗੀ ਹੈ ਬਾਈਪਾਸ ਤੋਂ ਜਾਣ ਦੀ, ਨਾ ਤਾਂ ਅਸੀਂ ਟ੍ਰੈਫਿਕ 'ਚ ਫਸੇ ਅਤੇ ਨਾ ਹੀ ਸਾਡਾ ਸਮਾਂ ਖ਼ਰਾਬ ਹੋਇਆ, ਔਰ ਅਸੀਂ ਪੀਸਫੁਲੀ ਆਪਣੀ ਜਰਨੀ 'ਚ ਜਿਹੜਾ ਅਸੀਂ ਪਲਾਨ ਕੀਤਾ ਸੀ, ਮੋਰ ਲਾਈਕਲੀ ਅਸੀਂ ਉਸੇ ਟਾਈਮ ਦੇ ਨਾਲ ਅਸੀਂ ਕਿਤੇ ਜਿੱਥੇ ਪਹੁੰਚਣਾ ਪਹੁੰਚ ਸਕਦੇ ਹਾਂ। ਅਸੀਂ ਕੀ ਬਾਈਪਾਸ ਕਰਨਾ? ਅਸੀਂ ਉਹ ਸਾਰੇ ਥਾਟਸ, ਉਹ ਸਾਰੀਆਂ ਸੋਚਾਂ ਜਿਹੜੀਆਂ ਸਾਨੂੰ ਦੁੱਖ ਤੱਕ ਲੈ ਕੇ ਜਾਂਦੀਆਂ ਨੇ, ਜਿਹੜੀਆਂ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦੀਆਂ ਨੇ, ਉਹ ਕੋਈ ਵੀ ਚੀਜ਼ ਹੋ ਸਕਦੀ ਹੈ। ਸਾਨੂੰ ਸੋਚਣਾ ਪਏਗਾ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਆਪਣੇ ਧੁਰੇ ਤੋਂ ਦੂਰ ਕਰ ਰਹੀ ਹੈ, ਕਿਹੜੀ ਚੀਜ਼ ਮੈਨੂੰ ਭੁਲਾ ਰਹੀ ਹੈ ਕਿ ਤੂੰ ਜੋਤ ਸਰੂਪ ਹੈ। ਉਹ ਕੋਈ ਮੂਵੀ ਹੋ ਸਕਦੀ ਹੈ, ਉਹ ਕੋਈ ਇਸ ਤਰ੍ਹਾਂ ਦੀ ਕਿਤਾਬ ਹੋ ਸਕਦੀ ਹੈ ਜਿਹਨੂੰ ਪੜ੍ਹਨ ਦਾ ਮੈਨੂੰ ਕੋਈ ਫਾਇਦਾ ਨਹੀਂ, ਕੋਈ ਇਸ ਤਰ੍ਹਾਂ ਦਾ ਦੋਸਤ ਮਿੱਤਰ ਸੰਗਤ ਹੋ ਸਕਦੀ ਹੈ ਜਿੱਥੇ ਜਾਣ ਦਾ ਮੈਨੂੰ ਨੁਕਸਾਨ ਹੋ ਰਿਹਾ, ਫਾਇਦਾ ਨਹੀਂ ਹੋ ਰਿਹਾ, ਜਾਂ ਕੋਈ ਟੈਲੀਫੋਨ ਕਾਲ ਹੋ ਸਕਦੀ ਹੈ, ਕੋਈ ਸੋਸ਼ਲ ਮੀਡੀਆ, ਕੁਛ ਵੀ ਹੋ ਸਕਦਾ। ਔਰ ਮਾਫ਼ ਕਰਨਾ, ਕੋਈ ਕਦੀ ਆਪਣੀ ਸੰਗਤ ਹੀ, ਮੇਰੀ ਆਪਣੀ ਸੋਚਾਂ ਦੀ ਸੰਗਤ ਹੀ ਮੈਨੂੰ ਪਰਮੇਸ਼ਰ ਤੋਂ ਦੂਰ ਕਰ ਰਹੀ ਹੈ, ਔਰ ਮੈਨੂੰ ਇੱਕ ਇਹੋ ਜਿਹੇ ਸਾਈਕਲ 'ਚ ਲੈ ਕੇ ਜਾ ਰਹੀ ਹੈ ਜਿਹਦੇ 'ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਏਗਾ। ਉਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਾਈਪਾਸ ਲੰਘ ਜਾਣਾ। ਹਾਂ, ਅਸੀਂ ਉਹਨੂੰ ਧੱਕੇ ਨਹੀਂ ਮਾਰਨੇ, ਅਸੀਂ ਉਹਨੂੰ ਅਵੇਅਰਨੈਸ 'ਚ ਲਿਆਉਣਾ। ਸਾਨੂੰ ਪਤਾ ਹੈ ਕਿ ਇਹ ਚੀਜ਼ ਆ ਰਹੀ ਹੈ ਮੇਰੀ ਅਵੇਅਰਨੈਸ ਦੇ ਵਿੱਚ। ਆਪਾਂ ਥੋੜ੍ਹੀ ਇਹਦੇ ਬਾਰੇ ਗੱਲ ਕਰਾਂਗੇ ਅਗਲੇ ਇਨ ਡਿਟੇਲ ਇਨ ਅ ਮਿਨਟ। ਸਾਨੂੰ ਪਤਾ ਹੈ ਵੀ ਸਾਡੇ ਅਵੇਅਰਨੈਸ 'ਚ ਉਹ ਚੀਜ਼ ਆ ਰਹੀ ਹੈ, ਪਰ ਮੈਂ ਬਾਈਪਾਸ ਕਰ ਦੇਣਾ ਉਹਨੂੰ, ਠੀਕ ਹੈ, ਉਹਦੇ ਵਿੱਚ ਨਹੀਂ ਵੜਨਾ। ਜਿੰਨਾ ਮੈਂ ਉਸ ਚੀਜ਼ ਨੂੰ ਐਂਟਰਟੇਨ ਕਰਨਾ, ਬਾਰ-ਬਾਰ ਉਹਦੇ ਬਾਰੇ ਸੋਚੀ ਜਾਣਾ, ਉਹਨੂੰ ਹੋਰ ਕਹਿ ਲਓ ਪਾਣੀ ਪਾਈ ਜਾਣਾ, ਨਰਿਸ਼ ਕਰੀ ਜਾਣਾ, ਫੀਡ ਕਰੀ ਜਾਣਾ, ਤਾਂ ਉਹਨੇ ਫਿਰ ਮੈਨੀਫੈਸਟ ਹੋ ਜਾਣਾ। ਮੈਨੀਫੈਸਟ ਹੁੰਦਾ ਉਹਨੇ ਸਾਡੇ ਸਾਹਮਣੇ ਪ੍ਰਗਟ ਰੂਪ ਹੋ ਕੇ ਆ ਜਾਣਾ ਸਾਡੇ ਜੀਵਨ ਦੇ ਵਿੱਚ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਕਾਮੀ, ਕ੍ਰੋਧੀ, ਲੋਭੀ, ਅਹੰਕਾਰੀ ਬਣਾਉਣਗੀਆਂ, ਜਾਂ ਕੁਛ ਵੀ ਇਸ ਤਰ੍ਹਾਂ ਦਾ, ਚੁਗਲਖੋਰ, ਨਿੰਦਾ ਦੇ ਵਿੱਚ ਮੇਰਾ ਧਿਆਨ ਜਾਏਗਾ, ਕਿਸੇ ਦੀ ਬੁਰਾਈ ਕਰਨ 'ਚ ਮੈਨੂੰ ਸਵਾਦ ਆਉਣ ਲੱਗ ਜਾਵੇਗਾ, ਕੁਛ ਵੀ ਇੱਦਾਂ ਦਾ, ਉਹ ਚੀਜ਼ਾਂ ਤੋਂ ਅਸੀਂ ਬਾਈਪਾਸ ਕਰਨਾ। ਅਸੀਂ ਉਹ ਥਾਟਸ ਨੂੰ ਰੋਕ ਨਹੀਂ ਸਕਦੇ। ਐਂਡ ਦਿਸ ਟੇਕਸ ਅਸ ਟੂ ਸੀ ਤੋਂ ਕੀ ਕਰਨਾ? ਸੀ ਤੋਂ ਕਰਨਾ ਅਸੀਂ ਚੋਇਸ ਕਹਿ ਲਓ, ਚੂਜ਼ ਕਹਿ ਲਓ। ਕੀ ਤੁਸੀਂ ਆਪਣੇ ਖਿਆਲਾਂ ਨੂੰ ਕੰਟਰੋਲ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਥਾਟ ਤੁਹਾਡੇ ਮਨ ਦੇ ਵਿੱਚ ਆ ਰਹੇ ਨੇ? ਕਾਫੀ ਵਾਰੀ ਨਹੀਂ, ਜੇ ਮੈਂ ਐਵੇਂ ਕਹਿ ਦੇਵਾਂ ਕਿ ਹੈ ਹੀ ਨਹੀਂ ਆਪਣੇ ਕੰਟਰੋਲ ਦੇ ਵਿੱਚ। ਤੁਸੀਂ ਬੈਠੇ ਹੋ ਆਰਾਮ ਨਾਲ, ਬੜੀ ਇੱਕ ਪੀਸਫੁਲ ਜਗ੍ਹਾ 'ਤੇ, ਭਾਵੇਂ ਭਗਤੀ ਕਰਨ ਲਈ ਬੈਠੇ ਹੋ, ਸਿਮਰਨ ਕਰ ਰਹੇ ਹੋ, ਕਿਤੋਂ ਕੋਈ ਥਾਟ ਟਪਕ ਪੈਣਾ, ਬੜਾ ਹੀ ਇਸ ਤਰ੍ਹਾਂ ਦਾ ਥਾਟ ਕਿ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਕਿ ਬਈ ਮੈਂ ਤਾਂ ਬੜੀ ਸੰਗਤ ਦੇ ਵਿੱਚ ਬੈਠਾ, ਚੰਗੀਆਂ ਸੋਚਾਂ ਵਾਲੇ ਮੇਰੇ ਆਲੇ ਦੁਆਲੇ ਬੈਠੇ ਨੇ, ਅੱਛੀਆਂ ਵਾਈਬ੍ਰੇਸ਼ਨਸ ਨੇ, ਪਰ ਉਹਨੂੰ ਕੋਈ ਗੇਟ ਦੀ ਲੋੜ ਨਹੀਂ। ਜਿਵੇਂ ਕਿਉਂਕਿ ਕੋਈ ਪਿੱਛੇ ਸਬ ਕੌਂਸ਼ੀਅਸ ਮਾਈਂਡ 'ਚ ਕੋਈ ਥਾਟ ਬੈਠਾ, ਕੋਈ ਪੂਰਬਲਾ ਕਰਮ ਹੈ, ਕੁਛ ਨਾ ਕੁਛ ਸਾਹਮਣੇ ਆ ਜਾਣਾ। So we can't choose which thoughts show up in our mind, but you can choose which one you want to entertain. ਠੀਕ ਹੈ, ਅਸੀਂ ਇਹ ਨਹੀਂ ਚੂਜ਼ ਕਰ ਸਕਦੇ ਕਿ ਸਾਡੇ ਮਨ ਦੇ ਵਿੱਚ ਖਿਆਲ ਜਾਂ ਥਾਟ ਕਿੱਦਾਂ ਦੇ ਆਉਣ, ਪਰ ਅਸੀਂ ਇਹ ਚੂਜ਼ ਜ਼ਰੂਰ ਕਰ ਸਕਦੇ ਹਾਂ ਵੀ ਅਸੀਂ ਕਿਹਨੂੰ ਐਂਟਰਟੇਨ ਕਰਨਾ ਅਤੇ ਕਿਹਨੂੰ ਨਹੀਂ ਕਰਨਾ, ਕਿਹਨੂੰ ਚਾਹ ਪਾਣੀ ਪਿਲਾਉਣਾ, ਕਿਹਨੂੰ ਰੋਟੀ ਪੁੱਛਣੀ ਹੈ, ਕਿਹਨੂੰ ਨਹੀਂ ਪੁੱਛਣੀ। ਜੇ ਕੋਈ ਚੰਗਾ ਖਿਆਲ ਆਇਆ ਤਾਂ ਹਾਂ ਜ਼ਰੂਰ ਉਹਨੂੰ ਆਪਾਂ ਆਪਣੇ ਨਾਲ ਰੱਖੀਏ, ਕਿਉਂਕਿ ਸਾਡਾ ਜੀਵਨ ਚੜ੍ਹਦੀ ਕਲਾ 'ਚ ਰਵੇ। ਪਰ ਜੇ ਕੋਈ ਇੱਦਾਂ ਦਾ ਖਿਆਲ ਆ ਗਿਆ ਕਿ ਜਿਹਨੇ ਸਾਨੂੰ ਢਹਿੰਦੀ ਕਲਾ 'ਚ ਲੈ ਕੇ ਜਾਣਾ, ਤਾਂ ਅਸੀਂ ਉਹਨੂੰ ਐਂਟਰਟੇਨ ਨਹੀਂ ਕਰਨਾ। ਇਹ ਬੜੀ ਵੱਡੀ ਗੱਲ ਹੈ, ਭਾਵੇਂ ਲਿਖ ਕੇ ਲਾ ਲਿਓ ਆਪਣੇ ਰੂਮਸ ਦੇ ਵਿੱਚ ਕਿ ਇਟਸ ਇਨ ਆਵਰ ਹੈਂਡਸ ਵਿਚ ਥਾਟਸ ਵੀ ਵਾਂਟ ਟੂ ਐਂਟਰਟੇਨ। ਸੋ ਇਹਦਾ ਮਤਲਬ ਸਾਡੇ ਹੱਥ 'ਚ ਚੋਇਸ ਹੈ, ਵੀ ਕੈਨ ਚੂਜ਼ ਦੈਟ। ਇਹਨੂੰ ਥੋੜ੍ਹਾ ਆਪਾਂ ਐਲੈਬੋਰੇਟ ਕਰਦੇ ਹਾਂ।
ਸੋ ਵਾਈ ਟੂ ਪੀਪਲ ਵਿਊ ਸੇਮ ਥਿੰਗ ਡਿਫਰੈਂਟਲੀ, ਮਤਲਬ ਦੋ ਇਨਸਾਨ ਇੱਕੋ ਹੀ ਇਵੈਂਟ ਨੂੰ, ਇੱਕੋ ਹੀ ਚੀਜ਼ ਨੂੰ ਵੱਖਰੀ ਤਰ੍ਹਾਂ ਕਿਉਂ ਦੇਖਦੇ ਨੇ? ਤੁਹਾਡੀ ਲਾਈਫ 'ਚ ਇੱਦਾਂ ਕਾਫੀ ਵਾਰ ਹੋਇਆ ਹੋਏਗਾ, ਤੁਸੀਂ ਐਕਸਪੀਰੀਅੰਸ ਕੀਤਾ ਹੋਏਗਾ। ਇੱਕ ਇਨਸਾਨ ਕੋਈ ਇਸ ਤਰ੍ਹਾਂ ਦਾ ਹੋਏਗਾ ਕਿ ਕੋਈ ਇਵੈਂਟ ਜਾਂ ਕੋਈ ਸਿਚੁਏਸ਼ਨ ਹੈਗੀ ਹੈ ਜਿਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਨਿਊਟਰਲ ਹੈਗਾ। ਹਾਂ, ਐਵੇਂ ਵੀ ਹੋ ਜਾਏ ਤਾਂ ਵੀ ਠੀਕ ਹੈ, ਐਵੇਂ ਹੋ ਜਾਏ ਤਾਂ ਵੀ ਠੀਕ ਹੈ। ਉਸੇ ਸਿਚੁਏਸ਼ਨ ਇਵੈਂਟ ਦੇ ਵਿੱਚ ਕੋਈ ਹੋਰ ਇਨਸਾਨ ਹੈ ਜਿਹਨੂੰ ਉਹ ਬਹੁਤ ਸਿਚੁਏਸ਼ਨ ਬਹੁਤ ਵਧੀਆ ਲੱਗ ਰਹੀ ਹੈ, ਬਹੁਤ ਪਲੈਜ਼ੈਂਟ ਹੈ ਉਹਦੇ ਲਈ, ਉਹਨੂੰ ਬਹੁਤ ਖੁਸ਼ੀ ਦੇ ਰਹੀ ਆ। ਤਾਂ ਇੱਕ ਇਨਸਾਨ ਇਸ ਤਰ੍ਹਾਂ ਦਾ ਵੀ ਹੋਏਗਾ ਜਿਹਨੂੰ ਉਹੀ ਸਿਚੁਏਸ਼ਨ, ਉਹੀ ਇਵੈਂਟ ਬਹੁਤ ਜ਼ਿਆਦਾ ਦੁੱਖ ਦੇ ਰਹੀ ਹੈ, ਬਹੁਤ ਜ਼ਿਆਦਾ ਸਫਰਿੰਗ ਦੇ ਰਹੀ ਹੈ। ਤਾਂ ਬਾਕੀ ਸਾਰੇ ਇਨਸਾਨ ਤੁਸੀਂ ਵਿੱਚ ਫਿੱਟ ਕਰ ਲਓ ਜਿਹੜੇ ਉਸ ਸਕੇਲ ਦੇ ਵਿੱਚ ਆਉਂਦੇ ਨੇ। ਹੁਣ ਸਿਚੁਏਸ਼ਨ ਉਹੀ ਸੀ, ਇਵੈਂਟ ਉਹੀ ਸੀ, ਤਾਂ ਵੱਖਰਾ ਵੱਖਰਾ ਬਿਹੇਵੀਅਰ ਕੋ ਹੂ ਮੇਡ ਯੂ ਅਪਸੈਟ, ਅਨਹੈਪੀ ਔਰ ਅਨਪਲੈਜ਼ੈਂਟ, ਕਿੰਨੇ ਦੁਖੀ ਕੀਤਾ ਸਾਨੂੰ, ਉਹ ਸਫਰਿੰਗ ਸਾਨੂੰ ਕਿੰਨੇ ਦਿੱਤੀ? ਉਹ ਸਿਚੁਏਸ਼ਨ ਨੇ, ਇਵੈਂਟ ਨੇ, ਜਾਂ ਕਿਸੇ ਹੋਰ ਨੇ? ਕਿਤੇ ਆਪਣੇ ਆਪ ਨੇ ਤਾਂ ਨਹੀਂ ਸਾਨੂੰ ਦੁੱਖ ਦੇ ਰਿਹਾ। ਅਸੀਂ ਦੂਸਰਿਆਂ ਨੂੰ ਤਾਂ ਬਹੁਤ ਈਜ਼ੀ ਤਰੀਕੇ ਨਾਲ ਬਲੇਮ ਕਰ ਦਿੰਦੇ ਹਾਂ। ਮੈਂ ਉੱਥੇ ਗਿਆ ਸੀ, ਉੱਥੇ ਮੈਨੂੰ ਫਲਾਣੇ ਨੇ ਦੁੱਖ ਦਿੱਤਾ, ਜਾਂ ਫਲਾਣੇ ਨੇ ਇਹ ਗੱਲ ਕਹੀ ਤਾਂ ਮੈਨੂੰ ਬਹੁਤ ਦੁੱਖ ਹੋਇਆ। ਕਿਸੇ ਹੋਰ ਨੂੰ ਨਹੀਂ ਹੋਇਆ ਉਹੀ ਗੱਲ ਸੁਣ ਕੇ। ਜੇ ਕੋਈ ਇੱਦਾਂ ਦੀ ਜੈਨਰਿਕ ਗੱਲ ਸੀ ਤਾਂ ਕਿਹੜੀ ਚੀਜ਼ ਦਾ ਫਿਲਟਰ ਪ੍ਰੋਸੈਸ ਕਿੱਥੇ ਆ ਗਿਆ? ਜੇ ਅਸੀਂ ਥੋੜ੍ਹਾ ਜਿਹਾ ਨੂੰ ਡੂੰਘਾਈ ਨਾਲ ਹੋਰ ਸਮਝਣਾ ਨਾ, ਇੱਕ ਗੱਲ ਹੋਰ ਸਮਝੀਏ, ਅਸੀਂ ਕੁਛ ਵੀ ਨਹੀਂ ਹੈਗੇ। ਜਦੋਂ ਅਸੀਂ ਬੌਰਨ ਹੁੰਦੇ ਹਾਂ, ਜਦੋਂ ਸਾਡਾ ਜਨਮ ਹੁੰਦਾ, ਤਾਂ ਅਸੀਂ ਇੱਕ ਕੋਰਾ ਕਾਗਜ਼ ਜਾਂ ਕਹਿ ਲਓ ਬਲੈਂਕ ਕੈਨਵਸ ਵਾਂਗੂ ਹੁੰਦੇ ਹਾਂ। ਕੋਈ ਸਾਡੀ ਨੇਚਰ ਨਹੀਂ ਬਣੀ ਹੁੰਦੀ, ਕੋਈ ਸੁਭਾਅ ਨਹੀਂ, ਪਰ ਉਹਦੇ 'ਤੇ ਲਿਖਿਆ ਜਾਂਦਾ ਸਾਰਾ ਕੁਛ। ਔਰ ਲਿਖਿਆ ਜਾਂਦਾ ਬੜਾ, ਇੱਕ ਹੋਰ ਪੂਰਾ ਫੁੱਲ ਫਲੈਜ ਟੌਪਿਕ ਹੈਗਾ, ਕੌਣ ਲਿਖ ਰਿਹਾ ਉਹਨੂੰ? ਸਾਡੇ ਐਕਸਪੀਰੀਅੰਸ ਜਿਹੜੇ ਲਾਈਫ 'ਤੇ ਹੋ ਰਹੇ ਨੇ, ਸਾਡੇ ਆਲੇ ਦੁਆਲੇ ਸਾਡੇ ਫਰੈਂਡਸ, ਸਾਡੇ ਮਾਂ-ਬਾਪ, ਹੂਸ ਐਵਰ ਵੀ ਲਿਵ ਵਿਦ, ਜਾਂ ਉਹਨਾਂ ਨੇ ਜਿੱਦਾਂ ਜੀਆ ਸਾਨੂੰ ਉੱਦਾਂ ਦੱਸ ਦਿੱਤਾ ਜਾਂਦਾ, ਅਤੇ ਉਹ ਸਾਡੀਆਂ ਥੋਟਸ, ਫੀਲਿੰਗਸ, ਐਕਸਪੀਰੀਅੰਸਿਸ ਬਣ ਜਾਂਦੇ ਨੇ, ਤਾਂ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਚੱਲਦੇ ਹਾਂ। ਕਿ ਕਦੀ ਅਸੀਂ ਸੋਚਿਆ ਕਿ ਇਹ ਚੇਂਜ ਵੀ ਹੋ ਸਕਦਾ, ਜਾਂ ਅਸੀਂ ਉਹੀ ਸਾਈਕਲ ਦੇ ਵਿੱਚ ਤੁਰੀ ਜਾਣਾ। ਇੱਕ ਰਿਫਰੈਸ਼ਿੰਗ ਥੋਟ ਕਦੀ ਸੋਚ ਕੇ ਬੈਠ ਕੇ ਦੇਖਿਆ ਕਿ ਹਾਂ, ਆਈ ਡੋਂਟ ਨੀਡ ਟੂ ਬੀ ਅਨਹੈਪੀ ਔਨ ਦਿਸ ਪਰਟੀਕੂਲਰ ਥਿੰਗ, ਈਵਨ ਦੋ 99% ਪੀਪਲ ਡੂ ਗੈਟ ਅਨਹੈਪੀ ਵਿਦ ਦਿਸ। ਹਾਂ, ਜੇ 99% ਲੋਕ ਦੁਖੀ ਹੁੰਦੇ ਨੇ ਆ ਫਲਾਣੀ ਗੱਲ ਕਰਕੇ, ਇਹ ਜ਼ਰੂਰੀ ਨਹੀਂ ਹੈਗਾ ਮੇਰੇ ਲਈ ਕਿ ਮੈਨੂੰ ਵੀ ਦੁਖੀ ਹੋਣਾ ਜ਼ਰੂਰੀ ਹੈ ਉਸ ਚੀਜ਼ 'ਤੇ। ਜਾਂ ਸੁੱਖ ਵੀ ਲੈ ਲਓ, ਜੇ ਕਹਿ ਲਓ ਵੀ 90% ਇਨਸਾਨ ਸ਼ਰਾਬ ਪੀ ਕੇ ਖੁਸ਼ ਹੋ ਰਹੇ ਨੇ, ਜਾਂ ਉਹਨਾਂ ਨੂੰ ਇਹੀ ਇੱਕ ਨੋਰਮਲਾਈਜੇਸ਼ਨ ਹੋ ਗਈ ਹੈ ਕਿ ਤੁਸੀਂ ਸ਼ਰਾਬ ਪੀਓ, ਭੰਗੜੇ ਪਾਓ ਅਤੇ ਤੁਹਾਨੂੰ ਤਾਂ ਹੀ ਖੁਸ਼ੀ ਮਿਲਣੀ ਹੈ, ਤਾਂ ਹੀ ਤੁਹਾਡਾ ਇੰਜੋਇਮੈਂਟ ਹੋ ਸਕਦੀ ਹੈ। ਤਾਂ ਜ਼ਰੂਰੀ ਨਹੀਂ ਕਿ ਮੈਂ ਉਸ ਬਾਕਸ ਦੇ ਵਿੱਚ ਫਿੱਟ ਹੋਣਾ। ਲੈਟਸ ਕਮ ਆਊਟਸਾਈਡ ਦ ਬਾਕਸ ਐਂਡ ਥਿੰਕ, ਰੀਥਿੰਕ, ਰੀਸੈਟ, ਕਿ ਮੈਂ ਖੁਸ਼ੀ ਲੈ ਸਕਦਾ ਉਹ ਚੀਜ਼ਾਂ, ਜਿਹੜੀਆਂ ਚੀਜ਼ਾਂ ਮੇਰੇ ਤਨ ਨੂੰ, ਮਨ ਨੂੰ ਖਰਾਬ ਕਰ ਰਹੀਆਂ, ਉਸ ਤੋਂ ਬਿਨਾਂ ਵੀ। ਕਰਕੇ ਦੇਖੋ, ਆਪਣੇ ਆਪ ਨੂੰ ਉਸ ਬਾਕਸ ਤੋਂ ਬਾਹਰ ਲੈ ਕੇ ਆਓ। ਠੀਕ ਹੈ, ਵੀ ਹੈਵ ਅ ਚੋਇਸ ਵਿਚ ਥੋਟਸ ਟੂ ਐਂਟਰਟੇਨ। ਆਪਾਂ ਉਹ ਨੋਰਮਲਾਈਜੇਸ਼ਨ 'ਚ ਸਾਨੂੰ ਜੀਣ ਦੀ ਲੋੜ ਨਹੀਂ ਹੈਗੀ। ਜੇ ਹਾਂ ਠੀਕ ਹੈ, ਜੇ ਉਹ ਨੋਰਮਲਾਈਜੇਸ਼ਨ ਸਾਨੂੰ ਸੁੱਖ ਦੇ ਰਹੀ ਹੈ, ਸਾਨੂੰ ਗੁਰੂ ਨਾਲ ਜੋੜ ਰਹੀ ਹੈ, ਸਾਨੂੰ ਇੱਕ ਚੰਗਾ ਇਨਸਾਨ ਬਣਾ ਰਹੀ ਹੈ, ਇੱਕ ਸੇਵਾ ਸਿਮਰਨ ਚਲਾ ਰਹੀ ਹੈ, ਤਾਂ ਜ਼ਰੂਰ ਉਸ ਚੀਜ਼ ਨੂੰ ਫੋਲੋ ਕਰੋ। ਪਰ ਜੇ ਸਿਰਫ ਅਸੀਂ ਇੱਕ ਬਾਕਸ ਦੇ ਵਿੱਚ ਫਸੇ ਹਾਂ, ਇੱਕ ਸਾਈਕਲ ਦੇ ਵਿੱਚ, ਸਾਨੂੰ ਪਤਾ ਹੀ ਨਹੀਂ ਕਿ ਅਸੀਂ ਉਹ ਕਿਉਂ ਕਰ ਰਹੇ ਹਾਂ, ਇੱਕ ਰਿਫਰੈਸ਼ਿੰਗ ਥੋਟ ਨਹੀਂ ਹੈਗਾ, ਤਾਂ ਫਿਰ ਸਾਨੂੰ ਸੋਚਣਾ ਪਏਗਾ। ਇਸ ਕਰਕੇ ਇਹ ਜਿਹੜੀ ਸਾਡੀ ਚੋਇਸ ਹੈਗੀ ਆਪਣੀ ਲਾਈਫ ਦੇ ਉੱਤੇ ਵੀ, acceptance of thoughts that come, but making a conscious choice on which ones we want to stay on. ਇਹ ਕਿ acceptance ਹੋ ਗਈ ਕਿ ਹਾਂ ਜੋ ਕੁਛ ਆ ਰਿਹਾ ਠੀਕ ਹੈ, ਅਸੀਂ ਇਹ ਤੋਂ ਸ਼ੁਰੂ ਗੱਲ ਕੀਤੀ ਸੀ ਨਾ, ਪਰ ਅਸੀਂ ਉਹਨੂੰ ਐਂਟਰਟੇਨ ਕਿਵੇਂ ਕਰਨਾ, ਚੂਜ਼ ਕਿਹਨੂੰ ਕਰਨਾ, ਉਹ ਅਸੀਂ ਆਪਣੀ ਚੋਇਸ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸੰਭਾਲ ਕੇ ਵਰਤੀਏ। ਸਾਡੇ ਕੋਲ ਬੜੀ ਵੱਡੀ ਇੱਕ ਸ਼ਕਤੀ ਹੈਗੀ ਇਹ ਚੋਇਸ ਦੀ, ਕਿ ਅਸੀਂ ਉਹਨੂੰ ਕਿਵੇਂ ਐਂਟਰਟੇਨ ਕਰਨਾ। ਸਭ ਤੋਂ ਪਹਿਲਾਂ ਜਿਹੜੀ ਅਵੇਅਰਨੈਸ ਹੀ ਲਿਆਉਣੀ ਨਾ, ਕਿ ਹਾਂ ਮੈਨੂੰ ਇਹ ਚੀਜ਼ ਨੇ ਤੰਗ ਕਰਨਾ, ਮੈਂ ਇਹ ਤੋਂ ਮੁੜ ਜਾਵਾਂ, ਇਹੀ ਇੱਕ ਬਲੈਸਿੰਗ ਹੈਗੀ ਹੈ। ਇਹੀ ਸਾਨੂੰ ਇੱਕ ਅਸੀਸ ਦਿੱਤੀ ਹੈ ਗੁਰੂ ਮਹਾਰਾਜ ਨੇ ਬਹੁਤ ਵੱਡੀ, ਕਿ ਆਪਣੇ ਆਪ ਨੂੰ ਪਛਾਣੋ। ਇਹਦੇ ਵਿੱਚ ਹੋਰ ਬੜੇ ਵੱਡੇ ਕੌਨਸੈਪਟ ਆ ਜਾਂਦੇ, ਆਪਣੇ ਮਨ ਨੂੰ ਪਛਾਣੋ, ਆਪਣੀ ਦੇਹ ਨੂੰ ਪਛਾਣੋ, ਆਪਣੀ ਹਉਮੈ ਨੂੰ ਪਛਾਣੋ। ਕਿਤੇ ਮੇਰੀ ਹਉਮੈ ਤਾਂ ਨਹੀਂ ਮੈਨੂੰ ਨਚਾ ਰਹੀ ਹੈ ਸਾਰੇ ਕੰਮਾਂ ਲਈ, ਕਿਉਂਕਿ ਜਿਹੜੇ ਥੋਟਸ ਨੇ ਇਹਨਾਂ ਨੇ ਅਲਟੀਮੇਟਲੀ ਸਾਨੂੰ ਜੋ ਅਸੀਂ ਹੈਗੇ ਹਾਂ ਸਾਨੂੰ ਬਣਾ ਦੇਣਾ। ਕਹਿੰਦੇ ਤੁਹਾਡੇ ਐਕਸਕਿਊਜ਼ਿਸ, ਮੈਂ ਕਿਤੇ ਪੜ੍ਹਿਆ ਸੀਗਾ,
योर एक्सक्यूजेस आर किलिंग योर ड्रीम्स। ਕਿਸੇ ਕੋਈ ਹੋਰ ਨਹੀਂ ਆ ਕੇ ਤੁਹਾਡੇ ਡ੍ਰੀਮਸ ਖਤਮ ਕਰ ਰਿਹਾ, ਤੁਹਾਡੇ ਆਪਣੇ ਬਹਾਨੇ ਤੁਹਾਡੇ ਸੁਪਨਿਆਂ ਨੂੰ ਖਤਮ ਕਰ ਰਹੇ ਨੇ। ਹਾਂਜੀ ਅੱਗੇ ਚੱਲੀਏ। ਡੀ, ABCD ਦੀ ਗੱਲ ਅਸੀਂ ਸ਼ੁਰੂ ਕੀਤੀ ਸੀ। ਡੀ ਤੋਂ ਆ ਗਿਆ ਜੀ ਡੂ, DO ਡੂ। ਡੂ ਵਾਟ? ਡੂ ਵਾਟ ਕੀ ਕਰੀਏ ਆਪਾਂ? ਅਸੀਂ ਇੱਦਾਂ ਦਾ ਕੁਛ ਕਰੀਏ ਜਿਹੜਾ ਸਿਰਫ ਸਾਡਾ ਇੱਕ ਕੰਮ ਨਾ ਸਵਾਰੇ, ਸਾਡਾ ਸਾਰਾ ਕੁਛ ਸਵਾਰ ਦੇਵੇ, ਸਾਡਾ ਸਾਰਾ ਕੁਛ ਸਵਾਰ ਦੇਵੇ। ਸਾਡੀ ਇੱਕ ਬਿਮਾਰੀ ਨੂੰ ਠੀਕ ਨਾ ਕਰੇ, ਸਾਡੀਆਂ ਸਾਰੀਆਂ ਬਿਮਾਰੀਆਂ ਠੀਕ ਕਰ ਦੇਵੇ। ਉਹ ਕਿਵੇਂ ਹੋਏਗਾ? ਜਦੋਂ ਅਸੀਂ ਆਪਣੇ ਅੰਤਰਾਤਮੇ ਆਪਣੇ ਆਤਮਾ ਨੂੰ ਜਾਣਾਂਗੇ। when we become soul conscious, that will be the time, that will be the way to get rid of all the problems. ਆਪਾਂ ਗੁਰੂ ਸਾਹਿਬ ਤੋਂ ਪੁੱਛਦੇ ਹਾਂ। ਗੁਰੂ ਸਾਹਿਬ ਕਹਿੰਦੇ ਕਿ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਕਹਿੰਦੇ ਆਹੀ ਟਾਈਮ ਹੈ। this is the time। ਇਹ ਜਿਹੜੀ ਮਨੁੱਖਾ ਜੀਵਨ ਸਾਨੂੰ ਮਿਲਿਆ ਐਜ਼ ਏ ਬਲੈਸਿੰਗ, ਐਜ਼ ਏ ਬਖਸ਼ਿਸ਼, this is the time ਉਹ ਜਗਦੀਸ਼ ਨੂੰ ਮਿਲਣ ਲਈ, ਉਹ ਪਰਮੇਸ਼ਰ ਨੂੰ ਮਿਲਣ ਲਈ, ਆਪਣੇ ਅੰਦਰ ਹੀ ਖੋਜਣ ਦੀ, ਪਰਮੇਸ਼ਰ ਰੂਪ ਆਪਣੇ ਅੰਦਰ ਹੀ ਖੋਜਣ ਦੀ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਉਹ ਖੋਜਣ ਦੀ ਇਹ ਸਾਨੂੰ ਮੌਕਾ ਮਿਲਿਆ ਬੜੇ ਚਿਰ ਤੋਂ। ਕਹਿੰਦੇ ਇਹ ਜਿਹੜਾ ਸਾਨੂੰ ਮਿਲਿਆ ਬੜੇ ਚਿਰਾਂ ਬਾਅਦ ਸਾਨੂੰ ਸਰੀਰ ਮਿਲਿਆ। ਇਹਨੂੰ ਅਸੀਂ ਇੱਕ ਥੋਟ ਨੂੰ ਲੈ ਕੇ ਚੱਲੀਏ ਨਾਲ ਕਿ ਐਵੇਂ ਨਾ ਗਵਾ ਦਈਏ। ਇਹ ਸਾਰੇ ਜਦੋਂ ਤੁਸੀਂ ਸ਼ਬਦ ਨੂੰ ਪੂਰਾ ਪੜ੍ਹੋਗੇ ਨਾ, ਤੁਹਾਡੇ ਸਾਹਮਣੇ ਇੰਪੋਰਟੈਂਸ ਆਏਗੀ ਕਿ ਕਿੱਥੋਂ ਅਸੀਂ ਲੰਘ ਕੇ ਆਏ ਹਾਂ। ਅਤੇ ਫਿਰ ਸਾਨੂੰ ਕੋਈ ਚੀਜ਼ ਅਚੀਵ ਹੋ ਜਾਵੇ ਕਿ ਅਸੀਂ ਉਹਨੂੰ ਹੀ ਗਵਾ ਦੇਵਾਂਗੇ। ਤੁਸੀਂ ਕਿਸੇ ਚੀਜ਼ ਲਈ ਲੌਂਗ ਕੀਤਾ, ਬੜੇ ਸਾਲ ਮਿਹਨਤ ਕੀਤੀ ਹੈ, ਵੇਟ ਕੀਤੀ ਹੈ, ਸਾਨੂੰ ਮਿਲ ਜਾਵੇ ਕਿ ਫਿਰ ਤੁਸੀਂ ਉਹਨੂੰ ਗਵਾ ਦੇਵੋਗੇ? ਇਹ ਸਾਨੂੰ ਸਰੀਰ ਹੈ, ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਸਵਾਸ ਮਿਲਿਆ ਅਤੇ ਬਾਕੀ ਸਾਰੇ ਕੰਮ ਜਿਹੜੇ ਨੇ ਉਹ ਨਾਲ ਦੀ ਨਾਲ ਅਸੀਂ ਕਰ ਰਹੇ ਹਾਂ। ਤੁਹਾਡੇ ਕਾਫੀ ਸਵਾਲ ਵੀ ਆਏ ਨੇ, ਵੀ ਵਿਲ ਲੁੱਕ ਇਨ ਟੂ ਦੈਟ। ਉਸ ਤੋਂ ਪਹਿਲਾਂ ਅਸੀਂ ਸਿਰਫ ਥੋੜ੍ਹਾ ਜਿਹਾ ਇਹਦੇ 'ਤੇ ਥੋੜ੍ਹਾ ਇਹਨੂੰ ਰੀਇਨਫੋਰਸ ਕਰ ਦਈਏ ਇਸ ਮੈਸੇਜ ਨੂੰ। ਅੱਜ ਦੇ ਸਮੇਂ ਦੇ ਵਿੱਚ ਇਹ ਇੰਨਾ ਜ਼ਰੂਰੀ ਹੋ ਗਿਆ ਕਿ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ, ਕਿਉਂਕਿ ਜਿਹੜਾ ਇਨਵਾਇਰਮੈਂਟ 'ਚ ਅਸੀਂ ਅੱਜ ਰਹਿ ਰਹੇ ਹਾਂ, ਇਨਵਾਇਰਮੈਂਟ ਆਫ ਫੀਅਰ, ਡਰ ਦੇ ਇਨਵਾਇਰਮੈਂਟ 'ਚ, ਇਨਵਾਇਰਮੈਂਟ ਆਫ ਜੈਲਸੀ, ਇੱਕ ਦੂਜੇ ਨਾਲ ਈਰਖਾ, ਸਫਰਿੰਗ, ਪੈਨਿਕ, ਕੀ ਹੋਊਗਾ ਦੁਨੀਆ 'ਚ, ਦੁਨੀਆ ਮਰ ਰਹੀ ਹੈ, ਮੇਰਾ ਕੀ ਹੋਊਗਾ। ਇਹ ਸਾਰਾ ਕੁਛ ਹੋਰ ਵੀ ਜ਼ਰੂਰੀ ਹੋ ਗਿਆ ਕਿ ਅਸੀਂ ਆਪਣਾ ਨੂੰ ਕੰਪੋਜ਼ ਕਰ ਲਈਏ। ਵੀ ਨੀਡ ਟੂ ਲੁੱਕ ਆਫਟਰ ਅਵਰ ਸੈਲਵ। ਸਾਡੇ ਮਨ 'ਤੇ ਸਾਨੂੰ ਧਿਆਨ ਦੇਣਾ ਪਏਗਾ ਤਾਂ ਕਿ ਸਾਨੂੰ ਕਿਤੇ ਇਨਫੈਕਸ਼ਨ ਨਾ ਹੋ ਜਾਵੇ, ਸਾਡਾ ਮਨ ਕਿਤੇ ਇਨਫੈਕਟ ਨਾ ਹੋ ਜਾਵੇ, ਤਾਂ ਉਹ ਸਟਰੈਸ ਐਂਗਜ਼ਾਇਟੀ ਦੇ ਵਿੱਚ ਹੀ ਕਿਤੇ ਖਤਮ ਨਾ ਹੋ ਕੇ ਰਹਿ ਜਾਵੇ। ਅਸੀਂ ਗੁਰੂ ਨਾਲ ਜੁੜ ਜਾਈਏ ਤਾਂ ਕਿ ਸਾਨੂੰ ਇੱਕ ਪੂਰਾ ਕਵਚ ਮਿਲ ਜਾਏ, ਇੱਕ ਪ੍ਰੋਟੈਕਟਿਵ ਫੀਲਡ ਮਿਲ ਗਈ ਸਾਡੇ ਆਲੇ ਦੁਆਲੇ। ਦਿਸ ਇਜ਼ ਅ ਟਾਈਮ ਟੂ ਡੂ ਭਗਤੀ। ਇਹ ਟਾਈਮ ਕਾਹਦਾ ਮਿਲਿਆ ਸਾਨੂੰ? ਕਮਾਈ ਕਰਨ ਦਾ। ਜਿਹੜੀ ਕਮਾਈ ਸਾਡੇ ਨਾਲ ਨਿਭਣੀ ਹੈ ਉਹ ਕਮਾਈ ਦਾ। ਇਹ ਕਮਾਈ, ਸਿਮਰਨ, ਕਨੈਕਟ, ਤੁਸੀਂ ਜਿਵੇਂ ਵੀ ਇਹਨੂੰ ਕਹਿ ਦਿਓ, ਜਿਵੇਂ ਮਰਜ਼ੀ ਸਾਡੀ ਇਮਿਊਨਿਟੀ ਡਿਵੈਲਪ ਹੋ ਜਾਵੇ। ਇਹ ਸਾਡੀ ਇਮਿਊਨਿਟੀ ਡਿਵੈਲਪ ਹੋਏਗੀ। ਫਿਰ ਇਮਿਊਨਿਟੀ ਆਪਾਂ ਕਹਿੰਦੇ ਨਾ ਵੀ ਬਾਹਰੋਂ ਚੰਗੀਆਂ ਚੀਜ਼ਾਂ ਖਾਓ, ਹੈਲਦੀ ਰਹੋ ਤਾਂ ਕਿ ਯੂ ਹੈਵ ਅ ਸਟਰੋਂਗ ਇਮਿਊਨਿਟੀ ਸਿਸਟਮ, ਯੂ ਹੈਵ ਸਟਰੋਂਗ ਇਮਿਊਨ ਸਿਸਟਮ। ਇਹ ਅਸੀਂ ਅੰਦਰੋਂ ਵੀ ਇਮਿਊਨਿਟੀ ਜਦੋਂ ਸਟਰੋਂਗ ਕਰਾਂਗੇ ਤਾਂ ਸਾਡਾ ਜਿਹੜਾ ਫੀਲਡ ਸਾਨੂੰ ਪ੍ਰੋਟੈਕਟ ਕਰੇਗਾ, ਸਾਡੀ ਸਿਹਤ 'ਤੇ ਵੀ ਫਰਕ ਪਏਗਾ। ਜਿੰਨਾ ਜ਼ਿਆਦਾ ਅਸੀਂ ਪਰਮੇਸ਼ਰ ਨਾਲ ਕਨੈਕਟ ਕਰਾਂਗੇ ਉਵੇਂ ਉਵੇਂ ਅਸੀਂ ਆਪਣੀਆਂ ਉਹ ਚੀਜ਼ਾਂ ਤੋਂ ਡਿਟੈਚ ਹੁੰਦੇ ਜਾਵਾਂਗੇ ਜਿਹੜੀਆਂ ਸਾਨੂੰ ਚੀਜ਼ਾਂ ਪਰਮੇਸ਼ਰ ਵਰਗੀਆਂ ਨਹੀਂ ਲੱਗਦੀਆਂ, ਕਿਉਂਕਿ ਅਸੀਂ ਪਰਮੇਸ਼ਰ ਵਰਗੇ ਬਣਨਾ ਨਾ। ਪਰਮੇਸ਼ਰ ਨੂੰ ਜਾਣਨਾ, ਮੰਨਣਾ ਤਾਂ ਉਸੇ ਰੰਗ ਵਿੱਚ ਰੱਤੇ ਜਾਣਾ। ਤਾਂ ਜਦੋਂ ਜਿਵੇਂ ਜਿਵੇਂ ਅਸੀਂ ਰੱਤਾਂਗੇ ਤਾਂ ਨੈਚੁਰਲੀ ਦੂਜਾ ਰੰਗ ਜਿਹੜਾ ਉਹ ਲੱਥਦਾ ਜਾਵੇਗਾ। ਤੁਸੀਂ ਜਦੋਂ ਸੋਚ ਕੇ ਦੇਖੋ ਇੱਕ ਐਨਾਲੋਜੀ ਕਿ ਸਾਡਾ ਜਦੋਂ ਫਾਊਂਡੇਸ਼ਨ ਸਟਰੋਂਗ ਹੁੰਦਾ ਕਿਸੇ ਦਰਖਤ ਲੈ ਲਓ, ਥਿੰਕ ਅਬਾਊਟ ਅ ਟਰੀ ਵਿਚ ਹੈਜ਼ ਅ ਵੈਰੀ ਸਟਰੋਂਗ ਫਾਊਂਡੇਸ਼ਨ, ਸਟਰੋਂਗ ਰੂਟਸ, ਜਿਹਦੀਆਂ ਰੂਟਸ ਬਹੁਤ ਸਟਰੋਂਗ ਹੈਗੀਆਂ ਨੇ। ਉਹਨੂੰ ਤੇਜ਼ ਹਵਾ ਤੋਂ ਡਰ ਨਹੀਂ ਲੱਗਦਾ, ਉਹਨੂੰ ਤੂਫਾਨ ਤੋਂ, ਝੱਖੜ ਤੋਂ ਡਰ ਨਹੀਂ ਹੈਗਾ ਕਿ ਉਹ ਟੁੱਟ ਜੂਗਾ, ਅਪਰੂਟ ਹੋ ਜੂਗਾ।
ਪਰ ਜਿਹੜੇ ਹਾਲੇ ਪੱਕੇ ਨਹੀਂ ਹੈਗੇ ਉਹਨਾਂ ਨੂੰ ਡਰ ਲੱਗਦਾ ਜਾਂ ਉਹ ਹੋ ਵੀ ਜਾਂਦੇ ਨੇ। ਤਾਂ ਅਸੀਂ ਆਪਣੀਆਂ ਜੜ੍ਹਾਂ, ਆਪਣੀਆਂ ਰੂਟਸ ਜਿਹੜੀਆਂ ਨੇ ਉਹ ਦਿਨ ਬ ਦਿਨ ਇੰਨੀਆਂ ਸਟਰੋਂਗ ਕਰਦੇ ਕਿ ਸਾਡੀ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਹ ਸਟਰੋਂਗ ਹੋ ਜਾਵੇ। ਤਾਂ ਇਹ ਜਿਹੜਾ ਨਾਮ ਹੈਗਾ ਨਾ, ਆਪਾਂ ਨਾਮ ਜਪਣ ਦੀ ਗੱਲ ਕਰਦੇ ਹਾਂ, ਭਗਤੀ ਦੀ ਗੱਲ ਕਰਦੇ ਹਾਂ, ਇਹ ਇੱਕੋ ਇੱਕ ਚੀਜ਼ ਹੈ ਜਿਹਨੇ ਸਾਨੂੰ ਬਚਾਉਣਾ। ਠੀਕ ਹੈ, ਆਪਾਂ ਪੜ੍ਹਦੇ ਹਾਂ ਨਾ, ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਪਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤ। ਕਹਿੰਦੇ ਕਾਊਂਟਲੈਸ ਜੋ ਵੀ ਪਿੱਛੇ ਕੀਤਾ, ਕੋਈ ਅਸੀਂ ਮਾੜੇ ਕੰਮ ਕੀਤੇ, ਕਿਉਂਕਿ ਸਵਾਲ ਬਾਰ-ਬਾਰ ਆਉਂਦਾ ਕਿ ਮੈਂ ਪਿੱਛੇ ਗਲਤ ਕੰਮ ਕੀਤੇ ਸੀਗੇ, ਹੁਣ ਮੇਰੇ ਅੱਖਾਂ ਅੱਗੇ ਉਹੀ ਸਾਹਮਣੇ ਆਈ ਜਾਂਦੇ ਨੇ, ਮੈਂ ਕੀ ਫਾਇਦਾ ਨਾਮ ਜਪਣ ਦਾ ਜੇ ਮੈਂ ਇੰਨੇ ਮਾੜੇ ਕੰਮ ਕੀਤੇ, ਮੈਂ ਕਦੀ ਬਚ ਸਕਾਂਗਾ ਜਾਂ ਬਚ ਸਕਾਂਗੀ। ਤਾਂ ਮਹਾਰਾਜ ਕਹਿੰਦੇ ਸਾਰੇ ਭਿਆਨਕ ਦੁੱਖ ਕਲੇਸ਼, ਅਨੇਕ ਕੀਤੇ ਹੋਏ ਮਰਡਰਸ, ਜਨਮਾਂ ਜਨਮਾਂਤਰਾਂ ਦੀ ਪਾਵਰਟੀ, ਗਰੀਬੀ, ਟੈਰੀਬਲ ਮਿਜ਼ਰੀ, ਵੱਡੇ ਵੱਡੇ ਪੁਆੜੇ ਜਿਹੜੇ ਸਾਡੀ ਲਾਈਫ 'ਚ ਨੇ, they are all destroyed by meditating ਪਰਮੇਸ਼ਰ ਦੇ ਨਾਮ ਤੇ। ਸਾਰੇ ਹੀ ਨਾਮ ਸਿਮਰਿਆ ਮਿਟ ਜਾਂਦੇ ਹਨ। ਇਸ ਤੋਂ ਵੱਡਾ ਦਿਲਾਸਾ ਸਾਨੂੰ ਕੀ ਚਾਹੀਦਾ? ਕੋਈ ਸਾਨੂੰ ਹੁਣੇ ਆ ਕੇ ਕਹਿ ਦੇਵੇ ਤੇਰੇ ਸਾਰਾ ਕੁਛ ਕੀਤਾ ਕਰਾਇਆ ਮਾਫ, ਅੱਗੇ ਤੋਂ ਤੂੰ ਜੁੜ ਜਾ, ਇਹ ਨਾਮ ਜਪ ਕੇ ਆ ਕਰ ਲੈ, ਤੇਰਾ ਐਵੇਂ ਹੋ ਜਾਊਗਾ। ਗਰੰਟੀ ਦੇ ਰਿਹਾ ਮਹਾਰਾਜ। ਹੇ ਨਾਨਕ, ਪਰਮਾਤਮਾ ਦਾ ਨਾਮ ਸਿਮਰਿਆ ਸਾਰੇ ਹੀ ਮਿਟ ਜਾਂਦੇ ਨੇ। ਕਿਵੇਂ? ਜੈਸੇ ਪਾਵਕ ਕਾਸਟ ਭਸਮੰ ਕਰੋਤ। ਕੀ ਹੁੰਦਾ ਜਦੋਂ ਅਸੀਂ ਕੋਈ ਜਿੱਦਾਂ ਕੋਈ ਸਟਰੋ ਦਾ ਕਹਿ ਲਓ ਤੁਸੀਂ ਪਾਇਲ ਬਣਾਈ ਹੈ ਨਾ, ਜਾਂ ਵੁੱਡ ਦੀ, ਤਾਂ ਉਹ ਕੀ ਹੁੰਦਾ, ਸਾਰੀ ਲੱਕੜੀ ਤੇ ਜਦੋਂ ਅਸੀਂ ਅੱਗ ਦੀ ਸਪਾਰਕ ਸੁੱਟਦੇ ਹਾਂ ਤਾਂ ਉਹ ਸਾਰੀ ਚੀਜ਼ ਜਿਹੜੀ ਸੜ ਕੇ ਸਵਾਹ ਹੋ ਜਾਂਦੀ ਹੈ। ਐਵੇਂ ਹੀ ਸਾਡੇ ਜਿਹੜੇ ਕੀਤੇ ਕੰਮ ਨੇ, ਕਰਮ ਨੇ, ਜਿਹੜੇ ਸਾਨੂੰ ਆਪ ਨੂੰ ਤੰਗ ਕਰਦੇ ਨੇ, ਨਾਮ ਜਪਾਂਗੇ ਤਾਂ ਨਾਮ 'ਚ ਇੰਨੀ ਤਾਕਤ ਹੈਗੀ, ਸਿਰਫ ਨਾਮ 'ਚ ਇੰਨੀ ਤਾਕਤ ਹੈਗੀ ਹੈ ਕਿ ਉਹ ਸਾਰੇ ਸੜ ਕੇ ਸਵਾਹ ਹੋਣ ਦੇ ਬੁਰੇ ਕਾਬਿਲ ਨੇ। ਠੀਕ ਹੈ, ਗੁਰੂ ਮਹਾਰਾਜ ਦਾ ਨਾਮ ਜਪ ਕੇ। ਇਹ ਬਾਰ-ਬਾਰ ਜਦੋਂ ਸਾਨੂੰ ਪੁੱਛਿਆ ਜਾਂਦਾ ਕਿ ਕੀ ਲੋੜ ਹੈ ਨਾਮ ਜਪਣ ਦੀ, ਆਪਾਂ ਚੰਗੇ ਕੰਮ ਕਰੀ ਜਾਈਏ। ਚੰਗੇ ਕੰਮ ਸਾਰੇ ਹੀ ਪੁੱਛਣੇ, ਉਹ ਬਾਈਪਾਸ ਦੀ ਗੱਲ ਹੋ ਗਈ ਨਾ ਕਿ ਸਕੂਲ ਆਫ ਥਾਟ, ਕਿ ਆਪਾਂ ਚੰਗਾ ਸੋਚਣਾ, ਚੰਗਾ ਕਰਨਾ, ਪਰ ਉਹਦੇ ਉਹ ਸਾਰੀ ਚੀਜ਼ ਅੱਗੋਂ ਤਾਂ ਬਣਾ ਦੂਗੀ, ਪਰ ਸਾਰਾ ਪਿਛਲਾ ਔਰ ਨਾਲ ਦੇ ਨਾਲ ਸਾਨੂੰ ਨਾਮ ਵਰਗਾ, ਅਸੀਂ ਨਾਮੀ ਵਰਗਾ ਬਣਨਾ ਨਾ, ਉਹ ਨਾਮ ਜਪ ਕੇ ਬਣਿਆ ਜਾ ਸਕਦਾ। ਜਦੋਂ ਅਸੀਂ ਕਿਸੇ ਨੂੰ ਆਪਣਾ ਰੋਲ ਮਾਡਲ ਮੰਨਦੇ ਹਾਂ ਨਾ, ਤਾਂ ਉਹ ਸੁਭਾਵਕ ਹੁੰਦਾ ਅਸੀਂ ਉਹਦੇ ਵਾਂਗੂ ਬੋਲਣ ਲੱਗ ਜਾਂਦੇ ਹਾਂ, ਉਹਦੇ ਵਾਂਗੂ ਸਾਡੇ ਐਕਸ਼ਨ, ਸਾਡੀ ਬੋਡੀ ਲੈਂਗੁਏਜ, ਅਸੀਂ ਸਾਰਾ ਕੁਛ ਉਹਦੇ ਵਾਂਗੂ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਹਾਂ। ਨਾਮੀ ਵਰਗੇ ਬਣਨ ਲਈ ਜਿਹਨੇ ਸਾਨੂੰ ਨਾਮ ਦਿੱਤਾ ਹੈ, ਅਕਾਲ ਪੁਰਖ ਵਰਗੇ ਬਣਨ ਲਈ ਅਕਾਲ ਪੁਰਖ ਦਾ ਹੀ ਨਾਮ ਜਪਾਂਗੇ ਆਪਾਂ। ਤਾਂ ਇਹ ਅਸੀਂ ਇਸ ਸਮੇਂ ਦੇ ਵਿੱਚ ਸਪੈਸ਼ਲੀ ਬਹੁਤ ਆਪਣੇ ਆਪ ਨੂੰ ਦ੍ਰਿੜਤਾ ਦੇ ਦੇਣੀ ਹੈ ਕਿ ਆਪਾਂ ਨਾਮ ਜਪਣਾ। ਗੁਰੂ ਮਹਾਰਾਜ ਕਹਿੰਦੇ ਅਵਰ ਕਰਤੂਤ ਸਗਲੀ ਜੰਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਬਾਕੀ ਸਾਰੇ ਕਾਰਜ ਜਿਹੜੇ ਨੇ ਉਹਨਾਂ ਨੂੰ ਡੰਡ ਹੀ ਲੱਗਣਾ ਜਮਰਾਜ ਦਾ। ਸਿਰਫ ਜਿਹੜਾ ਇਹ ਗੋਬਿੰਦ ਦਾ ਭਜਨ ਹੀ ਹੈਗਾ ਨਾ, ਇੱਕੋ ਇੱਕ ਤਰੀਕਾ ਹੈਗਾ ਜਿਹਦੇ ਨਾਲ ਗੋਬਿੰਦ ਨੇ ਸਾਡੇ ਤੇ ਖੁਸ਼ ਹੋਣਾ, ਭਤੀਜਣਾ। ਤਾਂ ਅਸੀਂ ਉਹ ਕਨੈਕਸ਼ਨ ਜਿਹੜਾ ਹੈਗਾ ਫੀਲ ਕਰਨਾ। ਆਪਾਂ ਜਦੋਂ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਰੋਜ਼, ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੈ। ਬਾਰ-ਬਾਰ ਗੁਰੂ ਮਹਾਰਾਜ ਸਾਨੂੰ ਚੇਤਾ ਕਰਾ ਰਿਹਾ ਨਾ ਵੀ ਸਾਡਾ ਮਨ, ਸਾਡਾ ਜੀ ਕਿਹਦੇ ਨਾਲ ਰਹਿਣਾ, ਅੰਤਰ ਆਤਮੇ ਅਸੀਂ ਕੀ ਕਰਨਾ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹਦਾ ਜੀ ਗੁਰੂ ਦੇ ਨਾਲ ਰਹਿੰਦਾ, ਜਿਹੜਾ ਗੁਰੂ ਗੁਰੂ ਜਪਦਾ ਹੈਗਾ। ਫਿਰ ਮਹਾਰਾਜ ਅੱਗੇ ਸਾਨੂੰ ਦੱਸਦੇ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਕੀ ਹੋ ਗਿਆ ਕਿ ਜਿਹੜਾ ਗੁਰੂ ਦਾ ਨਾਮ ਜਪਣਾ ਹੈਗਾ, ਉਹਦੇ ਵਿੱਚ ਪਿਆਰ ਪਾ ਕੇ ਜਪਣਾ ਹੈਗਾ, ਉਹਦੇ ਨਾਲ ਪਿਆਰ ਵੀ ਪਾਉਣਾ, ਸ਼ਬਦ ਦੇ ਨਾਲ
प्यार पाना। कहे नानक सुनो संतो शब्द धरो प्यारो, साचा नाम मेरा आधारो। मेरी जिंदगी का आधार ये सच्चा नाम ही हैगा, ये परमेश्वर का नाम। दिस इज़ द ट्रू नेम जिन्हें सदा कायम रहना। सतनाम है, इन्हें कभी मुकना नहीं हैगा। साच नाम आधार मेरा जिन भुखा सब गवाइयां। साडियां भुखा नहीं मुकदियां, सारी उम्र मुक जाती, भुखा नहीं मुकदियां। साच नाम आधार मेरा जिन भुखा सब गवाइयां। एंड दिस इज़ वेयर द नाम का रूप मैनीफेस्ट। इत्थे नाम का रूप प्रगट होना। हुण भुखा तो सानूं सारिਆਂ ਨੂੰ ਲੱਗਦੀਆਂ, 2 घंटे बाद भुख लग जाती है। नवे कपड़े चाहिए ने, घर चाहिए, साडियां ਉਹ ਛੋਟਾ ਭੁੱਖਾਂ ਨਹੀਂ ਮੁੱਕਦੀਆਂ। ਇੱਥੇ ਜਦੋਂ ਨਾਮ ਦਾ ਰੂਪ ਪ੍ਰਗਟ ਹੋਣਾ ਹੋ ਜਾਏਗਾ, ਸਾਇੰਸ ਕੀ ਹੋਣਗੇ, ਈਵਨ ਇਫ ਅ ਪਰਸਨ ਇਜ਼ ਹੰਗਰੀ ਹੀ ਵਿਲ ਸੇ ਆਈ ਐਮ ਕੰਟੈਂਟ। ਬੰਦਾ ਭੁੱਖਾ ਹੋਏਗਾ ਪਰ ਕਹੇਗਾ ਮੈਂ ਰੱਜਿਆ ਹੋਇਆ। ਇਹ ਨਾਮ ਦਾ ਰੰਗ ਹੈ, ਇਹ ਨਾਮ ਦਾ ਰੰਗ ਪ੍ਰਗਟ ਹੋ ਰਿਹਾ। ਉਹਨੂੰ ਲੋਕੀ ਕਹਿਣਗੇ ਤੂੰ ਗੁਲਾਮ ਹੈ, ਉਹ ਕਹੇਗਾ ਮੈਂ ਆਜ਼ਾਦ ਹਾਂ। ਉਹਨੂੰ ਪਤਾ ਨਾ ਉਹਨੂੰ ਕੀ ਮਿਲ ਗਿਆ। ਔਰ ਅਸੀਂ ਆਪਣੇ ਇਤਿਹਾਸ 'ਚ ਬਾਰ-ਬਾਰ ਦੇਖਿਆ, ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਇਹੋ ਜਿਹੇ ਗੁਰਮੁਖ ਪਿਆਰੇ ਗੁਰਸਿੱਖ ਸਾਡੇ ਇਤਿਹਾਸ ਦੇ ਵਿੱਚ ਨੇ, ਵੈਰੀ ਰਿਚ ਹਿਸਟਰੀ, ਜਿਨ੍ਹਾਂ ਕੋਲ ਕੀ ਸੀਗਾ, ਨਾਮ ਦਾ ਰੰਗ ਸੀਗਾ। ਉਹ ਆਪ ਹੀ ਨਾਮੀ ਵਰਗੇ ਹੋ ਗਏ। ਉਦੋਂ ਫਿਰ ਇਹ ਮੈਨੀਫੈਸਟ ਹੋਏਗਾ। ਸੋ ਆਓ ਪਿਆਰਿਓ, ਆਪਾਂ ਜਪੀਏ, ਭਾਵੇਂ ਥੋੜ੍ਹਾ ਹੀ ਜਪੀਏ, ਥੋੜ੍ਹੇ ਤੋਂ ਹੀ ਸ਼ੁਰੂ ਕਰੀਏ। ਉਹ ਫਿਰ ਜਿਵੇਂ ਜਿਵੇਂ ਉਹਨੂੰ ਚੰਗਾ ਲੱਗੇਗਾ, ਰੰਗ ਲਾਗਤ ਹੈ, ਉਵੇਂ ਉਵੇਂ ਹੋਏਗਾ। ਪਰ ਆਪਾਂ ਐਫਰਟ ਕਰੀਏ, ਆਪਾਂ ਉਦਮਤਾ ਕਰੀਏ ਨਾ, ਥੋੜ੍ਹਾ ਹੀ ਸਹੀ, ਥੋੜ੍ਹੇ ਤੋਂ ਹੀ ਸ਼ੁਰੂ ਕਰੀਏ। ਨਾਲ ਦੇ ਨਾਲ ਇਹ ਵੀ ਕਹਿ ਦੇਣਾ ਇੱਥੇ ਜ਼ਰੂਰੀ ਹੈ ਕਿ ਆਪਾਂ ਕਹਿ ਦਿੰਦੇ ਹਾਂ ਮਨ ਨਹੀਂ ਲੱਗਦਾ, ਮੈਨੂੰ ਕੋਈ ਉਹਦੇ 'ਚ ਰਿਜ਼ਲਟ ਨਹੀਂ ਮਿਲ ਰਿਹਾ। ਕਿਹੜਾ ਰਿਜ਼ਲਟ ਅਸੀਂ ਭਾਲ ਰਹੇ ਹਾਂ ਨਾ। ਲੈਟਸ ਨੋਟ ਵਰੀ ਟੂ ਮਚ ਅਬਾਊਟ ਰਾਈਟ ਰੋਂਗ ਐਂਡ ਰਿਜ਼ਲਟਸ ਐਂਡ ਵਟ ਐਵਰ। ਆਪਾਂ ਜਪੀਏ, ਉਹ ਉਹਦੀ ਮਰਜ਼ੀ ਹੈ, ਉਹਨੇ ਉਹਦੇ ਵਿੱਚ ਕੀ ਪਾਉਣਾ, ਉਹਨੇ ਉਹਦੇ ਵਿੱਚ ਕਿਵੇਂ ਕਿਵੇਂ ਬਰਕਤ ਪਾਉਣੀ ਹੈਗੀ ਆ। ਨਾਨਕ ਕੇ ਘਰ ਕੇਵਲ ਨਾਮ ਨਾ। ਹੁਣ ਆਪਾਂ ਹੋਰ ਗੱਲ ਕੀ ਕਰੀਏ ਜਦ ਹੈ ਹੀ, ਜੇ ਪਰਮੇਸ਼ਰ ਨੇ ਸਾਨੂੰ ਇਹ ਗਿਫਟ ਦਿੱਤਾ ਹੈਗਾ ਕਿ ਨਾਨਕ ਕੇ ਘਰ ਕੇਵਲ ਨਾਮ। ਹੁਣ ਆਪਾਂ ਇਸ ਸਮੇਂ ਨੂੰ ABC ਦਾ ਧਿਆਨ ਰੱਖ ਕੇ ਆਪਾਂ ਨਾਲ ਕੀ ਕਰਨਾ, ਡੂ ਕੀ ਕਰਨਾ, ਆਪਾਂ ਸਿਮਰਨ ਕਰਨਾ, ਆਪਾਂ ਜਪਣਾ, ਆਪਾਂ ਭਗਤੀ ਕਰਨੀ ਹੈ। ਦਿਸ ਇਜ਼ ਦਾ ਟਾਈਮ ਟੂ ਅਰਨ ਦ ਟਰੂ ਵੈਲਥ, ਜਿਹੜੀ ਸਾਡੇ ਨਾਲ ਨਿਭੇਗੀ। ਥੋੜ੍ਹੇ ਸਮੇਂ ਤੋਂ ਸ਼ੁਰੂ ਕਰੀਏ, ਜੇ ਕੋਈ ਬਿਲਕੁਲ ਨਹੀਂ ਕਰਦਾ ਤਾਂ ਆਪਾਂ 6 ਮਿੰਟ ਤੋਂ ਸ਼ੁਰੂ ਕਰ ਲਈਏ। 6 ਮਿੰਟ ਆਪਾਂ ਰੋਜ਼ ਬੈਠਣਾ, ਸਵੇਰੇ ਸ਼ਾਮ, ਪੂਰਾ ਫੋਕਸ ਦੇ ਕੇ ਹੌਲੀ 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 ਭੁੱਖ ਲੱਗੇਗੀ। ਜਦੋਂ ਕਹਿੰਦੇ ਕਿਸੇ ਦਾ ਹਾਜ਼ਮਾ ਖਰਾਬ ਹੋਏ ਨਾ, ਉਹਦਾ ਕੁਛ ਖਾਣ ਨੂੰ ਜੀਅ ਨਹੀਂ ਕਰਦਾ, ਫਿਰ ਉਹਨੂੰ ਥੋੜ੍ਹਾ ਥੋੜ੍ਹਾ ਦਿੰਦੇ ਆ ਖਾਣ ਨੂੰ, ਫਿਰ ਉਹ ਥੋੜ੍ਹਾ ਖਾਂਦਾ, ਫਿਰ ਉਹਨੂੰ ਉਹਦਾ ਸਿਸਟਮ ਕੰਮ ਕਰਨ ਲੱਗ ਜਾਂਦਾ, ਡਾਈਜੈਸਟਿਵ ਸਿਸਟਮ, ਫਿਰ ਉਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ, ਉਹਦਾ ਐਪੀਟਾਈਟ ਵੱਧ ਜਾਂਦਾ, ਫਿਰ ਉਹਨੂੰ ਰੋਟੀ ਚੰਗੀ ਲੱਗਣ ਲੱਗ ਜਾਂਦੀ ਹੈ, ਜੋ ਵੀ ਉਹਦਾ ਫੂਡ ਹੈਗਾ ਉਹਨੂੰ ਚੰਗਾ ਲੱਗਣ ਲੱਗ ਜਾਂਦਾ, ਜਿਹਦੇ ਕਰਕੇ ਫਿਰ ਉਹ ਹੋਰ ਮੰਗਦਾ। ਇਹ ਸਾਨੂੰ ਜਦੋਂ ਫਿਰ ਭੁੱਖ ਲੱਗੇਗੀ ਨਾ, ਚਲੋ ਕਹਿੰਦੇ ਗੁਰਮੁਖ ਪਿਆਰੇ ਕਹਿੰਦੇ ਜਦੋਂ ਤੁਸੀਂ ਇੱਕ ਵਾਰੀ ਕਿਹਾ ਨਾ ਵਾਹਿਗੁਰੂ ਅਤੇ ਦੂਜੀ ਵਾਰ ਤਾਂ ਕਹਿਣ ਨੂੰ ਤੁਹਾਡਾ ਜੀਅ ਕਰ ਆਇਆ, ਦੈਟ ਮੀਨਸ ਕਿ ਇਟਸ ਵਰਕਿੰਗ। ਹੋਰ ਕੀ ਚਾਹੀਦਾ ਆਪਾਂ ਨੂੰ। ਹੁਣ ਉਹੀ ਸਮਾਂ ਜਿਹੜਾ ਆਪਾਂ ਕੁਛ ਇੱਧਰ ਉੱਧਰ ਖਰਾਬ ਕਰ ਰਹੇ ਹਾਂ, ਉਹ ਸਮਾਂ ਆਪਾਂ ਆਪਣੇ ਆਪ ਨੂੰ ਦੇਈਏ, ਆਪਾਂ ਬੈਠੀਏ, ਜੁੜੀਏ, ਪਰਮੇਸ਼ਰ ਦਾ ਨਾਮ ਜਪੀਏ। ਥੋੜ੍ਹੇ ਤੋਂ ਸਮੇਂ ਤੋਂ ਸ਼ੁਰੂ ਕਰੀਏ, ਜਿੰਨਾ ਜਿੰਨਾ ਭੁੱਖ ਲੱਗੀ ਜਾਏਗੀ ਸਮਾਂ ਵਧੀ ਜਾਏਗਾ। ਪਰ ਉਹਨੂੰ ਇੱਕ ਕੁਆਲਿਟੀ ਟਾਈਮ ਦੇਈਏ ਆਪਾਂ ਆਪਣੇ ਆਪ ਨੂੰ। ਇਹ ਜਦੋਂ ਆਪਣੇ ਆਪ ਨਾਲ ਬੈਠਾਂਗੇ ਅਸੀਂ, ਤਾਂ ਇਹ ਡਿਵਾਈਨ ਹੀ ਸਾਡੇ ਅੰਦਰ ਪ੍ਰਗਟ ਹੋ ਰਿਹਾ। ਠੀਕ ਹੈ ਜੀ। ਇਹ ਆਪਾਂ ਜੇ ਤੁਸੀਂ ਇੱਕ ਚੀਜ਼ ਵੀ ਇੱਥੋਂ ਲੈ ਜਾਓਗੇ ਨਾ, ਕਿ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦੋਗੇ, ਬਹੁਤ ਜ਼ਿਆਦਾ ਲੋੜ ਹੈਗੀ ਹੈ ਅੱਜ ਦੇ ਟਾਈਮ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ। ਤਾਂ ਇਹ ਸਾਰੇ ਉਪਰਾਲੇ ਕੀਤੇ ਜਿਹੜੇ ਗੁਰਮੁਖ ਪਿਆਰੇ ਕਰ ਰਹੇ ਨੇ, ਇਹ ਸਫਲੇ ਹੋਣਗੇ ਜਦੋਂ ਅਸੀਂ ਪਰਮੇਸ਼ਰ ਨਾਲ ਜੁੜਨ ਲੱਗ ਜਾਵਾਂਗੇ। ਸਿਰਫ ਕਹਿਣ ਦੀ ਗੱਲ ਨਹੀਂ ਹੈ, ਕਰਕੇ ਦੇਖਣਾ ਪਏਗਾ। ਯੂ ਹੈਵ ਟੂ ਐਕਸਪੀਰੀਅੰਸ ਇਟ ਟੂ ਫੀਲ ਇਟ। ਠੀਕ ਹੈ ਜੀ। ਇਹਦੇ 'ਚ ਜੇ ਕੋਈ ਗੱਲਬਾਤ ਕਰਦੇ, ਤੁਹਾਨੂੰ ਕੁਛ ਲੱਗਿਆ ਕਿ ਇਟਸ ਨਾਟ ਮੇਕਿੰਗ ਸੈਂਸ, ਫੀਲ ਫਰੀ ਟੂ ਸੈਂਡ ਦ ਕੁਐਸਚਨ। ਜਿਹੜੇ ਸੇਵਾਦਾਰ ਨੇ ਤਾਂ ਉਹ ਮੇਰੇ ਤੱਕ ਪਾਸ ਕਰ ਦੇਣਗੇ। ਤਾਂ ਥੋੜ੍ਹਾ ਜਿਹੜਾ ਸਾਡੇ ਕੋਲ ਸਮਾਂ ਬਚਿਆ, ਮੇਰਾ ਖਿਆਲ ਮੈਂ 10 ਮਿੰਟ ਆਪਣੇ ਕੋਲ ਬਚੇ ਨੇ, ਤਾਂ ਇਹ ਸਮੇਂ ਦੇ ਵਿੱਚ ਜਿਹੜੇ ਕੁਛ ਤੁਹਾਡੇ ਸਵਾਲ ਆਏ ਸੀਗੇ, ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਕੁ 10 ਮਿੰਟਸ ਦੇ ਵਿੱਚ ਕਵਰ ਹੋ ਗਏ। ਹਾਂਜੀ, ਪਹਿਲਾ ਸਵਾਲ ਸੀਗਾ ਹਾਊ ਸ਼ੁੱਡ ਅ ਸਿੱਖ ਪਲਾਨ ਹਿਜ਼ ਕੈਰੀਅਰ, ਕਿ ਆਪਣਾ ਜਿਹੜਾ ਇੱਕ ਸਿੱਖ ਹੈਗਾ, ਉਹ ਆਪਣਾ ਗੁਰਸਿੱਖ ਨੇ, ਉਹ ਆਪਣੇ ਕਿਵੇਂ ਹੌਲੀ ਹੌਲੀ ਆਪਣਾ ਜਿਹੜਾ ਜੋਬ ਪਲਾਨ ਕਰਨਾ ਉਹਨਾਂ ਨੇ,
ਤੇ ਉਹਨਾਂ ਨੇ ਨਾਲ ਇਹ ਵੀ ਸਵਾਲ ਕੀਤਾ ਹੈ ਕਿ ਕੀ ਅਸੀਂ ਹਾਰਡ ਵਰਕ ਕਰਨਾ ਸ਼ੁਰੂ ਕਰ ਦਈਏ ਤੇ ਆਪਣੀ ਜੀਵਨ ਨੂੰ ਮਤਲਬ ਕਿ ਆਪਣਾ ਭਗਤੀ ਨੂੰ ਸਪਿਰਿਚੁਅਲ ਜੀਵਨ ਨੂੰ ਇਗਨੋਰ ਕਰ ਦਈਏ ਔਰ ਜਸਟ ਅਸੀਂ ਆਪਣੇ ਜੀਵਨ ਤੇ ਸਪਿਰਿਚੁਅਲਿਟੀ ਤੇ ਫੋਕਸ ਕਰੀਏ ਤੇ ਬਾਕੀ ਸਾਰਾ ਕੁਝ ਆਪਣੇ ਭਾਗਾਂ ਤੇ ਛੱਡ ਦਈਏ। ਸ਼ੈਲ ਵੀ ਲੀਵ ਐਵਰੀਥਿੰਗ ਇਨ ਦ ਭਾਗ। ਸੋ ਤੁਹਾਨੂੰ ਪਤਾ ਤੁਹਾਡੇ ਲਈ ਕੀ ਠੀਕ ਹੈਗਾ ਕਿਉਂਕਿ ਤੁਹਾਡੇ ਜੀਵਨ ਦਾ ਤੁਹਾਨੂੰ ਪਤਾ ਹੈਗਾ, ਪਰ ਜਨਰਲਾਈਜ਼ਿੰਗ ਮੈਂ ਇਹ ਸੋਚ ਰਹੀ ਸੀ ਕਿ ਵਾਟ ਇਫ ਯੂ ਡਿਡ ਤੁਹਾਡੇ ਕੁਐਸਚਨ ਤੇ ਕਿ ਜੇ ਅਸੀਂ ਸਾਰਾ ਕੁਝ ਸਪਿਰਿਚੁਅਲ ਜੀਵਨ ਤੇ ਸਿਰਫ ਫੋਕਸ ਕਰੀਏ ਤੇ ਸਾਰਾ ਕੁਝ ਬਾਕੀ ਭਾਗਾਂ ਤੇ ਛੱਡ ਦਈਏ। ਵਾਟ ਇਫ ਯੂ ਡਿਡ ਦੈਟ ਵੁੱਡ ਯੂ ਦੈਨ ਨਾਟ ਸਟੱਡੀ? ਤੁਸੀਂ ਪੜ੍ਹੋਗੇ ਨਹੀਂ, ਆਪਣੀ ਜੌਬ ਦੇਖੋਗੇ ਨਹੀਂ, ਇੰਟਰਵਿਊ 'ਤੇ ਜਾਓਗੇ ਨਹੀਂ, ਮਿਹਨਤ ਨਹੀਂ ਕਰੋਗੇ, ਕੋਈ ਐਫਰਟ ਨਹੀਂ ਕਰੋਗੇ। ਇਹ ਕਰ ਸਕਦੇ ਹਾਂ ਆਪਾਂ ਪ੍ਰੈਕਟੀਕਲੀ, ਇਹ ਪੋਸੀਬਲ ਹੈ। ਤਾਂ ਫਿਰ ਜਦੋਂ ਸਾਨੂੰ ਭੁੱਖ ਲੱਗੇਗੀ, ਪ੍ਰਸ਼ਾਦਾ ਪਾਣੀ ਹੈ ਜਾਂ ਅਸੀਂ ਕਿਸੇ ਨਾਲ ਵੀ ਕੁਝ ਵੰਡਣਾ ਹੈ ਜਾਂ ਕਿਸੇ ਦੀ ਵੀ ਫਾਈਨੈਂਸ਼ੀਅਲੀ ਆਪਾਂ ਹੈਲਪ ਕਰਨੀ ਹੈ, ਤਾਂ ਕੀ ਅਸੀਂ ਉਸ ਸਿਚੁਏਸ਼ਨ 'ਚ ਹੋਵਾਂਗੇ ਕਿ ਕਰ ਸਕਦੇ ਹਾਂ ਕਿ ਜਾਂ ਸਾਡੇ ਕੋਲ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਹਾਥ ਪਾਓ ਪਰ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਮੇਰਾ ਜਿਹੜਾ ਚਿੱਤ ਦਾ ਜਿਹੜਾ ਕੰਮ ਹੈਗਾ ਨਾ, ਇੱਥੇ ਸਾਰੀ ਮਨ ਦੀ ਗੱਲ ਹੋ ਰਹੀ ਹੈ, ਸਾਡੇ ਹਿਰਦੇ ਦੀ ਗੱਲ ਹੋ ਰਹੀ ਹੈ। ਇਜ਼ ਦੇयर ਸਮ ਸੋਰਟ ਆਫ ਬੈਲੈਂਸ ਦੈਟ ਵੀ ਕੈਨ ਮੇਕ? ਸਭ ਤੋਂ ਜ਼ਰੂਰੀ ਗੱਲ, ਅਸੀਂ ਕਦੀ ਵੀ ਆਪਣੇ ਮਨ 'ਚ ਇਹ ਨਹੀਂ ਲਿਆਉਣਾ ਕਿ ਅਸੀਂ ਆਪਣੇ ਗੁਰਸਿੱਖ ਜੀਵਨ ਨੂੰ ਕੰਪਰੋਮਾਈਜ਼ ਕਰ ਦੇਣਾ ਫॉर द ਸੇਕ ਆਫ ਅ ਜੌਬ। ਜਿਹੜੇ ਜੌਬਸ ਕਹਿ ਲਓ ਜਾਂ ਕੋਈ ਵੀ ਕਿਰਤ ਕਹਿ ਲਓ, ਇੱਕ ਨਹੀਂ ਤਾਂ ਦੂਸਰੀ ਮਿਲ ਜਾਏਗੀ, ਤੁਹਾਡੇ ਕਦਮਾਂ 'ਚ ਕਈ ਆ ਜਾਣਗੀਆਂ ਜੇ ਤੁਸੀਂ ਆਪਣੀ ਡਿਸਿਪਲਿਨ 'ਚ ਪੂਰੇ ਡਿਟਰਮੀਨੇਸ਼ਨ ਦੇ ਨਾਲ ਪਹਿਰਾ ਦੇ ਰਹੇ ਹੋ। ਜਿਹੜਾ ਵੀ ਤੁਹਾਡਾ ਡਿਸਿਪਲਿਨ ਹੈ, ਤੁਸੀਂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋ, ਪਰਮੇਸ਼ਰ ਤੁਹਾਡਾ ਖਿਆਲ ਨਹੀਂ ਰੱਖੇਗਾ। ਪਰ ਜੇ ਅਸੀਂ ਇਹ ਕਹਿ ਦੇਣਾ ਕਿ ਮੈਂ ਹੁਣ ਪੜ੍ਹਾਈ ਨਹੀਂ ਕਰਨੀ, ਕਿਉਂਕਿ ਪਿਛਲੀ ਜਨਰੇਸ਼ਨ ਸੀ ਇੱਕ ਜਿੱਥੇ ਅਸੀਂ ਇਹ ਵੀ ਗੱਲ ਸੁਣੀ ਸੀ ਕਿ ਕੁਛ ਬੱਚੇ ਕਹਿੰਦੇ ਕਿ ਸਾਨੂੰ ਹੁਣ ਪੜ੍ਹਨ ਦੀ ਲੋੜ ਨਹੀਂ ਜਾਂ ਜੌਬਸ ਲੱਭਣ ਦੀ ਲੋੜ ਨਹੀਂ ਜਾਂ ਮਿਹਨਤ ਕਰਨ ਦੀ ਲੋੜ ਨਹੀਂ, ਕਿਉਂਕਿ ਅਸੀਂ ਗੁਰਦੁਆਰੇ ਬੈਠੇ ਹਾਂ, ਅਸੀਂ ਕੀਰਤਨ ਕਰ ਲੈਂਦੇ ਹਾਂ, ਅਸੀਂ ਆਪਣਾ ਨਾਮ ਅਭਿਆਸ ਕਰਦੇ ਹਾਂ, ਲੰਗਰ ਛਕ ਲੈਂਦੇ ਹਾਂ, ਐਂਡ ਦੈਟ ਇਜ਼ ਅਵਰ ਲਾਈਫ। ਤਾਂ ਸਾਨੂੰ ਗੁਰਦੁਆਰਾ ਲੰਗਰ ਮਿਲ ਹੀ ਜਾ ਰਿਹਾ। ਤੁਸੀਂ ਸੋਚੋ ਜੇ ਸਾਰੀ ਸਾਡੀ ਸਿੱਖਾਂ ਦੀ ਜਨਰੇਸ਼ਨ ਇਹ ਕਰਨ ਲੱਗ ਜਾਏਗੀ ਤਾਂ ਸਾਡਾ ਫਿਊਚਰ ਕੀ ਹੈਗਾ? ਮੇਰਾ ਖਿਆਲ ਤੁਹਾਨੂੰ ਜਵਾਬ ਆਪ ਹੀ ਪਤਾ ਹੋਏਗਾ। ਸਾਨੂੰ ਕਿਹੜੇ ਨਾਮ ਨਾਲ ਸੋਸਾਇਟੀ ਦੇ ਵਿੱਚ ਦੇਖਿਆ ਜਾਏਗਾ, ਕਿਵੇਂ ਸਾਡੇ ਤੇ ਇਮੇਜ ਕਿੱਦਾਂ ਦੀ ਹੋਏਗੀ? ਕਿ ਇਹ ਨਹੀਂ ਹੋ ਸਕਦਾ ਕਿ ਅਸੀਂ ਆਪਣੀ ਜੀਵਨ ਨੂੰ ਵੀ ਇੱਕ, ਮੈਂ ਬੈਲੈਂਸ ਤਾਂ ਨਹੀਂ ਕਹਾਂਗੀ ਕਿਉਂਕਿ ਹਰ ਇੱਕ ਦੀ ਲਾਈਫ ਆਪਣੀ ਆਪਣੀ ਹੁੰਦੀ ਹੈ, ਕਿਵੇਂ ਬੈਲੈਂਸ ਬਣਾਉਣਾ, ਕਿਸੇ ਲਈ ਉਹ ਬੈਲੈਂਸ ਹੈ, ਕਿਸੇ ਲਈ ਇੰਬੈਲੈਂਸ ਹੈ, ਕਿ ਅਸੀਂ ਆਪਣੇ ਜਿਹੜੇ ਟਾਈਮ ਜਿਨ੍ਹਾਂ 'ਤੇ ਅਸੀਂ ਵੇਸਟ ਕਰ ਰਹੇ ਹਾਂ ਉਹ ਚੀਜ਼ਾਂ ਨੂੰ ਖ਼ਤਮ ਕਰਕੇ ਉਹ ਸਾਰਾ ਟਾਈਮ ਅਸੀਂ ਆਪਣੇ ਜੀਵਨ 'ਤੇ ਲਾ ਦਈਏ, ਆਪਣੀ ਆਤਮਿਕ ਜੀਵਨ ਦੇ ਉੱਤੇ। ਪਰ ਇਹਦੇ ਨਾਲ ਕਦੀ ਵੀ ਕੰਪਰੋਮਾਈਜ਼ ਨਹੀਂ ਕਰਨਾ ਕਿ ਸਾਨੂੰ ਕੋਈ ਆ ਕੇ ਰੋਟੀ ਖਵਾਏ ਜਾਂ ਸਾਨੂੰ ਕਿਸੇ ਕੋਲੋਂ ਮੰਗ ਕੇ ਖਾਣੀ ਪਏ, ਬਜਾਏ ਕਿ ਹੁਣ ਤੁਸੀਂ ਦੇਖ ਹੀ ਰਹੇ ਹੋ ਦੁਨੀਆ 'ਚ ਕੀ ਹੋ ਰਿਹਾ। ਸਿੱਖਾਂ ਦਾ ਪੂਰੀ ਚੜ੍ਹਦੀ ਕਲਾ 'ਚ ਨਾਮ ਚੱਲ ਰਿਹਾ। ਕਿਉਂ? ਕਿਉਂਕਿ ਉਹ ਆਪ ਰੱਜਦੇ ਪੁੱਜਦੇ ਨੇ, ਉਹ ਕਿਸੇ ਗੁਰੂ ਦੀਆਂ ਦਿੱਤੀਆਂ ਦਾਤਾਂ 'ਚੋਂ ਆਪ ਕਿਸੇ ਨੂੰ ਜਾ ਕੇ ਜਿਹੜਾ ਕਿ ਇਸ ਵੇਲੇ ਪੂਰਾ ਲੋੜਵੰਦ ਹੈ ਉਹਨੂੰ ਜਾ ਕੇ ਸ਼ੇਅਰ ਕਰ ਸਕਦੇ ਨੇ। ਅਤੇ ਜੇ ਉਹ ਆਪ ਹੀ ਬੈਠੇ ਹੁੰਦੇ ਕਿ ਸਾਨੂੰ ਕੋਈ ਆ ਕੇ ਦੇਵੇ ਤਾਂ ਫਿਰ ਅਸੀਂ ਸੁਸਾਇਟੀ 'ਤੇ ਇੱਕ ਬਰਡਨ ਹੋ ਜਾਣਾ ਸੀਗਾ। ਸਿੱਖ ਕਦੀ ਵੀ ਬਰਡਨ ਨਹੀਂ ਹੈ, ਨਾ ਕਦੀ ਹੋਇਆ ਨਾ ਕਦੀ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਪਣਾ ਸਪਿਰਿਚੁਅਲ ਜੀਵਨ 'ਤੇ ਕੰਪਰੋਮਾਈਜ਼ ਕਰਨਾ ਪਏਗਾ ਤਾਂ ਕਿ ਅਸੀਂ ਆਪਣੀ ਜੌਬਸ 'ਚ ਪੂਰੇ ਹੋ ਸਕੀਏ। ਇਹਦਾ ਕੋਈ ਝਗੜਾ ਨਹੀਂ ਹੈਗਾ। ਉਹ ਜੌਬ ਕਰ ਲਓ ਜਿਹੜੀ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਬੈਟਰ ਬੈਲੈਂਸ ਦੇ ਰਹੀ ਹੈ। ਜੇ ਤੁਹਾਡੇ ਮਾਈਂਡ 'ਚ ਕੋਈ ਕਨਫਲਿਕਟ ਹੈਗਾ, ਉਹਨੂੰ ਡਿਸਿਪਲਿਨ ਰੱਖਣਾ ਪਏਗਾ, ਇੱਕ ਰੂਟੀਨ 'ਚ ਤਾਂ ਜ਼ਰੂਰ ਆਉਣਾ ਪਏਗਾ। ਆਪਾਂ ਨੂੰ ਦੇਖਣਾ ਪਏਗਾ ਕਿ ਆਪਾਂ ਕਿਹੜੀ ਚੀਜ਼ ਕੰਪਰੋਮਾਈਜ਼ ਕਰ ਸਕਦੇ ਹਾਂ। ਮਾਫ਼ ਕਰਨਾ, ਸਾਡਾ ਸਭ ਤੋਂ ਪਹਿਲਾਂ ਧਿਆਨ ਜਾਂਦਾ ਹੈ ਕਿ ਅਸੀਂ ਚਲੋ ਨਿਤਨੇਮ ਕੰਪਰੋਮਾਈਜ਼ ਕਰ ਦਿੰਦੇ ਹਾਂ, ਬਾਕੀ ਸਾਰੀਆਂ ਚੀਜ਼ਾਂ ਅਸੀਂ ਕਿਸੇ ਦੇ ਕੋਈ ਪਾਰਟੀ ਉੱਥੇ ਜਾਣਾ ਕੰਪਰੋਮਾਈਜ਼ ਨਹੀਂ ਕਰਦੇ ਜਾਂ ਹੋਰ ਕਿਸੇ ਨੂੰ ਮਿਲਣਾ ਗਿਲਣਾ ਕੰਪਰੋਮਾਈਜ਼ ਨਹੀਂ ਕਰਦੇ। ਉਹ ਸਮਾਂ ਨਹੀਂ ਅਸੀਂ ਬਚਾਉਂਦੇ। ਸਭ ਤੋਂ ਪਹਿਲਾਂ ਅਸੀਂ ਇੱਥੇ ਧਿਆਨ ਦਿੰਦੇ ਹਾਂ ਕਿ ਅਸੀਂ ਆਪਣੇ ਜੀਵਨ 'ਚੋਂ ਉਹ ਚੀਜ਼, ਮੇਰੇ ਕੋਲ ਟਾਈਮ ਨਹੀਂ ਸੀ ਅੱਜ ਇਸ ਕਰਕੇ ਮੈਂ ਨਿਤਨੇਮ ਨਹੀਂ ਕੀਤਾ। ਐਵੇਂ ਤਾਂ ਕੋਈ ਸਿਸਟਮ ਨਹੀਂ ਹੈਗਾ। ਟਾਈਮ ਇਜ਼ ਆਲਵੇਜ਼ ਦੇਅਰ, ਪਰ ਅਸੀਂ ਉਹਨੂੰ ਮੈਨੇਜ ਕਿਵੇਂ ਕਰਦੇ ਹਾਂ ਇਹ ਸਵਾਲ ਹੈਗਾ। ਇਸ ਕਰਕੇ ਐਵੇਂ ਹੀ ਪਲਾਨ ਕਰਨਾ ਅਸੀਂ ਕਿ ਗੁਰੂ ਨੂੰ ਮੁੱਖ ਰੱਖ ਕੇ, ਗੁਰੂ ਮੇਰੇ ਆਗੂ ਨੇ ਅਤੇ ਬਾਕੀ ਸਾਰੀਆਂ ਜੌਬਸ ਸਾਰਾ ਕੁਛ ਉਹ ਨਾਲ ਦੀ ਨਾਲ ਹੈ। ਮੈਂ ਹੁਣ ਤੁਹਾਨੂੰ ਕਿਵੇਂ ਦੱਸਾਂ ਕਿ ਸਾਰਾ ਕੁਝ ਤੁਹਾਡੇ ਸਾਹਮਣੇ ਆਪੇ ਹੀ ਕਲੀਅਰ ਹੋ ਜਾਣਾ ਸਮੇਂ ਨਾਲ। ਥੋੜ੍ਹੀ ਪੇਸ਼ੈਂਸ, ਵਿਸ਼ਵਾਸ, ਟਰਸਟ, ਫੇਥ ਰੱਖੀਏ ਗੁਰੂ ਦੇ ਨਾਲ ਜੁੜੇ ਰਹੀਏ, ਆਪਣਾ ਡਿਸਿਪਲਿਨ ਪੂਰਾ ਰੱਖੀਏ।
ਆਪਣਾ ਨੇਮ ਪੂਰਾ ਰੱਖੀਏ, ਸਮੇਂ ਦੇ ਨਾਲ ਸਾਰਾ ਕੁਝ ਕਲੀਅਰ ਹੋ ਜਾਣਾ। ਪਰ ਆਪਣੀ ਹਾਰਡ ਵਰਕ ਕਰਨਾ ਨਹੀਂ ਛੱਡਣਾ। ਇੱਕ ਸਿੱਖ ਮਿਹਨਤੀ ਹੈਗਾ। ਤੁਸੀਂ ਹਿਸਟਰੀ 'ਚ ਜਾ ਕੇ ਦੇਖੋ, ਗੁਰੂ ਸਾਹਿਬ ਨੇ ਆਪ ਮਿਹਨਤ ਕੀਤੀ ਹੈ, ਹੱਥੀਂ ਕਿਰਤ ਕੀਤੀ ਹੈਗੀ ਹੈ। ਉਸ ਚੀਜ਼ ਨੂੰ ਅਸੀਂ ਨਾਲ ਦੀ ਨਾਲ ਲੈ ਕੇ ਚੱਲਣਾ, ਪੂਰਾ ਆਪਣਾ ਐਫਰਟਸ ਪਾਣੇ ਤਾਂ ਰਿਜ਼ਲਟ ਗੁਰੂ ਮਹਾਰਾਜ ਦੇ ਹੱਥ ਵਿੱਚ ਛੱਡ ਦੇਣੇ। ਇਹਦੇ ਨਾਲ ਹੀ ਇੱਕ ਰਿਲੇਟਡ ਸਵਾਲ ਸੀਗਾ ਦੇਖ ਰਹੀ ਹਾਂ ਕਿ ਵੀ ਕਿਰਤ ਦਾ ਕਹਿੰਦੇ ਕੀ ਮਤਲਬ ਹੈਗਾ, ਵੀ ਇਹ ਵੀ ਕਿਹਾ ਜਾਂਦਾ ਵੀ ਨਾਮ ਦੀ ਕਿਰਤ ਹੀ ਕਰੋ, ਨਾਮ ਨੂੰ ਹੀ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਲਾਗੂ ਕਰ ਲਓ। ਵੀ ਪੈਸੇ ਕਮਾਉਣ ਦੀ ਕੀ ਲੋੜ ਹੈਗੀ ਹੈ ਜਦੋਂ ਇੱਥੇ ਹੀ ਰਹਿ ਜਾਣਾ ਸਾਰਾ ਕੁਝ। ਵੀ ਸੁਖਮਨੀ ਸਾਹਿਬ 'ਚ ਵੀ ਲਿਖਿਆ, ਇਹਨਾਂ ਨੇ ਕਾਫੀ ਪ੍ਰਮਾਣ ਦਿੱਤੇ ਨੇ ਆਪਣੇ ਸਵਾਲ ਦੇ ਵਿੱਚ। ਉਹ ਸਵਾਲ ਬੜਾ ਅੱਛਾ ਵੀ ਹੈਗਾ। ਤਾਂ ਸਾਰੇ ਕਿਉਂ ਕਹਿੰਦੇ ਨੇ, ਕਹਿੰਦੇ ਵੀ ਕਿਰਤ ਕਰੋ। ਸਾਰੇ ਇਹ ਇੱਥੇ ਬੜਾ ਨਾਲ ਹੀ ਢੁੱਕਦਾ ਇਹਦੇ ਨਾਲ ਕਿ ਅੱਛਾ ਤੁਸੀਂ ਕਿਰਤ ਨਾ ਕਰੋ, ਤੁਸੀਂ ਸਮਾਧੀ 'ਚ ਬੈਠ ਸਕਦੇ ਹੋ 24 ਘੰਟੇ, ਕੋਈ ਬੈਠ ਵੀ ਸਕਦੇ ਨੇ ਬਿਲਕੁਲ। ਜਦੋਂ ਤੁਹਾਡੀ ਇਹ ਅਵਸਥਾ ਬੈਠ ਸਕਦੇ ਹੋ ਤਾਂ ਤੁਹਾਡੀ ਉਹ ਕਿਰਤ ਬਣ ਜਾਵੇਗੀ, ਕਿਉਂਕਿ ਤੁਸੀਂ ਉਹ ਕਿਰਤ ਦੇ ਵਿੱਚੋਂ ਬੜਿਆ ਜਾਣਿਆਂ ਨੂੰ ਵੰਡ ਕੇ ਛਕਾ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਆਪ ਕਮਾਈ ਹੋ ਗਈ ਨਾ। ਤਾਂ ਉਹ ਉੱਥੇ ਉਸ ਲੈਵਲ 'ਤੇ ਜਾ ਕੇ ਇਹ ਗੱਲ ਬਿਲਕੁਲ ਠੀਕ ਹੈਗੀ ਆ। ਇਹਦਾ ਦੂਸਰਾ ਪਹਿਲੂ ਇਹ ਹੈਗਾ ਕਿ ਕਿਰਤ ਕਰਨਾ, ਪਰ ਕਿਰਤ ਵਿੱਚ ਫਸਣਾ ਨਹੀਂ ਤਾਂ ਕਿ ਸਾਰਾ ਕੁਝ ਬਾਕੀ ਆਲਾ ਦੁਆਲਾ ਭੁੱਲ ਜਾਵੇ। ਕੁਛ ਇਸ ਤਰ੍ਹਾਂ ਦੇ ਇਨਸਾਨ ਵੀ ਅਸੀਂ ਦੇਖਿਆ, ਸਿਰਫ ਬਿਜ਼ਨਸ ਸੌਂਦੇ ਜਾਗਦੇ ਬਿਜ਼ਨਸ ਜਾਂ ਜੌਬ, ਪਰਿਵਾਰ ਨੂੰ ਵੀ ਭੁੱਲ ਗਏ, ਸੰਸਾਰ ਨੂੰ ਵੀ। ਉਹ ਸਿਰਫ ਨੂੰ ਨਹੀਂ ਭੁੱਲਦੇ, ਆਤਮਿਕ ਜੀਵਨ ਨੂੰ, ਆਪਣੇ ਪਰਿਵਾਰ ਨੂੰ, ਸੰਸਾਰ ਨੂੰ, ਸਾਰਾ ਕੁਝ ਹੀ ਭੁੱਲ ਜਾਂਦੇ ਨੇ। ਸਿਰਫ ਇਹ ਦਿਖਦਾ ਵੀ ਮੈਂ ਬਸ ਇਹਦੇ 'ਚ ਪ੍ਰੋਗਰੈਸ ਕਰਨੀ, ਇੱਕ ਚੀਜ਼ ਹੋ ਜਾਂਦੀ, ਇੱਕ ਨੈਰੋ ਵਿਜ਼ਨ, ਹੋਰ ਕੁਛ ਨਹੀਂ ਹੈਗਾ। ਉਹਨਾਂ ਨੂੰ ਇੱਦਾਂ ਲੱਗਦਾ ਇਸ ਤੋਂ ਇਲਾਵਾ ਮੇਰੀ ਦੁਨੀਆ ਹੈ ਹੀ ਨਹੀਂ ਹੈਗੀ। ਫਿਰ ਕਿਤੇ ਕੋਈ ਧੱਕਾ ਲੱਗਦਾ, ਫਿਰ ਯਾਦ ਆਉਂਦੀ ਹੈ ਕਿ ਨਹੀਂ, ਇਹ ਤਾਂ ਸਿਰਫ ਇੱਕ ਪਹਿਲੂ ਹੈਗਾ। ਹੁਣ COVID-19 ਨੇ ਸਾਨੂੰ ਸਾਰਿਆਂ ਨੂੰ ਇੱਕ ਰਿਮਾਈਂਡਰ ਦਿੱਤਾ ਹੈ ਕਿ ਲਾਈਫ ਕੁਡ ਬੀ ਲਿਵਡ ਇਨ ਅ ਡਿਫਰੈਂਟ ਵੇ ਐਜ਼ ਵੈਲ, ਕਿ ਲਾਈਫ ਜੀ ਜਾ ਸਕਦੀ ਹੈ ਡਿਫਰੈਂਟ। ਜ਼ਰੂਰੀ ਨਹੀਂ ਕਿ ਮੈਂ 10 ਘੰਟੇ ਹੀ ਕੰਮ 'ਤੇ ਲਾਣੇ ਨੇ, ਉਹਦੇ 'ਚੋਂ ਮੈਂ 6 ਵੀ ਲਾ ਸਕਦਾ, 8 ਵੀ ਲਾ ਸਕਦਾ, ਤਾਂ ਵੀ ਮੈਨੂੰ ਰੋਟੀ ਮਿਲ ਸਕਦੀ ਹੈ। ਤੁਸੀਂ ਉਹਨਾਂ ਵੱਲ ਵੀ ਦੇਖੋ ਜਿਹੜੇ ਰੋਜ਼ ਦਿਹਾੜੀ ਕਰਦੇ ਨੇ। ਇਸ ਤਰ੍ਹਾਂ ਦੇ ਵੀ ਗੁਰਸਿੱਖ ਮਿਲੇ ਨੇ ਜਿਹੜੇ ਉਦੋਂ ਹੀ ਕਮਾਉਂਦੇ ਨੇ, ਉਦੋਂ ਹੀ ਖਾਂਦੇ ਨੇ, ਪਰ ਆਪਣੇ ਗੁਰਸਿੱਖੀ ਨੇਮ 'ਚ ਪੂਰੇ ਨੇ, ਉਹਨਾਂ ਨੂੰ ਮਿਲ ਕੀ ਰਿਹਾ। ਹੁਣ ਇਸ ਤਰ੍ਹਾਂ ਦਾ ਇੱਕ ਬਿਜ਼ਨਸਮੈਨ ਹੈ ਜਾਂ ਵੂਮੈਨ ਹੈ ਜਿਹੜੀ ਕਿ ਬਹੁਤ ਕਾਮਯਾਬ ਹੈ, ਪੌਸ਼ ਗੱਡੀਆਂ ਰੱਖੀਆਂ ਨੇ, ਵੱਡੇ ਘਰ ਨੇ, ਵਟਐਵਰ, ਜਿਹਨਾਂ ਨੂੰ ਆਪਾਂ ਹੈਪੀਨੈਸ ਕਹਿੰਦੇ ਹਾਂ, ਪਰ ਉਹ ਖੁਸ਼ ਨਹੀਂ ਹੈਗੇ। ਉਹਨਾਂ ਨੂੰ ਉਹ ਪੀਸ ਨਹੀਂ ਮਿਲਿਆ, ਉਸ ਗ੍ਰੈਟੀਟਿਊਡ 'ਚ, ਸੰਤੋਖ 'ਚ ਨਹੀਂ ਹੈਗੇ। ਕੋਈ ਇੱਦਾਂ ਦਾ ਵੀ ਹੈ, ਉਹ ਅੱਜ ਕਮਾ ਰਿਹਾ, ਅੱਜ ਖਾ ਰਿਹਾ, ਕਿਰਤ ਉਹ ਵੀ ਕਰ ਰਿਹਾ, ਕਿਸੇ ਕੋਲ ਮੰਗ ਨਹੀਂ ਰਿਹਾ, ਪਰ ਉਹਦੇ ਅੰਦਰ ਇੱਕ ਤਸੱਲੀ ਹੈ, ਇੱਕ ਸੰਤੋਖ ਹੈ, ਇੱਕ ਖੁਸ਼ੀ ਹੈਗੀ ਆ। ਉਹਦੇ 'ਚ ਅਸੀਂ ਦੇਖਣਾ ਕਿ ਅਸੀਂ ਕਿੰਨਾ ਕੁ ਉਸ ਚੀਜ਼ ਨੂੰ ਸੰਕੋਚ ਲਈਏ ਵੀ ਸਾਡਾ ਜੀਵਨ ਵੀ ਚੱਲਦਾ ਰਹੇ ਅਤੇ ਨਾਲ ਸਿਮਰਨ ਦਾ ਪਹਿਲੂ ਅਤੇ ਪਹਿਲੂ ਵੀ ਪੂਰਾ ਚੜ੍ਹਦੀ ਕਲਾ 'ਚ ਰਵੇ। ਇਹ ਸਾਨੂੰ ਪਤਾ ਲੱਗ ਜਾਏਗਾ ਕਿ ਹਾਂ ਠੀਕ ਹੈ, ਅਸੀਂ ਜਿੰਨਾ ਫਸਾਂਗੇ ਅਸੀਂ ਉਹਦੇ ਵਿੱਚ ਕਿ ਹੋਰ ਪੈਸੇ ਆ ਜਾਣ, ਵੀ ਮੇਰਾ ਬੈਂਕ ਭਰ ਜਾਵੇ, ਹੈ ਨਾ। ਇਹ ਹੁਣ ਅਸੀਂ ਦੇਖ ਹੀ ਲਿਆ ਕਿ ਇੱਕ ਚੁਟਕੀ ਦਾ ਕੰਮ ਹੈ, ਹੁਣ ਸਵਾਸ ਨਹੀਂ ਤਾਂ ਕਿੱਥੇ ਰਹਿ ਜਾਣਾ ਬੈਂਕ। ਪਰ ਇੰਨਾ ਕੁ ਜ਼ਰੂਰ ਹੋਏ ਅਸੀਂ ਮਿਹਨਤ ਨਾਲ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਕਿ ਜੇ ਵੰਡਣ ਦੀ ਲੋੜ ਪਏ ਵੰਡ ਵੀ ਸਕੀਏ, ਔਰ ਵੰਡਣ ਜੋ ਕੋਈ ਹੋਇਆ, ਕਹਿੰਦੇ ਵੀ ਗਿਵਿੰਗ ਇਜ਼ ਲਿਵਿੰਗ, ਬਜਾਏ ਕਿ ਅਸੀਂ ਸਿਰਫ ਪਰਮੇਸ਼ਰ ਅੱਗੇ ਹੱਥ ਅੱਡੀਏ, ਹੋਰ ਕਿਸੇ ਅੱਗੇ ਸਾਨੂੰ ਹੱਥ ਨਾ ਅੱਡਣੇ ਪੈਣ, ਹੈ ਨਾ। ਪਰ ਜਿਹੜੀ ਕਮਾਈ ਨਾਲ ਜਾਣੀ, ਉਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਕਮਾਈ ਜਿਹੜੀ ਨਾਮ ਦੀ ਕਮਾਈ ਹੀ ਨਾਲ ਜਾਣੀ ਹੈ। ਪਰ ਨਾਮ ਦੀ ਕਮਾਈ ਵੀ ਤਾਂ ਹੀ ਹੋ ਸਕਦੀ ਹੈ ਸਾਡੇ ਮਨ 'ਚ ਚਿੰਤਾ ਨਹੀਂ ਲੱਗੀ 24 ਘੰਟੇ ਕਿ ਕੱਲ੍ਹ ਨੂੰ ਮੈਂ ਰੋਟੀ ਕਿੱਥੋਂ ਖਾਣੀ ਹੈ। ਹਾਂ, ਕੋਈ ਉਸ ਤਰ੍ਹਾਂ ਦੀ ਅਵਸਥਾ 'ਤੇ ਬਣ ਜਾਵੇ, ਪਹੁੰਚ ਜਾਵੇ ਕਿ ਹਾਂ ਮੈਨੂੰ ਪਰਮੇਸ਼ਰ ਨੇ ਹੀ ਮੇਰਾ ਰਿਜ਼ਕ ਦੇਣਾ, ਮੇਰੀ ਰੋਟੀ ਦੇਣੀ, ਮੇਰੇ ਪਰਿਵਾਰ ਨੂੰ ਵੀ ਦੇਣੀ ਹੈ, ਔਰ ਇੰਨੀ ਕਮਾਈ ਹੋ ਜਾਵੇ ਕਿ ਅਸੀਂ ਉਹ ਨਾਮ ਦੀ ਕਮਾਈ ਵੰਡਣ ਲੱਗ ਜਾਈਏ ਨਾ। ਪਹਿਲਾਂ ਕਮਾਈ ਹੋਏਗੀ ਤਾਂ ਵੰਡਾਂਗੇ ਨਾ। ਸੋ ਇਸ ਕਰਕੇ ਇਹਦੇ ਨਾਲ ਜਿਹੜਾ ਇਹ ਜਿੰਨਾ ਕੁ ਮਹਾਰਾਜ ਨੇ ਸੋਝੀ ਦਿੱਤੀ ਉਸ ਹਿਸਾਬ ਨਾਲ। ਹਾਂਜੀ, ਇੱਕ ਸਵਾਲ ਸੀ ਕਿ ਸਵਾਲ ਕਾਫੀ ਨੇ, ਮੈਂ ਟਾਈਮ ਦੇ ਦੁਆਰਾ ਸੋ ਬਹੁਤ ਬਰੀਫਲੀ ਮੈਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਹੈ 2-4 ਮਿੰਟਾਂ ਦੇ ਵਿੱਚ ਫਿਨਿਸ਼ ਕਰਨ ਦੀ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਲੀਅਰ ਕੀਤਾ ਆਪਣੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਆਪਾਂ ਪੜ੍ਹਦੇ ਹਾਂ ਨਾ ਇਹਦੇ ਵਿੱਚ। ਇਹਦੇ 'ਚ ਅੱਗੇ ਆਉਂਦਾ ਵੀ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਹੁਣ 9 ਦੁਆਰਿਆਂ ਦਾ ਸਾਰਿਆਂ ਨੂੰ ਪਤਾ ਹੈ, ਮੈਂ ਬਹੁਤਾ ਡਿਟੇਲ 'ਚ ਨਹੀਂ ਜਾਣਾ। 10ਵਾਂ ਗੁਪਤ ਰਖਾਇਆ,
ਪਰ ਇਟਸ देयर ਟੂ ਐਕਸਪੀਰੀਅੰਸ ਡਿਵਾਈਨ ਹੈ ਨਾ। ਵੈਸੇ ਆਪਾਂ ਓਨੈਸਟਲੀ ਗੱਲ ਕਰੀਏ ਤਾਂ ਇਸ ਸਵਾਲ ਕੋਈ ਉਹੀ ਜਵਾਬ ਦੇ ਸਕਦਾ ਜਿਹਨੇ ਐਕਸਪੀਰੀਅੰਸ ਕੀਤਾ ਹੈ, ਕਿਉਂਕਿ ਮੈਂ ਕਿਤਾਬੀ ਕੁਛ ਪੜ੍ਹ ਕੇ ਤੁਹਾਨੂੰ ਜਵਾਬ ਦੇ ਦੇਵਾਂ ਉਹ ਤਾਂ ਤੁਸੀਂ ਆਪ ਵੀ ਪੜ੍ਹ ਲੈਣਾ। ਸੋ ਕੋਈ ਇਹੋ ਜਿਹਾ ਗੁਰਮੁਖ ਪਿਆਰਾ, those who experience this, it's better for them to answer this question। ਪਰ ਜੇ ਮੈਂ ਬੁੱਕਿਸ਼ ਨੌਲੇਜ 'ਤੇ ਇਹ ਦੱਸ ਦੇਵਾਂ ਕਿ ਯੈਸ ਇਟਸ देयर ਐਂਡ ਟੂ ਐਕਸਪੀਰੀਅੰਸ ਡਿਵਾਈਨ। ਪਰ ਜੇ ਅਸੀਂ 24 ਘੰਟੇ ਇਹਦੇ 'ਤੇ ਫੋਕਸ ਕਰਾਂਗੇ, ਜਿੱਥੇ ਤੱਕ ਮੈਨੂੰ ਇਹ ਲੱਗਦਾ ਵੀ ਉਹਦਾ ਕੋਈ ਬਾਹਲਾ ਲਾਭ ਨਹੀਂ ਹੈਗਾ। ਜੇ ਅਸੀਂ ਰੋਜ਼ ਇਹੀ ਬੈਠ ਕੇ ਸੋਚ ਕੇ ਬੈਠੀਏ ਕਿ ਅੱਜ ਮੇਰਾ ਦਸਮ ਦੁਆਰ ਮੈਨੂੰ ਐਕਸਪੀਰੀਅੰਸ ਹੋਵੇ ਜਾਂ ਐਵੇਂ ਹੋਵੇ, ਉਹ ਪਰਮੇਸ਼ਰ ਦੀ ਮਰਜ਼ੀ ਹੈ। that could be one stop in our journey, but that's not a destination। ਬਹੁਤ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਆਉਂਦੀਆਂ ਨੇ, ਅਨਹਦ ਨਾ ਬਹੁਤ ਗੱਲਾਂ ਦਾ ਆਪਾਂ ਨੂੰ ਸਾਰਿਆਂ ਨੂੰ ਬਾਣੀ ਦੇ ਵਿੱਚ ਹੈ they exist and we discuss about them, we read about them। so rather than focusing on this ਕਿ ਐਵੇਂ ਹੋ ਜਾਵੇ ਮੇਰੇ ਨਾਲ ਜਾਂ ਐਵੇਂ ਹੋ ਜਾਵੇ, ਇਹ ਪਰਮੇਸ਼ਰ 'ਤੇ ਛੱਡਣਾ ਹੈ, ਉਹਦੀਆਂ ਖੇਡਾਂ ਨੇ। ਆਪਾਂ ਤਾਂ ਜਿੰਨਾ ਉਹਨੇ ਮੂਮੈਂਟ ਸਾਨੂੰ ਦਿੱਤਾ ਨਾ, ਉਹ ਹਰ ਇੱਕ ਮੂਮੈਂਟ ਨੂੰ ਐਵੇਂ ਇੰਜੋਏ ਕਰਨਾ ਕਿ ਮੇਰੇ ਮਿਲਾਪ ਦੀ ਘੜੀ। ਜਦੋਂ ਅਸੀਂ ਉਹਨੂੰ ਉਹਦੇ 'ਚ ਪੋਜ਼ੀਟਿਵਿਟੀ ਪਾ ਕੇ ਉਹਨੂੰ ਉਵੇਂ ਹੀ ਇੰਜੋਏ ਕਰਾਂਗੇ ਤਾਂ ਉਹ ਮੈਨੀਫੈਸਟ ਵੀ ਉੱਦਾਂ ਹੀ ਹੋਏਗੀ, ਉਹ ਪ੍ਰਗਟ ਵੀ ਫਿਰ ਉਵੇਂ ਹੀ ਹੋਏਗੀ। ਆਪਾਂ ਬਸ ਉਹਦੇ 'ਚ ਹੰਬਲ ਐਫਰਟ ਪਾਉਣਾ ਕਿ ਉਹਦੀ ਯਾਦ ਦੇ ਵਿੱਚ, ਉਹਦੀ ਪਿਆਰ ਦੇ ਵਿੱਚ ਬਹਿਣਾ। ਬਾਕੀ ਉਹਦੀ ਮਰਜ਼ੀ ਹੈਗੀ ਹੈ ਕਿ ਉਹ ਕਿਵੇਂ ਆਪਣੇ ਐਕਸਪੀਰੀਅੰਸ ਸਾਨੂੰ ਦਿੰਦੇ ਨੇ। ਹਾਂਜੀ, ਅਗਲਾ ਸਵਾਲ ਹੈਗਾ ਕਿ ਈਵਨ ਆਫਟਰ ਡਿਟਰਮੀਨੇਸ਼ਨ ਆਈ ਮਿਸ ਮਾਈ ਅੰਮ੍ਰਿਤ ਵੇਲਾ। ਕਹਿੰਦੇ ਵੀ ਮੈਂ ਬਹੁਤ ਡਿਟਰਮੀਨੇਸ਼ਨ ਰੱਖਦਾ, ਫਿਰ ਵੀ ਮੇਰਾ ਅੰਮ੍ਰਿਤ ਵੇਲਾ ਮੇਰੇ ਕੋਲੋਂ ਖੁੰਝ ਜਾਂਦਾ। ਹਾਂਜੀ, ਇਹ ਸਾਡੇ ਸਾਰਿਆਂ ਨਾਲ ਹੀ ਹੁੰਦਾ। ਮੈਨੂੰ ਇੱਦਾਂ ਲੱਗਦਾ ਕਿ ਡਿਟਰਮੀਨੇਸ਼ਨ ਇਨਫ ਨਹੀਂ ਹੁੰਦੀ, ਨਾਟ ਇਨਫ ਡਿਟਰਮੀਨੇਸ਼ਨ। ਅਗੇਨ ਆਈ ਕੈਨ ਓਨਲੀ ਟਾਕ ਫਰੋਮ ਮਾਈ ਐਕਸਪੀਰੀਅੰਸ ਕਿ ਅਸੀਂ ਪੂਰਾ ਉਹਦੇ 'ਚ ਐ ਡਿਟਰਮਿੰਡ ਹੋਏ ਨਹੀਂ। ਕਿਉਂਕਿ ਜੇ ਪੂਰੀ ਡਿਟਰਮੀਨੇਸ਼ਨ ਹੋਈ, ਅਸੀਂ ਸਕੂਲ ਕਿਉਂ ਨਹੀਂ ਮਿਸ ਕਰਦੇ, ਅਸੀਂ ਕਾਲਜ ਕਿਉਂ ਨਹੀਂ ਮਿਸ ਕਰਦੇ, ਅਸੀਂ ਕੰਮ 'ਤੇ ਜਾਣਾ ਕਿਉਂ ਨਹੀਂ ਮਿਸ ਕਰਦੇ, ਔਰ ਵਾਟ ਐਵਰ ਐਲਸ, ਕਿਸੇ ਦੇ ਵਿਆਹ 'ਤੇ ਜਾਣਾ, ਜੇ ਪੂਰੀ ਡਿਟਰਮੀਨੇਸ਼ਨ ਹੈ। ਜੇ ਪਹਿਲਾਂ ਹੀ ਮਨ 'ਚ ਥੋੜ੍ਹਾ ਜਿਹਾ ਸੋਚ ਲਈਏ ਨਾ ਫਲਾਣੇ ਦਾ ਵਿਆਹ ਹੈ ਪਰ ਮੇਰਾ ਜੀਜਾ ਨਹੀਂ ਕਰਦਾ ਜਾਣ ਨੂੰ, ਜਾਂ ਮੈਂ ਦੇਖਾਂਗਾ ਜਾਣਾ ਕਿ ਨਹੀਂ ਜਾਣਾ, ਤਾਂ ਉਹਦੇ 'ਚ ਕਾਫੀ ਚਾਂਸਿਸ ਨੇ ਮਿਸ ਹੋਣ ਦੇ। ਸੋ ਸ਼ਿਓਰਲੀ ਦੇਰ ਇਜ਼ ਸਮਥਿੰਗ ਮਿਸਿੰਗ ਇਨ ਅਵਰ ਡਿਟਰਮੀਨੇਸ਼ਨ। ਇਹ ਗੁਰੂ ਸਾਹਿਬ ਨੇ ਬਾਰ ਸਾਨੂੰ ਹੁਕਮ ਦਿੱਤਾ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਹੁਤ ਅਸੀਂ ਪੰਕਤੀਆਂ ਪੜ੍ਹਦੇ ਹਾਂ ਕਿ ਅੰਮ੍ਰਿਤ ਵੇਲੇ ਦਾ ਜਿਹੜਾ ਬੀਜਿਆ ਹੈਗਾ ਨਾ ਉਹੀ ਪ੍ਰਫੁੱਲਤ ਹੁੰਦਾ। ਇਹ ਨਹੀਂ ਕਿ ਜੋ ਦਿਨੇ ਆਪਾਂ ਕੀਤਾ ਪ੍ਰਫੁੱਲਤ ਨਹੀਂ ਹੈਗਾ, ਪਰ ਉਹ ਇੱਕ ਸਾਨੂੰ ਟਾਈਮ ਦਿੱਤਾ, ਗੁਰੂ ਮਹਾਰਾਜ ਨੇ ਹੁਕਮ ਵੀ ਕੀਤਾ ਹੈਗਾ ਉਸ ਸਮੇਂ ਦੇ ਵਿੱਚ। ਜਿੱਦਾਂ ਹੁਣ ਅਸੀਂ 40 ਡੇ ਚੈਲੰਜ ਵੀ ਸ਼ੁਰੂ ਕੀਤਾ ਸੀਗਾ ਕਿ 40 ਦਿਨ ਆਪਣੇ ਆਪ ਨਾਲ ਬੰਨ ਲਓ, 40 ਦਿਨ ਮੈਂ ਅੰਮ੍ਰਿਤ ਵੇਲਾ ਮਿਸ ਨਹੀਂ ਕਰਨਾ। 40 ਦਿਨ ਅਸੀਂ ਕੋਈ ਰੂਟੀਨ ਸ਼ੁਰੂ ਕਰਨੀ ਹੋਏ ਨਾ ਤਾਂ ਕਹਿੰਦੇ ਦਿਸ ਇਜ਼ ਅ ਗੁੱਡ ਪ੍ਰੈਕਟਿਸ ਟੂ ਡੂ ਦੈਟ। 40 ਦਿਨ ਜਦੋਂ ਸਾਡੀ ਹੈਬਿਟ, ਇੱਕ ਤਾਂ ਸਾਨੂੰ ਆਪਣੇ ਆਪ ਨੂੰ ਇੱਕ ਨਵਾਂ ਰੂਟੀਨ ਮਿਲੇਗੀ, ਦੇਖਾਂਗੇ ਉਹਦੇ ਨਾਲ ਸਾਡੀ ਲਾਈਫ 'ਚ ਕੀ ਚੇਂਜ ਹੋ ਰਹੀ ਹੈ। ਐਜ਼ ਐਨ ਐਕਸਪੈਰੀਮੈਂਟ ਹੀ ਕਰ ਲਓ, ਐਂਡ ਦੈਨ ਵੰਸ ਯੂ ਹੈਵ ਐਕਸਪੈਰੀਮੈਂਟਡ ਇਟ, ਤੁਹਾਡੇ ਐਕਸਪੀਰੀਅੰਸ ਫਿਰ ਡਿਫਾਈਨ ਕਰਨਗੇ ਕਿ ਅੱਗੇ ਕੀ ਕਰਨਾ। ਸੋ ਮਹਾਰਾਜ ਕਿਰਪਾ, ਕਾਫੀ ਸੰਗਤਾਂ ਨੇ 40 ਡੇ ਚੈਲੰਜ ਸ਼ੁਰੂ ਕੀਤਾ ਹੈਗਾ। ਜੇ ਤੁਸੀਂ ਵੀ ਉਸ ਚੀਜ਼ ਨਾਲ ਜੁਆਇਨ ਕਰਨਾ ਚਾਹੁੰਦੇ ਤਾਂ ਜ਼ਰੂਰ ਕਰੋ। ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਕਿ ਆਹ 40 ਦਿਨ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਮਿਲੇ, ਅੰਮ੍ਰਿਤ ਵੇਲੇ ਦੀ ਸੰਭਾਲ ਮਿਲੇ। ਹਾਂ, ਇੱਕ ਗੱਲ ਹੋਰ, ਜੇ ਉਹਦੇ 'ਚ ਕੋਈ ਤੁਹਾਡਾ ਦਿਨ ਕਿਸੇ ਕਾਰਨ ਕਰਕੇ ਥੋੜ੍ਹਾ ਅੱਗੇ ਪਿੱਛੇ ਹੋ ਜਾਂਦਾ ਤਾਂ ਉੱਥੇ ਹੀ ਕੰਮ ਖਤਮ ਨਹੀਂ ਕਰ ਦੇਣਾ। ਆਪਾਂ ਖਤਮ ਨਹੀਂ ਕਰ ਦਿੰਦੇ ਇੱਕ ਦਿਨ ਸਕੂਲ ਮਿਸ ਹੋ ਜਾਵੇ ਕਿਸੇ ਕਾਰਨ ਕਰਕੇ। ਆਪਾਂ ਸਗੋਂ ਅਗਲੇ ਦਿਨ ਜਾ ਕੇ ਪੁੱਛਦੇ ਹਾਂ ਵੀ ਕੱਲ੍ਹ ਮੈਂ ਕੀ ਮਿਸ ਕੀਤਾ ਸੀ, ਦੂਸਰਿਆਂ ਦੇ ਨੋਟਸ ਲੈਂਦੇ ਹਾਂ, ਦੂਸਰਿਆਂ ਕੋਲੋਂ ਹੈਲਪ ਲੈਂਦੇ ਹਾਂ। ਤਾਂ ਸਾਡੀ ਬਿਰਤੀ ਇੱਦਾਂ ਦੀ ਹੋ ਜਾਵੇ, ਜਦੋਂ ਸਾਨੂੰ ਇਹ ਚੀਜ਼ ਜ਼ਰੂਰੀ ਲੱਗਣ ਲੱਗ ਜਾਏਗੀ ਨਾ, ਵੀ ਲੁੱਕ ਫੋਰਵਰਡ ਟੂ ਇਟ ਕਿ ਮੈਨੂੰ ਇਹ ਤੋਂ ਕੁਛ ਮਿਲ ਰਿਹਾ, ਫਿਰ ਉਹ ਕਹਿੰਦੇ ਵੀ ਸਾਡੀ ਸਾਧਨਾ ਬਣ ਜਾਂਦੀ ਹੈ। ਫਿਰ ਉਹ ਸਾਡੀ ਸਾਧਨਾ ਕਰਕੇ ਫਿਰ ਆਰਾਧਨਾ ਬਣ ਜਾਂਦੀ ਹੈ। ਫਿਰ ਅਸੀਂ ਵੀ ਵੇਟ ਕਰ ਰਹੇ ਹਾਂ ਵੀ ਉਹ ਸਟੇਜ ਆ ਜਾਵੇ ਜਿੱਥੇ ਅਲਾਰਮ ਲਾਉਣ ਦੀ ਵੀ ਲੋੜ ਨਹੀਂ, ਵੀ ਤੁਹਾਨੂੰ ਆਪੇ ਹੀ ਤੁਹਾਡੀ ਬੋਡੀ ਤੁਹਾਨੂੰ ਸਾਰੀ ਰਾਤ ਤੁਸੀਂ ਪਹਿਲਾਂ ਤਾਂ ਅਰਦਾਸ ਕਰਕੇ ਸੌਣਾ, ਟਾਈਮ 'ਤੇ ਸੌਣਾ, ਉਸ ਚਿੰਤਨ ਨੂੰ ਲੈ ਕੇ ਸੌਣਾ ਕਿ ਅੰਮ੍ਰਿਤ ਵੇਲਾ ਹੋਣਾ ਹੈ, ਅੰਮ੍ਰਿਤ ਵੇਲੇ ਦੀ ਮੈਨੂੰ ਸੰਭਾਲ ਮਿਲ ਜਾਵੇ, ਗੁਰੂ ਸਾਹਿਬ ਦੀ ਹਜ਼ੂਰੀ ਮਿਲ ਜਾਵੇ। ਸੋ ਇਸ ਥੋਟ ਨਾਲ ਅਸੀਂ ਸੌਵਾਂਗੇ ਤਾਂ ਉਹੀ ਥੋਟ ਨਾਲ ਉੱਠਾਂਗੇ। ਤਾਂ ਥੋੜ੍ਹਾ ਸ਼ੁਰੂ 'ਚ ਥੋੜ੍ਹਾ ਸਟਰਗਲ ਕਰਨਾ, ਥੋੜ੍ਹਾ ਜਿਹਾ ਕਹਿ ਲਓ ਵੀ ਅਲਾਰਮ ਦੂਰ ਰੱਖ ਦਿਓ, ਕੁਛ ਇੱਦਾਂ ਦੇ ਕਿਸੇ ਨੂੰ ਕਹਿ ਦਿਓ ਵੀ ਤੁਹਾਨੂੰ ਜਗਾ ਦੇਵੇ, ਥੋੜ੍ਹਾ ਇੱਦਾਂ ਦੀਆਂ ਚੀਜ਼ਾਂ ਕਰਕੇ ਜਦੋਂ ਇੱਕ ਰੂਟੀਨ ਬਣ ਜਾਵੇ ਤਾਂ ਪਰ ਡਿਟਰਮੀਨੇਸ਼ਨ ਤੁਹਾਡੀ ਹੋਏਗੀ ਤਾਂ ਹੀ ਕੰਮ ਕਰਨਾ। ਔਰ ਇਹ ਡਿਟਰਮੀਨੇਸ਼ਨ ਨੂੰ ਵੀ ਬੜਾ ਟਾਈਮ ਨਹੀਂ ਲੱਗਦਾ। ਜਦੋਂ ਅਸੀਂ ਇੱਕ ਵਾਰ ਸੋਚ ਲਿਆ ਨਾ ਕਿ ਬਈ ਮੇਰਾ ਸੌਣ ਨਾਲ ਬਹੁਤ ਵੱਡਾ ਨੁਕਸਾਨ ਹੈ, ਕੋਈ ਆਪਣੇ ਨੂੰ ਲਾਲਚ ਦੇ ਲਓ, ਕੋਈ ਵੀ। ਇੱਕ ਪੰਕਤੀ ਆਉਂਦੀ ਹੁੰਦੀ ਹੈ, ਉਹ ਬੜੀ ਹੈਲਪ ਕਰਦੀ ਹੈ, ਮੈਨੂੰ ਵਿਸਰ ਗਈ ਹੈ।
ਵੀ ਕਹਿੰਦੇ ਖੇਮੇ ਛਤਰ ਸਰਾਏ 'ਚ ਇੱਦਾਂ ਇੱਕ ਪੰਕਤੀ ਆਉਂਦੀ ਹੈ ਵੀ ਤੁਸੀਂ ਅੰਮ੍ਰਿਤ ਵੇਲੇ ਕਰਕੇ ਕਮਾਈ ਕਰਕੇ ਦੇਖੋ ਤਾਂ ਸਹੀ, ਸਾਰੀਆਂ ਚੀਜ਼ਾਂ ਤੁਹਾਡੇ ਚਰਨਾਂ 'ਚ ਫਿਰਨਗੀਆਂ। ਛਤਰ ਖੇਮ ਮਤਲਬ ਟਰਾਂਸਪੋਰਟ ਵਹੀਕਲਸ ਵਟਐਵਰ ਯੂ ਵਾਂਟ ਟੂ ਸੇ, ਜੋ ਵੀ ਤੁਹਾਡੇ ਲਈ ਕੰਮ ਕਰਦਾ ਟੂ ਬਿਗਿਨ ਵਿਦ। ਸ਼ੁਰੂ 'ਚ ਐਵੇਂ ਕਰੀਏ, ਜਦੋਂ ਪੂਰੀ ਡਿਟਰਮੀਨੇਸ਼ਨ ਪਾਵਾਂਗੇ ਤਾਂ ਗੁਰੂ ਮਹਾਰਾਜ ਕਿਰਪਾ ਕਰਨਗੇ। ਪਰ ਆਪਾਂ ਉਹਨੂੰ ਬਾਰ-ਬਾਰ ਮੋਟੀਵੇਟ ਕਰੀਏ, ਬਾਰ-ਬਾਰ ਕਿਸੇ ਆਈਦਰ ਥਰੂ ਲਿਸਨਿੰਗ, ਕੋਈ ਵਿਚਾਰ ਦੀ, ਕੋਈ ਸ਼ਬਦ ਦੀ, ਸੈਲਫ ਟਾਕ ਕਰੀਏ। ਜਿੱਦਾਂ ਮੈਂ ਆਪਣੇ ਆਪ ਨੂੰ ਕਹਿੰਦੀ ਹੁੰਦੀ ਹਾਂ ਕਿ ਤੂੰ ਬਹੁਤ ਸਟਰੋਂਗ ਹੈ ਬਈ, ਇਹ ਨੀਂਦ ਤੈਨੂੰ ਵੀਕ ਨਹੀਂ ਕਰ ਸਕਦੀ, ਹੈ ਨਾ। ਫਿਰ ਨੀਂਦ ਵੀਕ ਕਰਦੀ ਹੈ, ਫਿਰ ਆਪਣੇ ਆਪ ਨੂੰ ਕਹੀਦਾ ਕਿ ਯੂ ਆਰ ਸਟਰੋਂਗਰ ਦੈਨ ਦਿਸ ਆਲਸ। ਆਪਣੇ ਆਪ ਨੂੰ ਕਹੀਦਾ ਕਿ ਤੂੰ ਇੱਕ ਨਿੱਕੀ ਜਿਹੀ ਨੀਂਦ ਪਿੱਛੇ ਹਾਰੀ ਜਾਂਦੀ ਹੈ। ਇਹ ਮਾਇਆ ਦੇ ਰੂਪ 'ਚ ਆ ਜਾਂਦੀ ਨੀਂਦ ਵੀ, ਆਲਸ ਕਹਿ ਲਓ ਵੀ। ਤੂੰ ਆਲਸ ਨੂੰ ਪ੍ਰੂਵ ਕਰ ਦੇ ਕਿ ਤੂੰ ਗੁਰੂ ਦਾ ਸਿੱਖ ਹੈ, ਤਾਂ ਤੈਨੂੰ ਇਹ ਹਰਾ ਨਹੀਂ ਸਕਦਾ। ਕੁਛ ਨਾ ਕੁਛ ਆਪਣੇ ਆਪ ਨੂੰ ਬਾਰ-ਬਾਰ ਮੋਟੀਵੇਟ ਕਰੀਏ, ਤਾਂ ਜਦੋਂ ਸਾਡੀ ਡਿਟਰਮੀਨੇਸ਼ਨ ਪੱਕੀ ਹੋ ਜੂਗੀ ਨਾ, ਤਾਂ ਫਿਰ ਸਾਨੂੰ ਸਟਰਗਲ ਨਹੀਂ ਹੋਊਗੀ। ਨਾਲੇ ਮਹਾਰਾਜ ਅੱਗੇ ਅਰਦਾਸ ਜਦੋਂ ਕਰਾਂਗੇ ਤਾਂ ਉਹ ਆਪ ਜ਼ਰੂਰ ਉਠਾਉਣਗੇ। ਪਰ ਉਹ ਅਰਦਾਸ ਦੇ ਵਿੱਚ ਵੀ ਪੂਰਾ ਥੋਟ ਪਾਈਏ ਕਿ ਐਵੇਂ ਹੋਵੇ, ਪੂਰੇ ਡਿਟਰਮੀਨੇਸ਼ਨ ਦੇ ਨਾਲ। ਹਾਂਜੀ, ਅਗਲਾ ਸਵਾਲ ਸੀ ਕਿ ਵਿਕਾਰ ਕਹਿੰਦੇ ਬਹੁਤ ਤੰਗ ਕਰਦੇ ਨੇ, ਵਿਕਾਰਾਂ ਨਾਲ ਲੜਨਾ ਬਹੁਤ ਔਖਾ ਹੈ। ਹਾਂ, ਕੋਈ ਸ਼ੱਕ ਨਹੀਂ ਹੈਗਾ, ਪਰ ਅਸੀਂ ਲੜਨਾ ਹੈ ਹੀ ਨਹੀਂ। ਅਸੀਂ ਆਪਣੇ ਆਪ ਨੂੰ ਸਮਝਾ ਦੇਣਾ, ਅਸੀਂ ਅਵੇਅਰ ਰਹਿਣਾ। ਅਸੀਂ ਹੁਣ ਸਾਡੀ ਈਗੋ ਆ ਰਹੀ ਹੈ, ਅਸੀਂ ਹਉਮੈ ਨੂੰ ਬੁੱਝਣਾ ਹੈਗਾ ਨਾ। ਹਉਮੈ ਬੁੱਝੈ ਤਾਂ ਦਰ ਸੁੱਝੈ। ਅਸੀਂ ਬਾਹਲਾ ਲੜਾਈਆਂ ਝਗੜਿਆਂ 'ਚ ਪੈਣਾ ਨਹੀਂ ਹੈਗਾ ਕਿ ਜਦੋਂ ਕਾਮ ਦਾ ਥੋਟ ਆ ਰਿਹਾ ਜਾਂ ਕ੍ਰੋਧ ਦਾ ਥੋਟ ਆ ਰਿਹਾ ਤਾਂ ਮੈਂ ਹੋਰ ਕ੍ਰੋਧੀ ਹੋ ਕੇ ਉਹ ਥੋਟ ਨਾਲ ਲੜ ਰਿਹਾ, ਤਾਂ ਕਿੱਥੇ ਉਹ ਬੈਲੈਂਸ ਕਿੱਥੇ ਆਏਗਾ। ਸਾਨੂੰ ਅਵੇਅਰਨੈਸ ਆ ਗਈ ਕਿ ਹਾਂ, ਮੈਨੂੰ ਕ੍ਰੋਧ ਆ ਰਿਹਾ ਜਾਂ ਮੈਨੂੰ ਕੋਈ ਚੀਜ਼ ਕੰਮ ਹੀ ਕਰ ਰਹੀ ਹੈ ਜਾਂ ਲੋਭ ਆ ਰਿਹਾ, ਮੈਨੂੰ ਕਿਸੇ ਨਾਲ ਈਰਖਾ ਆ ਰਹੀ ਹੈ, ਜੈਲਸੀ ਆ ਰਹੀ ਹੈ। ਤੁਸੀਂ ਉਹਨੂੰ ਆਪਣੀ ਅਵੇਅਰਨੈਸ 'ਚ ਲੈਣ ਦਾ, ਤੁਹਾਨੂੰ ਪਤਾ ਲੱਗ ਗਿਆ ਨਾ, ਇਹ ਬਲੈਸਿੰਗ ਹੈ। ਇਹ ਬਹੁਤ ਵੱਡੀ ਇੱਕ ਬਖਸ਼ਿਸ਼ ਹੈਗੀ ਹੈ ਕਿ ਸਾਨੂੰ ਕਈ ਵਾਰ ਜ਼ਿੰਦਗੀ ਲੰਘ ਜਾਂਦੀ, ਸਾਨੂੰ ਪਤਾ ਨਹੀਂ ਲੱਗਦਾ ਕਿ ਮੈਂ ਈਰਖਾ 'ਚ ਜੀ ਰਿਹਾ, ਔਰ ਈਰਖਾ ਸਾਨੂੰ ਅੰਦਰੋਂ ਅੰਦਰ ਗੱਲ ਹੀ ਜਾ ਰਹੀ ਹੈ। ਗੁਰੂ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਗੱਲ ਹੀ ਜਾ ਰਹੀ ਹੈ, ਪਰ ਸਾਨੂੰ ਪਤਾ ਨਹੀਂ ਕੀ ਹੋ ਰਿਹਾ ਹੈ, ਕਿਉਂ ਮੈਨੂੰ ਗਾਲ ਰਹੀ ਹੈ, ਕਿਉਂ ਚੀਜ਼ ਮੈਨੂੰ ਸਰੀਰ 'ਚ ਤੰਗ ਕਰ ਰਹੀ ਹੈ। ਅਵੇਅਰਨੈਸ ਆ ਗਈ। ਹੁਣ ਤੁਸੀਂ ਅਵੇਅਰਨੈਸ ਕਰਕੇ ਉਸ ਤੋਂ ਬਾਅਦ ਤੁਸੀਂ ਜਦੋਂ ਆਪਾਂ ਗੱਲ ਕਰਕੇ ਹਟਿਆ ਨਾ ਹੁਣੇ, ਕਿਹੜੀ ਸਾਡੇ ਕੋਲ ਚੋਇਸ ਹੈ, ਕਿਹੜੇ ਥੋਟ ਨੂੰ ਅਸੀਂ ਐਂਟਰਟੇਨ ਕਰਨਾ ਹੈ, ਕਿਹੜੇ ਥੋਟ ਨੂੰ ਅਸੀਂ ਐਂਟਰਟੇਨ ਨਹੀਂ ਕਰਨਾ। ਤਾਂ ਅਸੀਂ ਕਹਿ ਦੇਣਾ ਹਾਂ ਠੀਕ ਹੈ, ਮੈਨੂੰ ਪਤਾ ਹੈ ਕਿ ਮੈਨੂੰ ਫਲਾਣੇ ਬੰਦੇ ਨਾਲ ਈਰਖਾ ਹੋ ਰਹੀ ਹੈ, ਪਰ ਇਹ ਈਰਖਾ ਨੇ ਸਿਰਫ ਮੈਨੂੰ ਹੀ ਖਰਾਬ ਕਰਨਾ, ਮੇਰਾ ਹੀ ਨੁਕਸਾਨ ਕਰਨਾ, ਕਿਸੇ ਹੋਰ ਦਾ ਕੁਛ ਨਹੀਂ ਵਿਗੜਨਾ। ਤਾਂ ਇਸ ਕਰਕੇ ਮੈਂ ਇਹ ਈਰਖਾ ਦੇ ਥੋਟ ਨੂੰ ਐਂਟਰਟੇਨ ਨਹੀਂ ਕਰਨਾ, ਕਿਉਂਕਿ ਨੁਕਸਾਨ ਕਿਹਦਾ? ਮੇਰਾ। ਮੈਨੂੰ ਇਹ ਜੀਵਨ ਈਰਖਾ ਕਰਕੇ ਨਹੀਂ ਮਿਲਿਆ ਵੀ ਤੂੰ ਈਰਖਾ ਕਰ ਲੋਕਾਂ ਨਾਲ ਜਾ ਕੇ। ਮੈਨੂੰ ਇਹ ਜੀਵਨ ਮਿਲਿਆ ਕਿ ਤੂੰ ਪਰਮੇਸ਼ਰ ਵਰਗਾ ਬਣ, ਤੂੰ ਪਰਮੇਸ਼ਰ ਨੂੰ ਲੱਭ, ਪਰਮੇਸ਼ਰ ਨੂੰ ਜਾਣ, ਖੋਜ। ਤਾਂ ਪਰਮੇਸ਼ਰ ਵਰਗੇ ਦੈਵੀ ਗੁਣ ਮੈਂ ਜੀਣੇ ਨੇ। ਆਪਣੇ ਆਪ ਨੂੰ ਚੇਤਾ ਕਰਾ ਦੇਣਾ ਕਿ ਮਨ ਤੂੰ ਜੋਤ ਸਰੂਪ ਹੈ, ਤੇਰਾ ਕੁਛ ਹੋਰ ਹੈ ਹੀ ਨਹੀਂ। ਮੈਂ ਇੱਕ ਸਟੋਰੀ ਪੜ੍ਹੀ ਸੀ, ਇੱਥੇ ਮੈਨੂੰ ਬੜੀ ਉਹ ਕੋਟ ਜੀ ਸੀਗੀ, ਮੈਨੂੰ ਬੜੀ ਪ੍ਰਭਾਵਿਤ ਮੈਂ ਉੱਥੋਂ ਹੋਈ, ਮੈਂ ਤੁਹਾਡਾ ਸ਼ੇਅਰ ਕਰ ਦਿੰਦੀ ਹਾਂ। ਕਹਿੰਦੇ ਕਿ ਇੱਕ ਨਾ ਵਿਜ਼ਿਟਰ ਆਇਆ ਟੂ ਵਿਜ਼ਿਟ ਸੂਫੀ, ਅ ਵਿਜ਼ਿਟਰ ਕੇਮ ਟੂ ਵਿਜ਼ਿਟ ਸੂਫੀ। ਤਾਂ ਸੂਫੀ ਦੇ ਉਹਨੇ ਘਰ ਆ ਕੇ ਦੇਖਿਆ ਕਿ ਸਿਰਫ ਇੱਕ ਲੈਂਪ ਸੀ, ਇੱਕ ਲਾਈਟ ਸੀ ਅਤੇ ਇੱਕ ਮੈਟ ਸੀ, ਹੋਰ ਕੁਛ ਨਹੀਂ ਸੀਗਾ। ਤਾਂ ਜਿਹੜਾ ਵਿਜ਼ਿਟਰ ਆਇਆ ਉਹਨੇ ਆ ਕੇ ਪੁੱਛਿਆ ਤੇਰਾ ਫਰਨੀਚਰ ਕਿੱਥੇ ਹੈ, ਵੇਅਰ ਇਜ਼ ਯੋਰ ਫਰਨੀਚਰ। ਤਾਂ ਜਿਹੜਾ ਸੂਫੀ ਸੀ ਉਹਨੇ ਉਹਨੂੰ ਕੁਐਸਚਨ ਕੀਤਾ ਵਾਪਸ, ਕਹਿੰਦਾ ਤੇਰਾ ਫਰਨੀਚਰ ਕਿੱਥੇ ਹੈ, ਵੇਅਰ ਇਜ਼ ਯੋਰ ਫਰਨੀਚਰ। ਤਾਂ ਵਿਜ਼ਿਟਰ ਕਹਿੰਦਾ ਬਟ ਆਈ ਐਮ ਵਿਜ਼ਿਟਰ, ਮੈਂ ਤਾਂ ਵਿਜ਼ਿਟਰ ਹਾਂ। ਤਾਂ ਅੱਗੋਂ ਸੂਫੀ ਨੇ ਜਵਾਬ ਦਿੱਤਾ ਸੋ ਐਮ ਆਈ, ਕਿ ਮੈਂ ਵੀ ਵਿਜ਼ਿਟਰ ਹੀ ਹਾਂ। ਅਸੀਂ ਸਾਰੇ ਵਿਜ਼ਿਟਰ ਹੀ ਹੈਗੇ ਹਾਂ, ਅਸੀਂ ਵਿਜ਼ਿਟ ਹੀ ਕਰਨ ਆਏ ਹਾਂ। ਜਦੋਂ ਅਸੀਂ ਭੁੱਲ ਜਾਂਦੇ ਹਾਂ ਨਾ ਕਿ ਅਸੀਂ ਵਿਜ਼ਿਟਰ ਹਾਂ, ਪੰਗੇ ਉਦੋਂ ਸ਼ੁਰੂ ਹੋ ਜਾਂਦੇ ਆ। ਫਿਰ ਅਸੀਂ ਕਿਸੇ ਨਾਲ ਈਰਖਾ, ਕਿਸੇ ਨਾਲ ਗੁੱਸਾ, ਕਿਸੇ ਨਾਲ ਕੁਛ, ਕੋਈ ਪਤਾ ਨਹੀਂ ਹੈਗਾ ਇਹ ਵਿਜ਼ਿਟ ਕਦੋਂ ਖ਼ਤਮ ਹੋ ਜਾਣੀ ਹੈ। ਤਾਂ ਜਿੰਨੀ ਵਿਜ਼ਿਟ ਹੈਗੀ ਹੈ, ਅਸੀਂ ਉਹਨੂੰ ਜਦੋਂ ਆਪਾਂ ਕਿਸੇ ਘਰ ਵਿਜ਼ਿਟ ਕਰਨ ਜਾਂਦੇ ਹਾਂ ਨਾ, ਤਾਂ ਸਾਨੂੰ ਹੋ ਸਕਦਾ ਉਹਨਾਂ ਦਾ ਕੁਛ ਬਣਾਇਆ ਚੰਗਾ ਨਾ ਲੱਗੇ, ਉਹਨਾਂ ਦਾ ਖਾਣਾ, ਜਾਂ ਹੋ ਸਕਦਾ ਉਹਨਾਂ ਦੇ ਸੁਭਾਅ 'ਚ ਕੁਛ ਇੱਦਾਂ ਦਾ ਹੋਏ ਜਿਹੜਾ ਸਾਡੇ ਸੁਭਾਅ ਦੇ ਨਾਲ ਮੈਚ ਨਾ ਕਰੇ, ਜਾਂ ਉਹਨਾਂ ਦੀ ਰਹਿਣੀ ਬਹਿਣੀ, ਉੱਠਣੀ ਸਹਿਣੀ, ਬੋਲਣੀ ਹੋ ਸਕਦਾ ਸਾਡੇ ਢੰਗ ਨਾਲ ਨਾ ਹੋਏ। ਐਜ਼ ਸੂਨ ਐਜ਼ ਯੂ ਟੈਲ ਦੈਮ ਔਰ ਯੂ ਟੈਲ ਯੂਰ ਸੈਲਫ, ਉਹਨਾਂ ਨੂੰ ਨਹੀਂ ਆਪਾਂ ਕੁਛ ਕਹਿਣਾ, ਆਪਣੇ ਆਪ ਨੂੰ ਕਹਿਣਾ ਕਿ ਮੈਂ ਤਾਂ ਵਿਜ਼ਿਟਰ ਹੀ ਹਾਂ, ਕਿੰਨਾ ਕੁ ਸਮਾਂ ਮੈਂ ਇੱਥੇ ਰਹਿਣਾ, ਕੋਈ ਗੱਲ ਨਹੀਂ। ਫਿਰ ਨਹੀਂ ਆਉਂਦਾ, ਫਿਰ ਅਸੀਂ ਉਹਨਾਂ ਨੂੰ ਦੋਸ਼ ਵੀ ਨਹੀਂ ਦਿੰਦੇ, ਅਸੀਂ ਸਿਰਫ ਸ਼ੁਕਰਾਨਾ ਹੀ ਕਰਦੇ ਹਾਂ ਕਿ ਚਲੋ ਮੇਰੇ ਆਇਆਂ ਨੂੰ ਇਹਨਾਂ ਨੇ ਮੈਨੂੰ ਪੁੱਛਿਆ ਤਾਂ ਸਹੀ, ਰੋਟੀ ਪਾਣੀ, ਮੇਰੀ ਜਿੰਨੀ ਕੁ ਸੇਵਾ ਇਹਨਾਂ ਨੂੰ ਸੋਝੀ ਦਿੱਤੀ ਹੈਗੀ ਆ ਉਨੀ ਕੁ ਹੋਈ ਤਾਂ ਸਹੀ ਨਾ। ਅਸੀਂ ਸ਼ੁਕਰਾਨੇ ਦੇ ਵਿੱਚ ਆ ਜਾਂਦੇ ਹਾਂ ਬਜਾਏ ਕਿ ਕੰਪਲੇਨਸ ਦੇ ਵਿੱਚ। ਜਦੋਂ ਅਸੀਂ ਇੱਦਾਂ ਸੋਚਣ ਲੱਗ ਜਾਵਾਂਗੇ ਨਾ,
ਤਾਂ ਫਿਰ ਜਿਹੜੇ ਵਿਕਾਰ ਵੀ ਜਿਹੜੇ ਸਾਨੂੰ ਤੰਗ ਕਰਦੇ ਨੇ ਬਾਰ-ਬਾਰ, ਇਹਨਾਂ ਦਾ ਕੰਮ ਹੀ ਇਹ ਹੈ, ਇਹਨਾਂ ਦਾ ਕੰਮ ਹੀ ਹੈ। ਇਹਨਾਂ ਨੂੰ ਕਾਰੇ ਲਾਇਆ ਨਾ, ਤਾਂ ਸਾਨੂੰ ਹੁਣ ਗੁਰੂ ਮਹਾਰਾਜ ਨੇ ਅਵੇਅਰਨੈਸ ਦੇ ਦਿੱਤੀ ਹੈ ਕਿ ਇਹਨਾਂ ਦੇ ਨਾਲ ਅਸੀਂ ਜੂਝਣਾ ਕਿਵੇਂ। ਇਹਨਾਂ ਦੀ ਅਵੇਅਰਨੈਸ ਸਾਨੂੰ ਹੋ ਗਈ, ਬਸ ਅਸੀਂ ਐਂਟਰਟੇਨ ਨਹੀਂ ਕਰਨਾ, ਅਸੀਂ ਆਪਣੇ ਦਰਵਾਜ਼ੇ ਖੁੱਲ੍ਹੇ ਨਹੀਂ ਛੱਡ ਦੇਣੇ, ਆ ਜਾਓ ਜੀ ਤੁਹਾਡੇ ਲਈ ਜਗ੍ਹਾ ਹੈਗੀ ਹੈ। ਨਹੀਂ, ਅਸੀਂ ਸਮਝ ਲੈਣਾ ਕਿ ਕਿੱਥੇ ਅਸੀਂ ਆਪਣੇ ਦਰਵਾਜ਼ੇ ਖੋਲ੍ਹਣੇ ਨੇ, ਕਿੱਥੇ ਨਹੀਂ। ਕਿੰਨਾ ਵੱਡਾ ਕੌਨਸੈਪਟ ਹੈ ਇੱਥੇ 9 ਦਰਵਾਜ਼ਿਆਂ ਦਾ। ਵਟ ਯੂ ਹੀਅਰ, ਵਟ ਯੂ ਸੀ, ਵਟ ਯੂ ਰੀਡ, ਤੁਸੀਂ ਇਨਫੋਰਮੇਸ਼ਨ ਸਾਰੀ ਸਟੋਰ ਕਰ ਰਹੇ ਹੋ ਨਾ, ਇਹ ਸਾਰੀ ਸਟੋਰੇਜ ਇੱਥੇ ਇਕੱਠੀ ਹੈ। ਇਹ ਕਿੱਥੋਂ ਆ ਰਹੀ ਹੈ? ਇਹ ਜੋ ਕੁਛ ਅਸੀਂ ਦੇਖ ਰਹੇ ਹਾਂ, ਜੋ ਕੁਛ ਅਸੀਂ ਸੁਣ ਰਹੇ ਹਾਂ, ਜਿਹੜੀਆਂ ਚੀਜ਼ਾਂ ਤੋਂ ਅਸੀਂ ਪ੍ਰਭਾਵਿਤ ਹੋ ਰਹੇ ਹਾਂ, ਚੰਗਾ ਮਾੜਾ ਦੋਨੋਂ ਚੀਜ਼ਾਂ, ਉਹਨੂੰ ਅਸੀਂ ਫਿਲਟਰ ਕਰਨਾ ਸ਼ੁਰੂ ਕਰ ਦੇਣਾ। ਹੁਣ ਜੋ ਅਸੀਂ ਇਸ ਤਰ੍ਹਾਂ ਦੀ ਕੋਈ ਵਾਇਲੈਂਸ ਵਾਲੀ ਮੂਵੀ ਦੇਖਾਂਗੇ ਫੋਰ ਐਗਜ਼ਾਮਪਲ, ਤਾਂ ਵਾਇਲੈਂਸ ਹੀ ਆਏਗੀ ਨਾ ਸਾਡੇ ਸਾਹਮਣੇ। ਹੁਣ ਸੀਰੀਅਲ, ਹਿੰਦੀ ਸੀਰੀਅਲ ਚੱਲਦੇ ਨੇ, ਜਿੰਨਾ ਮੇਰੇ ਨਾਲ ਕਾਫੀ ਜਣਿਆਂ ਨੇ ਸ਼ੇਅਰ ਕੀਤਾ, ਕਾਫੀ ਬੀਬੀਆਂ ਨੇ ਸਪੈਸ਼ਲੀ, ਕਹਿੰਦੇ ਸਾਡੇ ਘਰ 'ਚ ਬੜੀਆਂ ਪ੍ਰੋਬਲਮਸ ਨੇ। ਮੈਂ ਉਹਨੂੰ ਪੁੱਛਿਆ ਸਭ ਤੋਂ ਪਹਿਲਾਂ, ਮੈਂ ਕਿਹਾ ਤੁਸੀਂ ਕਿੱਦਾਂ ਦੀ ਤੁਹਾਡੀ ਰੂਟੀਨ ਹੈ? ਰੂਟੀਨ ਦੇ ਵਿੱਚ ਤਕਰੀਬਨ ਆਈ ਡੋਂਟ ਨੋ ਕਿੰਨੇ ਘੰਟੇ ਸੀਰੀਅਲਸ ਹੀ ਚੱਲਦੇ ਨੇ। ਰੋਟੀ ਪਕਾਉਂਦੇ ਸੀਰੀਅਲ, ਮਸੀਂ ਰਹਿਰਸ ਵੇਲੇ ਵੀ ਮਸੀਂ ਕਿਤੇ ਰਹਿਰਸ ਕੋਲ ਜਾ ਹੁੰਦਾ, ਨਹੀਂ ਤਾਂ ਸੀਰੀਅਲ ਦਾ ਹੀ ਹੁੰਦਾ ਮਿਸ ਨਾ ਹੋ ਜਾਵੇ। ਤਾਂ ਉਹ ਸੀਰੀਅਲ 'ਚ ਤੁਹਾਨੂੰ ਸਾਰੀਆਂ ਪ੍ਰੋਬਲਮਸ ਉਹ ਮੇਰੇ ਖਿਆਲ ਦਿਖਾ ਰਹੇ ਨੇ। ਇਟਸ ਨਾਟ ਈਵਨ ਰੀਅਲ ਸਿਚੁਏਸ਼ਨ, ਦ ਵੇ ਦੇ ਡਰੈਸ ਆ, ਕੱਪੜੇ ਪਾਉਂਦੇ ਨੇ, ਜਿੱਦਾਂ ਉਹ ਰਹਿ ਰਹੇ ਨੇ। ਇਹ ਸਾਡਾ ਅਸਲੀ ਜੀਵਨ ਨਹੀਂ ਹੈਗਾ, ਸਾਡਾ ਤਾਂ ਬਿਲਕੁਲ ਹੀ ਨਹੀਂ ਹੈਗਾ। ਸਾਡਾ ਜੀਵਨ ਉੱਦਾਂ ਦਾ ਨਹੀਂ ਹੈਗਾ। ਫਿਰ ਇਹੋ ਜਿਹੀਆਂ ਚੀਜ਼ਾਂ ਕਿਉਂ ਵੇਖਣੀਆਂ ਜਿਹੜੀਆਂ ਅਨਰੀਅਲ ਨੇ? ਕਿਉਂਕਿ ਸਾਡੀ ਬਿਰਤੀ ਉੱਦਾਂ ਦੀ ਬਣੀ ਜਾਏਗੀ। ਜੋ ਕੁਛ ਅਸੀਂ ਸਟੋਰੇਜ ਇਕੱਠੀ ਕਰਾਂਗੇ, ਸਾਡੇ ਸੰਸਕਾਰਾਂ ਦੇ ਵਿੱਚੋਂ ਪਕਿਆਈ ਆਏਗੀ, ਤਾਂ ਉਹੀ ਸਾਡੇ ਭਾਗ ਬਣ ਜਾਣੇ, ਸਾਡੀ ਡੈਸਟੀਨੀ ਉਹੀ ਬਣ ਜਾਣੀ ਜਿਹੜੀ ਸਾਡੇ ਸੰਸਕਾਰਾਂ ਦੇ ਵਿੱਚ ਸਟੋਰ ਹੋ ਰਹੀ ਹੈ। ਐਂਡ ਇਹੀ ਜੇ ਸਾਡੇ ਸੰਸਕਾਰਾਂ ਦੇ ਵਿੱਚ ਨਾਮ ਇਕੱਠਾ ਹੋ ਰਿਹਾ, ਕਮਾਈ ਇਕੱਠੀ ਹੋ ਰਹੀ ਹੈ, ਨਾਮੀ ਦੇ ਗੁਣ ਅਸੀਂ ਪਾਠ ਕਰ ਰਹੇ ਹਾਂ, ਸਹਿਜ ਪਾਠ ਕਰ ਰਹੇ ਹਾਂ, ਉਹ ਨਾਮੀ ਦੇ ਗੁਣ ਇਕੱਠੇ ਹੋ ਰਹੇ ਆ, ਤਾਂ ਕਿਉਂ ਨਹੀਂ ਅਸੀਂ ਫਿਰ ਨਾਮੀ ਵਰਗੇ ਬਣ ਜਾਵਾਂਗੇ? ਅਸੀਂ ਡਿਵਾਈਨ ਨਹੀਂ ਬਣ ਸਕਦੇ ਫਿਰ? ਤੇ ਉਹ ਚੀਜ਼, ਮਾੜੀ ਚੀਜ਼ ਵੇਖ ਕੇ ਅਸੀਂ ਮਾੜੇ ਬਣ ਰਹੇ ਹਾਂ, ਤਾਂ ਚੰਗੀ ਚੀਜ਼ ਵੇਖ ਕੇ ਅਸੀਂ ਚੰਗੇ ਵੀ ਬਣ ਸਕਦੇ ਹਾਂ। ਫਿਰ ਵਿਕਾਰਾਂ ਨੂੰ ਸਾਡੇ ਕੋਲ ਆਉਣ ਦੀ ਜਗ੍ਹਾ ਨਹੀਂ ਮਿਲੇਗੀ, ਆਪੇ ਹੀ ਨਹੀਂ ਮਿਲੇਗੀ। ਪਰ ਜੇ ਅਸੀਂ ਉੱਦਾਂ ਲੜਨਾ ਸ਼ੁਰੂ ਕਰ ਦਈਏ, ਦੇਖਣਾ ਅਸੀਂ ਸਾਰਾ ਦਿਨ ਕ੍ਰੋਧੀ ਚੀਜ਼ਾਂ ਜਾਂ ਕਾਮੀ ਚੀਜ਼ਾਂ, ਤਾਂ ਬਾਅਦ 'ਚ ਅਸੀਂ ਕਹੀਏ ਕਿ ਮੇਰੇ 'ਚ ਕਾਮ ਨਾ ਆਏ, ਉਹ ਬੜਾ ਔਖਾ ਕੰਮ ਹੈ ਫਿਰ। ਕਿਉਂਕਿ 5 ਤੱਤਾਂ ਦੇ ਅਸੀਂ ਬਣੇ ਆ, ਸਾਡੇ ਅੰਦਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਹੈ ਨਾ, ਕੋਈ ਨਾ ਸੁਣੈ ਪੁਕਾਰਾ। ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਵਸ ਰਹੇ ਨੇ। ਪਰ ਇਹਨਾਂ ਨੂੰ ਐਂਟਰਟੇਨ ਕਰਨਾ ਹੈ ਕਿ ਨਹੀਂ, ਇਹ ਗੁਰੂ ਮਹਾਰਾਜ ਨੇ ਖੇਡ ਦਿੱਤੀ ਆਪਾਂ ਨੂੰ। ਔਰ ਇਹ ਖੇਡ ਬੜੀ ਬਿਊਟੀਫੁਲ ਹੈ। ਇਹ ਵੀ ਕਰਕੇ ਦੇਖੀਏ ਕਿ ਆਪਾਂ ਅਵੇਅਰ ਹੋ ਜਾਈਏ। ਔਰ ਅਵੇਅਰਨੈਸ ਦੇ ਨਾਲ ਜਿਹੜੀ ਸੂਝ ਆ ਗਈ ਨਾ, ਬੁੱਝਣਾ ਆ ਗਿਆ ਜਦੋਂ ਸਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ, ਤਾਂ ਇਹ ਫਿਰ ਜਰਨੀ ਸੁੰਦਰ ਹੋ ਜਾਏਗੀ, ਸੋਹਣੀ ਹੋ ਜਾਵੇਗੀ। ਠੀਕ ਹੈ ਜੀ। ਹੋਰ ਕੀ ਸਵਾਲ ਹੈਗਾ? ਮਨ ਇੰਨਾ ਢੀਠ ਹੈ, ਕਹਿੰਦੇ ਸਿਮਰਨ ਨਹੀਂ ਕਰਨ ਦਿੰਦਾ। ਇਹ ਅਸੀਂ ਹੁਣੇ ਗੱਲ ਕੀਤੀ ਹੈਗੀ ਆ, ਦਾ ਕੰਮ ਮਨ ਨੇ ਕਰਨਾ। ਤਾਂ ਅਸੀਂ ਜਿਹੜਾ ਆਪਣੇ ਮਨ ਨੂੰ, ਜੋ ਅਸੀਂ ਉਹਦਾ ਡਾਇਰੈਕਸ਼ਨ ਮੋੜ ਲੈਣੀ, ਜਦੋਂ ਸਾਨੂੰ ਮਨ ਦੀ ਸਮਝ ਆ ਜਾਏਗੀ, ਮਨ ਦੇ ਵਿੱਚ ਇਹ ਥੋਟ, ਇਹ ਸਟੋਰੀ, ਇਹ ਸਾਰੇ ਸਾਨੂੰ ਦੁਖੀ ਕਰਨ ਦੇ ਪੂਰੇ ਕਪੈਸਿਟੀ ਹੈਗੀ ਆ। ਪਰ ਜਦੋਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅਸੀਂ ਆਪਣੇ ਮਨ ਨਾਲ ਗੱਲ ਕਰਨ ਲੱਗ ਜਾਵਾਂਗੇ, ਮਨ ਨੂੰ ਸਮਝ ਕੇ, ਮਨ ਨੂੰ ਦੋਸਤ ਬਣਾ ਕੇ, ਫਰੈਂਡ ਬਣਾ ਕੇ, ਤਾਂ ਫਿਰ ਉਹਨੂੰ ਮਨ ਨੂੰ ਅਸੀਂ ਮਨ ਨੂੰ ਸਮਝਾ ਦੇਣਾ। ਇਹ ਮਨ ਸਾਨੂੰ ਦਿੱਤਾ ਇਸੇ ਕਰਕੇ ਹੀ ਸੀ, ਹੈ ਨਾ। ਆਪਾਂ ਮਨ ਦੇ ਵਿੱਚ ਉਹਨੂੰ, ਪਰਮੇਸ਼ਰ ਨੂੰ ਯਾਦ ਕਰਨਾ ਨਾ। ਜਦੋਂ ਅਸੀਂ ਇਸ ਤਰੀਕੇ ਨਾਲ ਕਰਨ ਲੱਗ ਜਾਵਾਂਗੇ, ਫਿਰ ਮਨ ਕਹੇਗਾ ਹਾਂ ਤੂੰ ਸਿਮਰਨ ਕਰ। ਫਿਰ ਪਹਿਲਾਂ ਆਪਾਂ ਨੂੰ ਸਾਰਾ ਆਪਣਾ ਆਲਾ ਦੁਆਲਾ, ਸਾਰੀਆਂ ਚੀਜ਼ਾਂ ਬਾਈਪਾਸ ਕਰਕੇ, ਜਿਹੜੀਆਂ ਸਾਨੂੰ ਤੰਗ ਕਰ ਰਹੀਆਂ ਨੇ, ਉੱਥੇ ਆ ਕੇ ਟਿਕਾਣਾ ਪਏਗਾ। ਕਿਉਂਕਿ ਮਨ ਨੂੰ ਇਨਵਾਇਰਮੈਂਟ ਕਿੱਦਾਂ ਦੇ ਰਹੇ ਹਾਂ ਨਾ, ਅਸੀਂ ਕਿੱਦਾਂ ਦੀ ਫੀਡ ਦੇ ਰਹੇ ਹਾਂ। ਤਾਂ ਤੁਹਾਨੂੰ ਲੱਗਦਾ ਨਹੀਂ ਕਰਨ ਦਿੰਦਾ, ਤੁਸੀਂ ਕਰੋ। ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰ ਦਿਓ। ਤੁਸੀਂ ਕੋਸ਼ਿਸ਼ ਕਰੋ ਕਿ ਹਾਂ ਪਰਮੇਸ਼ਰ ਨੇ ਮੈਨੂੰ ਇਹ ਮਨੁੱਖਾ ਦੇ ਹੀ ਦਿੱਤੀ ਹੈ, ਵੀ ਪਰਮੇਸ਼ਰ ਮੇਰੇ 'ਤੇ ਬਹੁਤ ਖੁਸ਼ ਹੈ। ਤਾਂ ਹੁਣ ਮੈਂ ਪਰਮੇਸ਼ਰ ਦਾ ਗ੍ਰੈਟੀਟਿਊਡ, ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਹੈ। ਜਦੋਂ ਅਸੀਂ ਐਵੇਂ ਕਰਕੇ ਬੈਠਾਂਗੇ ਤਾਂ ਮਨ ਢੀਠ ਹੈ, ਫਿਰ ਨਹੀਂ ਕਰਨ ਦੇਗਾ। ਕਰੀ ਚੱਲੋ, ਕੋਈ ਗੱਲ ਨਹੀਂ, ਥੋੜ੍ਹੀ ਦੇਰ ਲਈ ਲੁੱਝਣਾ ਹੋਊਗਾ। ਉਸ ਤੋਂ ਬਾਅਦ ਠੀਕ ਹੈ। ਦੇਖੋ, ਸ਼ੁਰੂ 'ਚ ਕਹਿੰਦੇ ਜਦੋਂ ਆਪਾਂ ਕਿਸੇ ਕਮਰੇ ਦੀ ਵੀ ਸਫਾਈ ਕਰਨੀ ਸ਼ੁਰੂ ਕਰੀਏ ਨਾ, ਪਹਿਲਾਂ ਉੱਥੋਂ ਬੋ ਆਉਂਦੀ ਹੈ, ਉੱਥੇ ਗਾਰਬੇਜ ਰਬਿਸ਼ ਬਹੁਤ ਪਈ ਹੈ, ਕਿਸੇ ਦਾ ਵੜਨ ਨੂੰ ਜੀ ਨਹੀਂ ਕਰਦਾ। ਅਸੀਂ ਗਲਵਸ ਪਾ ਕੇ ਜਾਂਦੇ ਹਾਂ ਜਾਂ ਮੂੰਹ ਢੱਕ ਕੇ ਜਾਂਦੇ ਹਾਂ, ਕਰਦੇ ਹਾਂ ਨਾ ਇੱਦਾਂ ਸਾਰਾ ਕੁਛ। ਫਿਰ ਹੌਲੀ ਜਦੋਂ ਕਲੈਰਿਟੀ ਆ ਜਾਂਦੀ ਹੈ ਤਾਂ ਸਾਨੂੰ ਬਾਲੇ ਗਲਵਸ ਪਾਉਣ ਦੀ, ਮੂੰਹ ਮਾਂ ਢੱਕਣ ਦੀ ਲੋੜ ਨਹੀਂ ਪੈਂਦੀ। ਅਸੀਂ ਥੋੜ੍ਹਾ ਬਹੁਤਾ ਡਸਟਿੰਗ ਕਰਨੀ ਹੈਗੀ ਹੈ। ਹੌਲੀ ਅਸੀਂ ਉਸੇ ਰੂਮ 'ਚ ਫਿਰ ਜਾ ਕੇ ਸਾਨੂੰ ਬੈਠਣ ਨੂੰ ਆਨੰਦ ਮਿਲਿਆ ਜਾਂਦਾ, ਇੱਕ ਪੀਸ ਮਿਲਦਾ, ਇੱਕ ਸੁਗੰਧੀ ਆਉਂਦੀ ਹੈ।
ਸੋ ਇੱਕ ਜਰਨੀ ਹੈਗੀ ਹੈ, ਇਹ ਪ੍ਰੋਸੈਸ ਹੈਗਾ। ਜੇ ਕੋਈ ਸ਼ੁਰੂ 'ਚ ਹੀ ਪਹਿਲਾਂ ਹੀ ਰੁਕ ਜਾਵੇ ਤਾਂ ਉਹ ਕਮਰਾ ਕਦੀ ਵੀ ਸਾਫ਼ ਨਹੀਂ ਹੋਏਗਾ, ਉਹ ਹਿਰਦਾ ਕਦੀ ਵੀ ਸਾਫ਼ ਨਹੀਂ ਹੋਏਗਾ। ਜੇ ਅਸੀਂ ਪਹਿਲਾਂ ਹੀ ਕਹਿ ਦਈਏ ਕਿ ਜਦੋਂ, ਕਿਉਂਕਿ ਕਾਫੀ ਵਾਰੀ ਇੱਦਾਂ ਕਹਿੰਦੇ ਹਾਂ ਜਦੋਂ ਅਸੀਂ ਸਿਮਰਨ ਕਰਨ ਬੈਠਦੇ ਹਾਂ ਤਾਂ ਸਾਨੂੰ ਡਰ ਲੱਗਦਾ, ਸਾਡੇ ਮਨ 'ਚ ਪੁੱਠੇ ਸਿੱਧੇ ਖਿਆਲ ਆਉਂਦੇ ਨੇ, ਉਹ ਸਾਰਾ ਕੁਛ ਬਾਹਰ ਨਿਕਲ ਰਿਹਾ। ਉਹ ਜਿਹੜਾ ਇੱਥੇ ਭਰਿਆ ਪਿਆ ਨਾ, ਉਹ ਜਿੰਨਾ ਚਿਰ ਬਾਹਰ ਨਹੀਂ ਨਿਕਲਣਾ ਉਹ ਕਿੱਦਾਂ ਸਫਾਈ ਹੋਏਗੀ, ਉਹਨੇ ਤਾਂ ਅਸੀਂ ਹੋਰ ਪਾਈ ਜਾ ਰਹੇ ਹਾਂ ਦਿਨੋਂ ਦਿਨ। ਜਦੋਂ ਇੱਕ ਵਾਰੀ ਅਸੀਂ ਦੇਖੋ ਨਾਮ 'ਚ ਇੰਨੀ ਤਾਕਤ, ਅਸੀਂ ਗੱਲ ਕਰਕੇ ਹਟਿਆ ਕਿ ਸਾਰਾ ਕੁਛ ਕਲੀਅਰ ਹੋ ਸਕਦਾ, ਹੋਰ ਕਿਸੇ 'ਚ ਤਾਕਤ ਨਹੀਂ ਹੈਗੀ। ਕਲੀਅਰ ਕਰਾਂਗੇ ਉਸ ਤੋਂ ਬਾਅਦ ਫਿਰ ਜਰਨੀ ਸਮੂਥ ਹੋਏਗੀ। ਪਰ ਜੇ ਫਿਰ ਵੀ ਇੱਦਾਂ ਕੁਛ ਹੋ ਰਿਹਾ ਤਾਂ ਕੋਈ ਗੱਲ ਨਹੀਂ। ਕੈਨ ਐਨੀਬਡੀ ਸਟੋਪ ਯੂ ਫਰੋਮ ਹੈਵਿੰਗ ਐਕਸਪੀਰੀਅੰਸ? ਭਾਵੇਂ ਐਕਸਪੀਰੀਅੰਸ ਦਾ ਕੋਈ ਨਾਮ ਨਹੀਂ ਕਹਿ ਸਕਦੇ ਆਪਾਂ, ਇਹ ਚੰਗਾ ਹੈ ਮਾੜਾ ਹੈ, ਐਕਸਪੀਰੀਅੰਸ ਇਜ਼ ਐਕਸਪੀਰੀਅੰਸ। ਜੇ ਅਸੀਂ ਨਿਊਟਰਲ ਹੋ ਕੇ ਲਾਈਫ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਬਾਹਲੀ ਜਜਮੈਂਟਲ ਹੋਣ ਦੀ ਸਾਨੂੰ ਲੋੜ ਨਹੀਂ ਹੈਗੀ, ਨਾ ਕਿਸੇ ਹੋਰ ਬਾਰੇ, ਨਾ ਆਪਣੇ ਬਾਰੇ, ਤੇ ਨਾ ਹੀ ਆਪਣੇ ਐਕਸਪੀਰੀਅੰਸ ਬਾਰੇ। ਲੈਟਸ ਬੀ ਜਸਟ ਕੂਲ ਐਂਡ ਕਾਮ। ਤਾਂ see the blessing in it, see the beauty in it। ਹਾਂਜੀ, ਕਹਿੰਦੇ ਇੰਪੋਰਟੈਂਸ ਕੀ ਹੈਗੀ, what's the importance of ਕੇਸਕੀ for ਬੀਬੀਆਂ? ਇਹ ਸਵਾਲ ਬੜੀ ਵਾਰੀ ਆਪਾਂ ਸਾਡੇ ਸਾਹਮਣੇ ਆਉਂਦਾ ਹੈਗਾ, ਜਿਹੜਾ ਕੇਸਕੀ ਬਾਰੇ। ਇਹਦਾ ਮੈਂ ਡਿਟੇਲ 'ਚ ਤਾਂ ਹੁਣ ਮੈਂ ਕੀ ਜਾਣਾ, ਕਿਉਂਕਿ ਬੜੀ ਵਾਰੀ ਇਹਦੀ ਅਸੀਂ ਵਿਸਤਾਰ ਕੀਤਾ ਹੈਗਾ। ਪਰ ਜਸਟ ਸਿੰਪਲੀ ਵਾਟ ਇਜ਼ ਦ ਇੰਪੋਰਟੈਂਸ ਆਫ ਕੇਸਕੀ ਫॉर ਸਿੰਘ ਜਾਂ ਬੰਦੇ? ਇਹਦੇ 'ਚ ਕੋਈ ਜਿਹੜੀ ਸਾਨੂੰ ਕਕਾਰ ਮਿਲੇ ਹੈਗੇ ਨੇ, ਇਹਦੇ 'ਚ ਕਿਤੇ ਵੀ ਡਿਫਰੈਂਸ ਨਹੀਂ ਹੈਗਾ। ਜਿਹੜਾ ਜਿੰਨੇ ਕਹਿ ਲਓ ਵੀ ਇਨ ਮਾਈ ਓਪੀਨੀਅਨ ਅਗੇਨ, ਹੈ ਨਾ, ਤੁਸੀਂ ਕਿਉਂਕਿ ਡਿਫਰੈਂਟ ਜਥੇਬੰਦੀਆਂ ਦੇ ਡਿਫਰੈਂਟ ਖਿਆਲ ਹੋਣਗੇ, ਐਂਡ ਮਾਈ ਏਮ ਇਜ਼ ਨਾਟ ਟੂ ਪੁੱਟ ਵਨ ਜਥੇਬੰਦੀ ਡਾਊਨ ਔਰ ਐਨੀਥਿੰਗ ਲਾਈਕ ਦੈਟ, ਕਿਉਂਕਿ ਜਿਵੇਂ ਜਿਵੇਂ ਕਿਸੇ ਨੂੰ ਸੋਝੀ ਪਰਮੇਸ਼ਰ ਨੇ ਦਿੱਤੀ ਉਹ ਸਭ ਠੀਕ ਹੈ, ਵਧੀਆ ਹੈਗਾ। ਜੋ ਕੁਛ ਇੰਪੋਰਟੈਂਸ ਦਸਤਾਰ ਦੀ ਸਿੰਘ ਲਈ ਹੈ ਉਹੀ ਸਿੰਘਣੀ ਲਈ ਹੈਗੀ ਹੈ। ਜੇ ਸਾਨੂੰ ਕਿਤੇ ਹੋਰ ਵਿਲੱਖਣਤਾ ਨਹੀਂ ਦਿੱਤੀ ਵੀ ਤੂੰ ਫਲਾਣੇ ਰੰਗ ਦਾ ਕੜਾ ਪਾਉਣਾ ਹੈ ਜਾਂ ਇਸ ਸ਼ੇਪ ਦਾ ਕੜਾ ਪਾਉਣਾ ਹੈ, ਜਾਂ ਤੂੰ ਕਿਰਪਾਨ ਬੀਬੀ ਨੇ ਇੱਦਾਂ ਦੀ ਪਾਣੀ, ਬੰਦੇ ਦੇ ਇੱਦਾਂ ਦੀ ਪਾਣੀ ਹੈ, ਜਾਂ ਵਟ ਐਵਰ ਕਸ਼ਹਿਰਾ ਕੁਛ ਵੀ ਲੈ ਲਓ ਤੁਸੀਂ, ਤਾਂ ਫਿਰ ਕੇਸਕੀ 'ਤੇ ਆ ਕੇ ਸਾਡਾ ਕੁਐਸਚਨ ਕਿਉਂ ਆਉਂਦਾ ਨਾ? ਠੀਕ ਹੈ, ਆਪਾਂ ਕੋਈ ਇਹ ਵੀ ਕਹਿ ਦੇਣਗੇ ਕਿ ਕੇਸਕੀ ਕਕਾਰ ਨਹੀਂ ਹੈਗਾ, ਮੰਨ ਲਓ ਤੁਸੀਂ ਇਹ ਵੀ ਕਹਿ ਦਿੰਦੇ ਹੋ। ਮੈਨੂੰ ਤਾਂ ਆਪਣੇ ਲਾਈਫ 'ਚ ਇਹ ਐਕਸਪੀਰੀਅੰਸ ਹੋਇਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਯੂਨੀਫਾਰਮ ਦਿੱਤੀ ਹੈ। ਇਹ ਜਿਹੜੀ ਸਾਨੂੰ ਯੂਨੀਫਾਰਮ ਦਿੱਤੀ ਹੈ ਇਹ ਸਾਡੇ ਭਲੇ ਲਈ ਦਿੱਤੀ ਹੈ, ਕਿਉਂਕਿ ਯੂਨੀਫਾਰਮ ਦੇ ਵਿੱਚ ਬਹੁਤ ਬੈਨੀਫਿਟਸ ਹੁੰਦੇ ਨੇ। ਅਤੇ ਇਹ ਉਦੋਂ ਹੀ ਕਰਕੇ ਪਤਾ ਲੱਗਦਾ ਜਦੋਂ ਅਸੀਂ ਕਰਕੇ ਦੇਖਦੇ ਹਾਂ। ਉੱਦਾਂ ਤਾਂ ਸਿਰਫ ਅਸੀਂ ਦੂਜਿਆਂ ਨੂੰ ਵੇਖ ਕੇ ਕਹਿ ਦਿੰਦੇ ਹਾਂ ਵੀ ਉਹਦੀ ਯੂਨੀਫਾਰਮ ਬੜੀ ਚੰਗੀ ਲੱਗਦੀ ਹੈ ਜਾਂ ਫਲਾਣੇ ਦਾ ਇਸ ਤਰ੍ਹਾਂ ਹੈਗਾ। ਸਭ ਤੋਂ ਜਿਹੜਾ ਬੀਬੀਆਂ ਲਈ ਹੈਗਾ, ਇਹ ਸਾਡਾ ਇੱਕ ਰੂਪ ਹੈਗਾ, ਸਾਡਾ ਇੱਕ ਕਰਾਊਨ ਹੈਗਾ। ਜੇ ਅਸੀਂ ਬੀਬੀਆਂ ਦੇ ਉੱਤੇ ਲੈ ਕੇ ਗੱਲ ਚੱਲੀਏ, ਸਾਡੀ ਸਾਰੀ ਆਈਡੈਂਟਿਟੀ ਜਿਹੜੀ ਹੈਗੀ ਹੈ ਇਹ ਕੇਸਕੀ 'ਤੇ ਖੜੀ ਹੈ। ਕਿਉਂਕਿ ਬੀਬੀਆਂ ਦੇ ਵਿੱਚ ਆਈਡੈਂਟੀਫਾਈ ਕਰਨਾ ਹੋਰ ਵੀ ਮੁਸ਼ਕਿਲ ਹੈ। ਮੈਨੂੰ ਦਸਤਾਰ ਦੀ ਬਖਸ਼ਿਸ਼ ਨਹੀਂ ਹੋਈ ਸੀ ਤਾਂ ਮੈਨੂੰ ਬਾਰ-ਬਾਰ, ਕਿਉਂਕਿ ਮੈਂ ਸਿਰ 'ਤੇ ਪਟਕਾ ਬੰਨ੍ਹਦੀ ਹੁੰਦੀ ਸੀ, ਤਾਂ ਮੈਨੂੰ ਬਾਰ-ਬਾਰ ਕਨਫਿਊਜ਼ ਕੀਤਾ ਜਾਂਦਾ ਸੀਗਾ ਮੈਂ ਮੁਸਲਿਮ ਭੈਣਾਂ ਨਾਲ, ਕਿ ਮੈਨੂੰ ਇਸਲਾਮਿਕ ਸਮਝਿਆ ਜਾਂਦਾ ਸੀ ਮੁਸਲਿਮ ਭੈਣਾਂ ਨਾਲ। ਮੈਨੂੰ ਉਹਦਾ ਕੋਈ ਓਫੈਂਸ ਨਹੀਂ ਹੈਗਾ ਕਿਉਂਕਿ ਉਹ ਵੀ ਪਿਆਰੀਆਂ ਨੇ, ਪਰ ਮੈਂ ਉਹ ਹਾਂ ਨਹੀਂ ਜਦੋਂ ਮੈਨੂੰ ਕੁਛ ਕਿਹਾ ਜਾਂਦਾ ਸੀਗਾ ਤਾਂ ਸਿਰਫ ਕਿਉਂਕਿ ਮੈਂ ਪਟਕਾ ਬੰਨ੍ਹਦੀ ਸੀਗੀ ਐਵੇਂ ਜਿਵੇਂ ਉਹ ਬੰਨ੍ਹਦੀਆਂ ਹੁੰਦੀਆਂ ਨੇ। ਤਾਂ ਦਸਤਾਰ ਦੇ ਨਾਲ ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਆਪਣਾ ਆਪ। ਔਰ ਦੂਸਰੀ ਗੱਲ, ਦਸਤਾਰ ਦੇ ਨਾਲ ਹਮੇਸ਼ਾ ਮੈਨੂੰ ਇੱਦਾਂ ਫੀਲ ਹੋਇਆ ਕਿ ਜਿਹੜਾ ਇੱਕ ਸਾਨੂੰ ਇਸ ਤਰ੍ਹਾਂ ਦਾ ਸਰੂਪ ਮਿਲਿਆ ਜਿਹੜਾ ਕਿ ਮੈਨੂੰ ਬਚਾ ਰਿਹਾ ਕੋਈ ਇਸ ਤਰ੍ਹਾਂ ਦੇ ਬੋਲਣ ਨਾਲ, ਕੋਈ ਇਸ ਤਰ੍ਹਾਂ ਦੇ ਕੰਮ ਕਰਨ ਨਾਲ ਜਿਹੜਾ ਕਿ ਦਸਤਾਰ ਦੇ ਨਾਲ ਸੋਭਦੇ ਨੇ। ਔਰ ਇਹ ਸੇਮ ਰੂਲ ਅਪਲਾਈ ਹੁੰਦਾ ਸਿੰਘਾਂ ਲਈ ਵੀ, ਹੈ ਨਾ। ਮਾਫ਼ ਕਰਨਾ, ਹਾਂ ਕੁਛ ਸਿੰਘ ਕਰ ਰਹੇ ਇੱਦਾਂ ਦੇ ਕੰਮ, ਬੀਬੀਆਂ ਵੀ ਹੋ ਸਕਦਾ, ਮੈਂ ਕੁਛ ਕਿਸੇ 'ਤੇ ਤਰਕ ਨਹੀਂ ਕਰਨਾ ਇੱਥੇ। ਇਹ ਫਿਰ ਸਾਨੂੰ ਦੇਖਣਾ ਪਏਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਆਪਣੀ ਇੱਕ ਬਖਸ਼ੀ ਹੋਈ ਆਈਡੈਂਟਿਟੀ ਦਿੱਤੀ ਹੈ ਦਸਤਾਰ ਦੇ ਰੂਪ ਦੇ ਵਿੱਚ, ਤਾਂ ਅਸੀਂ ਉਹਨੂੰ ਪੋਜ਼ੀਟਿਵਲੀ ਕਿੱਦਾਂ ਯੂਜ਼ ਕਰਨਾ ਕਿ ਜਦੋਂ ਸਾਨੂੰ ਯੂਨੀਫਾਰਮ ਅਸੀਂ ਕੋਈ ਪਾਈ ਹੁੰਦੀ ਹੈ ਤਾਂ ਅਸੀਂ ਨੈਚੁਰਲੀ ਕੋਈ ਇੱਦਾਂ ਦੀ ਜਗ੍ਹਾ 'ਤੇ ਨਹੀਂ ਜਾਂਦੇ ਜਿੱਥੇ ਜਾਣ ਕਰਕੇ ਉਹ ਯੂਨੀਫਾਰਮ 'ਤੇ ਦਾਗ ਲੱਗੇ ਜਾਂ ਬੰਦਾ ਕਹੇ ਵੀ ਹਾਂ ਕੰਮ ਤਾਂ ਫਲਾਣੇ ਡਿਪਾਰਟਮੈਂਟ 'ਚ ਕਰਦਾ ਪਰ ਇਹਦੀ ਬੋਲ ਬਣੀ ਇੱਦਾਂ ਦੀਆਂ ਜਾਂ ਇਹਦੇ ਕਰਮ ਇੱਦਾਂ ਦੇ ਨੇ। ਤਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਾਨੂੰ ਯੂਨੀਫਾਰਮ ਇੱਦਾਂ ਦੀ ਦੇ ਦਿੱਤੀ ਜਿਹੜੀ ਸਾਨੂੰ 24/7 ਦੇ ਦਿੱਤੀ ਹੈ। ਦਸਤਾਰ ਸਾਡੇ ਤੋਂ ਵੱਖ ਨਹੀਂ ਹੁੰਦੀ ਕਿ ਜਦੋਂ ਵੀ ਅਸੀਂ ਜਿੱਥੇ ਵੀ ਵਿਚਰਦੇ ਹਾਂ ਪਬਲਿਕ ਦੇ ਵਿੱਚ ਸਾਡੇ ਨਾਲ ਸਾਬਤ ਸੂਰਤ ਦਸਤਾਰ ਸਿਰਾ। ਤਾਂ ਸਾਡੀ ਜਿਹੜੀ ਇਹ ਮੈਂ ਕਹਿ ਲਓ ਮੈਂ ਗੁਰਮਿਲ ਉੱਚ ਦਮਾਲੜਾ, ਹੈ ਨਾ, ਕਿ ਮਤਲਬ ਬੜੇ ਪਿਆਰੇ ਸ਼ਬਦ ਨੇ। ਇਹ ਐਕਸਪੀਰੀਅੰਸ ਕਰਨ ਦੀ ਗੱਲ ਹੈ।
ਇੰਪੋਰਟੈਂਸ ਇਹੀ ਹੈ ਕਿ ਇਹਨੂੰ ਐਕਸਪੀਰੀਅੰਸ ਕਰਕੇ ਦੇਖਿਆ ਜਾਏ। ਪਰ ਇਹਨੂੰ ਐਕਸਪੀਰੀਅੰਸ ਵੀ ਅਸੀਂ ਉਦੋਂ ਹੀ ਕਰ ਪਾਵਾਂਗੇ ਜਦੋਂ ਸਾਡੇ ਮਨ 'ਚ ਜਿਹੜਾ ਬੋਝ ਬੈਠਾ ਨਾ ਕਿ ਦਸਤਾਰ ਸਜਾ ਕੇ ਸ਼ਾਇਦ ਮੈਂ ਲਾਈਫ ਨੂੰ ਇੰਜੋਏ ਨਹੀਂ ਕਰ ਸਕਦਾ ਜਾਂ ਮੇਰੇ 'ਤੇ ਕੁਛ ਲਿਮੀਟੇਸ਼ਨਸ ਹੋ ਜਾਣਗੀਆਂ। ਹਾਂ, ਲਿਮੀਟੇਸ਼ਨਸ ਉਹੀ ਹੋਣਗੀਆਂ ਜਿਹੜੀਆਂ ਚੀਜ਼ਾਂ ਸਾਡੇ ਲਈ ਨੁਕਸਾਨਦੇਹ ਸਨ। ਤੁਸੀਂ ਸਮੋਕਿੰਗ ਨਹੀਂ ਕਰ ਸਕਦੇ ਦਸਤਾਰ ਸਜਾ ਕੇ, ਆਈ ਨੋ ਪੀਪਲ ਡੂ, ਪਰ ਬੰਦੇ ਨੂੰ ਸ਼ਰਮ ਆਉਂਦੀ ਹੋਏਗੀ ਨਾ। ਤੁਸੀਂ ਦਸਤਾਰ ਸਜਾ ਕੇ ਸ਼ਰਾਬ ਨਹੀਂ ਪੀਓਗੇ, ਤੁਸੀਂ ਦਸਤਾਰ ਸਜਾ ਕੇ ਕਿਸੇ ਗਲਤ ਸੰਗਤ 'ਚ ਨਹੀਂ ਜਾਓਗੇ। ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਨੂੰ ਇੱਕ ਪ੍ਰੋਟੈਕਟਿਵ ਪਲਾਨ ਦੇ ਦਿੱਤਾ ਗੁਰੂ ਮਹਾਰਾਜ ਨੇ ਇਹ ਦਸਤਾਰ ਦੀ ਬਖਸ਼ਿਸ਼ ਦੇ ਨਾਲ? ਇਹਦਾ ਇੱਕ ਬਹੁਤ ਵੱਡਾ ਲੈਕਚਰ ਕਹਿ ਲਓ ਕੇਸ ਕੀਤੇ ਪਹਿਲਾਂ ਵੀ ਕੀਤਾ, ਹੁਣ ਵੀ ਹੋ ਸਕਦਾ, ਪਰ ਉਹਦੇ ਵਿੱਚ ਹੀ ਨਿਕਲ ਜਾਣਾ। ਪਰ ਮੈਂ ਇੰਨਾ ਕੁ ਜੇ ਕਹਿ ਦੇਵਾਂ ਕਿ ਦਿਸ ਇਜ਼ ਸਮਥਿੰਗ ਟੂ ਐਕਸਪੀਰੀਅੰਸ। ਇਹਨੂੰ ਬੋਝ ਨਾ ਲਈਏ ਆਪਾਂ, ਇਹਨੂੰ ਗੁਰੂ ਦਾ ਇੱਕ ਦਿੱਤਾ ਹੋਇਆ ਤਾਜ ਸਮਝੀਏ। ਇਹ ਤਾਜ ਜਿਹੜੇ ਸਿਰ 'ਤੇ ਆ ਜਾਂਦਾ, ਫਿਰ ਉਹਨੂੰ ਪਤਾ ਹੈ ਕਿ ਮੈਂ ਆਮ ਏ ਪ੍ਰਿੰਸੈਸ, ਠੀਕ ਹੈ, ਕਿ ਮੈਂ ਆਮ ਏ ਪ੍ਰਿੰਸੈਸ, ਅਤੇ ਪ੍ਰਿੰਸੈਸ ਨੂੰ ਕੋਈ ਡਰ ਨਹੀਂ ਹੁੰਦਾ। ਉਹਦੇ ਆਲੇ ਦੁਆਲੇ ਸਾਰਾ ਕੁਛ, ਰਾਜ ਵੀ ਉਹਦੇ ਹੱਥ ਦੇ ਵਿੱਚ ਹੈ, ਕਾਜ ਵੀ ਉਹਦੇ ਹੱਥ ਦੇ ਵਿੱਚ ਹੈ, ਔਰ ਸਾਰੀ ਜਿਹੜੀ ਉਹਨੂੰ ਆਪਣੇ ਆਪ 'ਤੇ ਵਿਸ਼ਵਾਸ ਹੈ, ਇੰਪਾਵਰਮੈਂਟ ਵੀ ਹੈਗੀ ਹੈ। ਪਰ ਸਭ ਤੋਂ ਵੱਡੀ ਗੱਲ ਉਹਨੂੰ ਪਤਾ ਹੈ ਵੀ ਉਹ ਤਾਜ ਦੇ ਥਰੂ ਉਹਦੇ ਸਿਰ 'ਤੇ ਹੱਥ ਕਿਹਦਾ, ਠੀਕ ਹੈ। ਜਿਹਦੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੋਏ ਉਹਨੂੰ ਫਿਰ ਹੋਰ ਕਿਸੇ ਚੀਜ਼ ਦੀ ਭਾਲ ਨਹੀਂ ਰਹਿੰਦੀ। ਤਾਂ ਇਹਨੂੰ ਐਕਸਪੀਰੀਅੰਸ ਕਰਕੇ ਦੇਖੀਏ। ਇਟਸ ਮੈਂ ਤਾਂ ਦੋਨੋਂ ਪੱਖ ਦੇਖੇ ਆਪਣੀ ਲਾਈਫ 'ਚ, ਦਸਤਾਰ ਤੋਂ ਬਿਨਾਂ ਵੀ, ਦਸਤਾਰ ਦੇ ਨਾਲ ਵੀ। ਤਾਂ ਜਦੋਂ ਦਸਤਾਰ ਨਹੀਂ ਸੀ ਉਦੋਂ ਮੈਨੂੰ ਵੀ ਇੱਦਾਂ ਲੱਗਦਾ ਹੁੰਦਾ ਸੀ ਕਿ ਬੋਝ ਹੈ, ਇਹ ਕਿਵੇਂ ਹੋ ਸਕਦਾ, ਮੇਰੀਆਂ ਲੁੱਕਸ ਡਿਫਰੈਂਟ ਹੋ ਜਾਣਗੀਆਂ, ਆਈ ਵਿਲ ਲੁੱਕ ਡਿਫਰੈਂਟ, ਆਹ ਕਿਵੇਂ ਹੋਊਗਾ, ਉਹ ਕਿਵੇਂ ਹੋਊਗਾ, ਬਹੁਤ ਕੁਛ ਹੈਜ਼ੀਟੇਸ਼ਨ, ਰੈਜ਼ਿਸਟੈਂਸ ਆਲੇ ਦੁਆਲੇ ਸੋਸਾਇਟੀ ਤੋਂ ਵੀ ਬਹੁਤ ਸੀਗੀ, ਪਰਿਵਾਰ ਤੋਂ ਵੀ। ਪਰ ਹੌਲੀ ਹੌਲੀ ਉਹੀ ਪਰਿਵਾਰ ਹੁਣ ਇਹਦੇ 'ਚ ਬਿਊਟੀ ਭਾਲਦੇ ਨੇ, ਉਹ ਕਹਿੰਦੇ ਇਸ ਤੋਂ ਸੋਹਣੀ ਕੋਈ ਚੀਜ਼ ਨਹੀਂ ਹੈਗੀ। ਸੋ ਇਸ ਕਰਕੇ ਐਕਸਪੀਰੀਅੰਸ ਕਰਕੇ ਦੇਖਿਆ ਜਾਏਗਾ। ਪਰ ਜੇ ਕਿਸੇ ਨੂੰ ਹੋਰ ਇਹਦੇ 'ਤੇ ਕੁਛ ਪੁਆਇੰਟਸ ਚਾਹੀਦੇ ਹਨ ਤਾਂ ਵੈਰੀ ਹੈਪੀ ਟੂ ਡਿਸਕ੍ਰਾਈਬ ਇਟ ਅਨਦਰ ਟਾਈਮ ਐਜ਼ ਵੈਲ। ਠੀਕ ਹੈ, ਹੋਰ ਜੇ ਮੈਂ ਦੇਖ ਲੈਂਦੀ ਕੋਈ ਸਵਾਲ ਹੈਗਾ ਤਾਂ, ਨਹੀਂ ਤਾਂ ਫਿਰ ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਹਾਂਜੀ, ਇੱਕ ਹੋਰ ਸਵਾਲ ਹੈਗਾ, ਕਹਿੰਦੇ ਵਟ ਇਫ ਵੀ ਹੈਵ ਡਨ ਪ੍ਰੋਮਿਸ ਟੂ ਗੁਰੂ ਸਾਹਿਬ ਵੀ ਹੈਵਨਟ ਫੁਲਫਿਲਡ ਇਟ। ਕਹਿੰਦੇ ਵੀ ਅਸੀਂ ਗੁਰੂ ਸਾਹਿਬ ਕੀਤਾ ਪਰ ਅਸੀਂ ਪੂਰਾ ਨਹੀਂ ਕੀਤਾ ਉਹ ਪ੍ਰੋਮਿਸ ਨਾ। ਤਾਂ ਦੇਖੋ, ਜੇ ਤੁਹਾਡੀ ਅਵੇਅਰਨੈਸ ਦੇ ਵਿੱਚ ਇਹ ਗੱਲ ਹੈਗੀ ਹੈ, ਤੁਹਾਡੀ ਸੋਚ ਦੇ ਵਿੱਚ ਇਹ ਗੱਲ ਹੈਗੀ ਹੈ, ਤਾਂ ਸਾਡੇ ਕੋਲ ਸਵਾਸ ਹੈਗੇ ਨੇ ਹੁਣ ਵੀ ਨਾ, ਅਤੇ ਸਵਾਸ ਹੈਗੇ ਤਾਂ ਹੀ ਗੱਲ ਕਰ ਰਹੇ ਹੋ। ਹੁਣ ਪੂਰਾ ਕਰ ਲਓ ਜੋ ਵੀ ਤੁਹਾਡਾ ਉਹ ਪ੍ਰੋਮਿਸ ਹੈਗਾ, ਜੋ ਵੀ ਤੁਹਾਡੇ ਮਨ ਦੇ ਵਿੱਚ ਅਵੇਅਰਨੈਸ ਚੱਲ ਰਹੀ ਹੈ। ਤੇ ਸਟਿਲ ਟਾਈਮ ਨਾਓ, ਹਾਲੇ ਵੀ ਦੇਰ ਨਹੀਂ ਹੈਗੀ। ਇਹ ਵੀ ਇੱਕ ਅੱਛੀ ਗੱਲ ਹੈ ਕਿ ਆਪਾਂ ਨੂੰ ਪਤਾ ਹੈਗਾ ਕਿ ਆਪਣੇ ਮਨ 'ਚ ਇਹ ਸਵਾਲ ਨਾ, ਇਸੇ ਕਰਕੇ ਮਹਾਰਾਜ ਯਾਦ ਹੀ ਕਰਾ ਰਹੇ ਹੋਣਗੇ ਕਿ ਤੂੰ ਮੈਨੂੰ ਦਿੱਤਾ ਸੀ, ਹੁਣ ਪੂਰਾ ਕਰ ਲੈ। ਠੀਕ ਹੈ ਜੀ। ਇੱਕ ਹੋਰ ਸਵਾਲ ਭੇਜਿਆ ਜੀ, ਗੁਰੂ ਸਾਹਿਬ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਾਹੀਂ। ਪਲੀਜ਼ ਥੋੜ੍ਹਾ ਐਕਸਪਲੇਨ ਕਰੋ ਕਿ ਜਿਹੜਾ ਬੰਦਾ ਗਲਤ ਹੈ, ਪੰਥ ਨੂੰ ਨੁਕਸਾਨ ਪਹੁੰਚਾ ਰਿਹਾ, ਸਿਚੁਏਸ਼ਨ 'ਚ ਕੀ ਕਰੀਏ ਜੀ। ਅੱਛਾ, ਠੀਕ ਹੈ, ਹਾਂ, ਵੈਰੀ ਗੁੱਡ ਕੁਐਸਚਨ। ਨਿੰਦਾ, ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਹੈਗੀ, ਠੀਕ ਹੈ। ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਹੈਗੀ। ਹੁਣ ਤੁਸੀਂ ਇਸ ਵੇਲੇ ਜੋ ਹੈ ਉਹਨੂੰ ਦੇਖ ਕੇ ਕਹੋ ਵੀ ਹਾਂ ਇਹ ਹੈ, ਤਾਂ ਉਹ ਨਿੰਦਾ ਨਹੀਂ ਹੋਏਗੀ। ਨਿੰਦਾ, ਹੁਣ ਪਰਟੀਕੁਲਰਲੀ ਜਿਹੜਾ ਤੁਹਾਡਾ ਸਵਾਲ ਅਸੀਂ ਸਿਰਫ ਉਹਦੇ ਟ੍ਰੇਟ ਕਰੀਏ ਕਿ ਜੇ ਕੋਈ ਚੀਜ਼ ਹੋ ਰਹੀ ਹੈ ਜਿਹਦੇ ਕਰਕੇ ਯੂਨੀਵਰਸ ਨੂੰ, ਮਨੁੱਖਤਾ ਨੂੰ, ਪੰਥ ਨੂੰ, ਕੌਮ ਨੂੰ ਨੁਕਸਾਨ ਹੋ ਰਿਹਾ, ਤਾਂ ਸਾਡੀ ਪੂਰੀ ਜ਼ਿੰਮੇਵਾਰੀ ਹੈ ਉਸ ਚੀਜ਼ ਨੂੰ ਚੈਲੰਜ ਕਰਨਾ। ਅਸੀਂ ਉਹਨੂੰ ਚੈਲੰਜ ਐਵੇਂ ਨਹੀਂ ਕਰਨਾ ਕਿ ਘਰ ਬਹਿ ਕੇ ਉਹ ਬੰਦੇ ਦੀ ਨਿੰਦਾ ਕਰੀ ਜਾਈਏ ਅਤੇ ਉਹਦੇ 'ਤੇ ਕੋਈ ਸਟੈਪ ਕੋਈ ਲਈਏ ਨਾ, ਉਹਦੇ ਬਾਰੇ ਗੱਲਾਂ ਕਰੀ ਜਾਈਏ। ਕਿਉਂਕਿ ਉਹ ਕੀ ਹੋਏਗਾ, ਜਦੋਂ ਅਸੀਂ ਉਹਦੇ ਬਾਰੇ ਸਾਰੀ ਨੈਗੇਟਿਵ ਗੱਲਾਂ ਕਰ ਰਹੇ ਹਾਂ ਤਾਂ ਸਾਡੇ ਥੋਟਸ ਦੇ ਵਿੱਚ ਉਹ ਗੱਲਾਂ ਘਰ ਕਰ ਜਾਂਦੀਆਂ ਨੇ, ਅਤੇ ਸਾਨੂੰ ਕਈ ਵਾਰ ਰੂਪ ਆਪਣੇ ਆਪ 'ਚ ਦਿਖਣ ਲੱਗ ਜਾਂਦਾ। ਅਸੀਂ ਉਹ ਨਹੀਂ ਚਾਹੁੰਦੇ, ਕਿਉਂਕਿ ਜਿਹਦੇ ਬਾਰੇ ਅਸੀਂ ਜੋ ਨੈਗੇਟਿਵ ਕਰਾਂਗੇ ਅਸੀਂ ਉਦੋਂ ਲੈਕਚਰਸ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਕੋਈ ਵੀ ਥੋਟ ਅਸੀਂ ਕ੍ਰੀਏਟ ਕਰਦੇ ਹਾਂ, ਪਹਿਲਾਂ ਸਾਡੇ ਮਨ 'ਤੇ ਅਸਰ ਕਰਦਾ, ਸਾਡੀ ਬੋਡੀ 'ਤੇ ਅਸਰ ਕਰਦਾ, ਅਤੇ ਫਿਰ ਉਹ ਥੋਟ ਉਸ ਬੰਦੇ ਤੱਕ ਵੀ ਪਹੁੰਚਦਾ। ਅਸੀਂ ਉਹਦੇ 'ਤੇ ਐਕਸ਼ਨ ਲਈਏ, ਠੀਕ ਹੈ। ਸਾਡੀ ਅਵੇਅਰਨੈਸ 'ਚ ਆ ਗਿਆ ਕਿ ਉਹ ਬੰਦਾ ਗਲਤ ਕੰਮ ਕਰ ਰਿਹਾ। ਹੁਣ ਅਸੀਂ ਇਹ ਦੇਖਣਾ ਹੈ ਕਿ ਬਜਾਏ ਕਿ ਅਸੀਂ ਉਹਦੇ 'ਤੇ ਸੋਸ਼ਲ ਮੀਡੀਆ 'ਤੇ ਮਤਲਬ ਇੱਕ ਰੌਲਾ ਜਿਹਾ ਪਾ ਦਈਏ, ਪਹਿਲਾਂ ਉਸ ਬੰਦੇ ਨਾਲ ਗੱਲ ਕਰਕੇ ਦੇਖੀਏ ਵੀ ਆਹ ਜਿਹੜਾ ਕੰਮ ਹੈਗਾ ਠੀਕ ਨਹੀਂ ਹੈਗਾ, ਸਟਾਪ ਇਟ। ਉਹ ਕੁਛ ਗਲਤ ਨਹੀਂ ਹੈਗਾ, ਵੀ ਨੀਡ ਟੂ ਡੂ ਦਾ, ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾ। ਸਾਡੇ ਘਰ ਨੂੰ ਕੋਈ ਵਿਗਾੜ ਰਿਹਾ ਤਾਂ ਅਸੀਂ ਉਹਨੂੰ ਮਨਾ ਨਹੀਂ ਕਰਾਂਗੇ। ਮੰਨ ਲਓ ਤੁਹਾਨੂੰ ਘਰ ਨੂੰ ਕੋਈ ਬਾਹਰੋਂ ਵਿਗਾੜ ਰਿਹਾ, ਮੰਨ ਲਓ ਐਗਜ਼ਾਮਪਲ, ਕੀ ਤੁਸੀਂ ਅੰਦਰ ਬੈਠੇ ਹੋ ਗੱਲਾਂ ਕਰੀ ਜਾਓਗੇ ਕਿ ਉਹ ਬੰਦਾ ਗਲਤ ਕਰ ਰਿਹਾ, ਉਹ ਬੰਦਾ ਬਹੁਤ ਮਾੜਾ, ਬੰਦਾ ਗਲਤ ਕਰ ਰਿਹਾ, ਬੰਦਾ ਬਹੁਤ ਮਾੜਾ। ਦੈਟ ਵੋਂਟ ਹੈਲਪ।
है ना, ਉਹ ਘਰ ਤੋੜ ਕੇ ਚਲਾ ਜਾਏਗਾ। ਤੁਸੀਂ ਜਾ ਕੇ ਉਹਦੇ ਨਾਲ ਗੱਲਬਾਤ ਕਰੋਗੇ, ਭਾਈ ਇਹ ਕੀ ਹੋ ਰਿਹਾ ਹੈ, ਮੇਰਾ ਘਰ ਹੈ, ਤੂੰ ਇਹਨੂੰ ਸਟਾਪ ਕਰ, ਆਈ ਐਮ ਨਾਟ ਗੋਇੰਗ ਟੂ ਅਲਾਉ ਯੂ ਟੂ ਡੂ ਦਿਸ, ਰਾਈਟ। ਐਕਸ਼ਨ ਲੈਣਾ ਆਪਾਂ ਉਹਦੇ 'ਤੇ, ਕਿਉਂਕਿ ਗੱਲੀ ਬਾਤੀ ਨਹੀਂ ਕੰਮ ਹੋਣਾ। ਅਤੇ ਜੇ ਉਹ ਬੰਦਾ ਕਰ ਰਿਹਾ ਤਾਂ ਠੀਕ ਹੈ, ਤੁਹਾਡੀ ਗੱਲਬਾਤ ਨਾਲ ਸੁਲ੍ਹਾ ਹੋ ਰਹੀ ਹੈ, ਨਹੀਂ ਤਾਂ ਫਿਰ ਨੈਕਸਟ ਸਟੈਪਸ, ਹੈ ਨਾ। ਉਸ ਤੋਂ ਬਾਅਦ ਠੀਕ ਹੈ, ਜਿੱਦਾਂ ਹੁਣ ਆਮ ਤੌਰ 'ਤੇ ਆਪਾਂ ਕਿਸੇ ਨੇ ਕੋਈ ਮਾੜੀ ਜੀ ਕਿਸੇ ਕੋਲ ਕੋਈ ਗਲਤੀ ਹੋ ਗਈ, ਗਲਤੀ ਨਾਲ ਗਲਤੀ ਹੋ ਗਈ, ਤਾਂ ਸ਼ਾਇਦ ਉਹ ਬੰਦੇ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ, ਤਾਂ ਦ ਹੋਲ ਵਰਲਡ ਨੋਜ਼ ਫਰੋਮ ਦ ਸੋਸ਼ਲ ਮੀਡੀਆ। ਇਹ ਕੰਮ ਠੀਕ ਨਹੀਂ ਹੈਗਾ। ਪਹਿਲਾਂ ਉਹਨੂੰ ਪੁੱਛੀਏ ਭਾਈ ਇਹ ਕੰਮ ਦੇ ਪਿੱਛੇ ਕੀ ਕਾਰਨ ਹੈਗਾ। ਹੋ ਸਕਦਾ ਕਿਸੇ ਨੇ ਕੋਈ ਜਾਣੇ ਅਣਜਾਣੇ ਕੁਛ ਕੀਤਾ ਹੋਏ, ਪਰ ਜੇ ਕੋਈ ਬੰਦਾ ਜਾਣ ਕੇ ਢਾਹ ਲਾ ਰਿਹਾ ਕਿਸੇ ਚੀਜ਼ ਨੂੰ, ਤਾਂ ਉੱਥੇ ਸਾਡੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਬੰਦੇ ਬਾਰੇ ਗੱਲਬਾਤ ਵੀ ਕਰਨੀ। ਜੇ ਉਹਨਾਂ ਨੇ ਨਹੀਂ ਮੰਨਿਆ ਤਾਂ ਫਿਰ ਆਪਣੇ ਪੰਥ ਨੂੰ ਅਵੇਅਰ ਕਰਾਉਣਾ ਵੀ ਇਸ ਚੀਜ਼ ਤੋਂ ਆਪਾਂ ਬਚ ਕੇ ਰਹੀਏ, ਠੀਕ ਹੈ। ਪਰ ਜੇ ਅਸੀਂ ਬਿਨਾਂ ਮਤਲਬ ਦੇ ਘਰ ਬੈਠ ਕੇ ਸਿਰਫ ਨੈਗੇਟਿਵਿਟੀ ਫੈਲਾਈ ਜਾਈਏ, ਤੁਹਾਨੂੰ ਆਪਣਾ ਹੀ ਨੁਕਸਾਨ ਹੋਣਾ, ਹੋਰ ਨੁਕਸਾਨ ਇਹ ਕਿਸੇ ਹੋਰ ਨੂੰ ਹੋਣ ਵਾਲਾ ਨਹੀਂ ਹੈਗਾ। ਪਹਿਲਾਂ ਆਪਣੇ ਆਪ 'ਤੇ ਉਸ ਚੀਜ਼ ਦਾ ਅਸਰ ਹੁੰਦਾ, ਠੀਕ ਹੈ ਜੀ। ਇੱਕ ਹੋਰ ਸਵਾਲ ਹੈਗਾ ਜੀ, ਸਿਮਰਨ ਕਰਨ ਲੱਗਿਆਂ ਮਨ ਕਿਵੇਂ ਟਿਕੇਗਾ? ਹਾਂ, ਜਿੱਦਾਂ ਮਨ ਦੀ ਅਸੀਂ ਥੋੜ੍ਹੀ ਗੱਲ ਕੀਤੀ ਹੈਗੀ ਕਿ ਮਨ ਦਾ ਕੰਮ ਹੈਗਾ ਉਹਨੇ ਭੱਜਣਾ ਨਾ, ਮੰਕੀ ਮਾਈਂਡ ਵੀ ਕਹਿ ਦਿੰਦੇ ਆ। ਉਹ ਟਿੱਕੇ ਨਹੀਂ ਬੰਦਾ, ਉਹਨੇ ਕਦੀ ਉੱਥੇ ਬਹਿਣਾ, ਕਦੀ ਉੱਥੇ ਬਹਿਣਾ, ਕਦੀ ਉੱਥੇ ਬਹਿਣਾ। ਜਦੋਂ ਅਸੀਂ ਇੱਕ ਫੋਕਸ ਪੁਆਇੰਟ ਲੈ ਲਾਂਗੇ, ਆਪਣੇ ਆਪ ਨੂੰ ਯਾਦ ਕਰਾਵਾਂਗੇ ਕਿ ਵੀ ਇਹ ਮਨ ਤੂੰ ਜੋਤ ਸਰੂਪ ਹੈ, ਆਪਣੇ ਆਪ ਨੂੰ ਇੱਕ ਫੋਕਸ ਆਪਣੇ ਬ੍ਰੈਥ 'ਤੇ ਆਪਾਂ ਲਿਆ ਸਕਦੇ ਹਾਂ। ਮਨ ਜਾਏਗਾ, ਫਿਰ ਉਹਦੇ ਨਾਲ ਲੜਨਾ ਨਹੀਂ, ਸਿਰਫ ਅਵੇਅਰਨੈਸ ਹੋ ਜਾਣੀ, ਉਹ ਥੋਟ ਨੂੰ ਆਪਾਂ ਜੈਂਟਲੀ ਵਾਪਸ ਲੈ ਆਉਣਾ। ਬੜੇ ਤਰੀਕੇ ਨੇ, ਮੈਂ ਸਿਰਫ ਤੁਹਾਡੇ ਨਾਲ ਇੱਕ ਸ਼ੇਅਰ ਕਰ ਰਹੀ ਹਾਂ ਕਿ ਆਪਣੇ ਮਨ ਨੂੰ ਵਾਪਸ ਆਪਣੇ ਸਵਾਸਾਂ 'ਤੇ ਲਿਆ ਕੇ। ਅਤੇ ਗੁਰਮੁਖ ਪਿਆਰੇ ਵੀ ਕਹਿੰਦੇ ਵੀ ਜੋ ਤੁਸੀਂ ਵਾਹਿਗੁਰੂ ਕਹਿੰਦੇ ਹੋ ਤਾਂ ਕੰਨਾਂ ਨਾਲ ਸੁਣੋ, ਉਹ ਇੱਕ ਸਾਊਂਡ ਕ੍ਰੀਏਟ ਹੋ ਰਹੀ ਹੈ ਜਿਹੜੀ ਹੈ ਨਾ, ਸ਼ਬਦ ਸੁਰਤ ਦੋਨੋਂ ਚੀਜ਼ਾਂ। ਤਾਂ ਸਾਊਂਡ ਨੂੰ ਸੁਣ ਕੇ ਮਨ ਦਾ ਫੋਕਸ ਜਿਹੜਾ ਸਾਊਂਡ ਦੇ ਨਾਲ ਅਤੇ ਸਵਾਸ ਦੇ ਨਾਲ ਆਪਣੀ ਸੁਰਤ ਦੇ ਵਿੱਚੋਂ ਸਾਊਂਡ ਲਿਆ ਕੇ, ਜਦੋਂ ਅਸੀਂ ਕੋਈ ਚੀਜ਼ ਸੁਣ ਰਹੇ ਹੋਵਾਂਗੇ ਨਾ, ਹੁਣ ਆਪਾਂ ਮੂਵੀ ਦੇਖਦੇ ਹਾਂ, ਮੂਵੀ ਤੋਂ ਧਿਆਨ ਇੱਧਰ ਉੱਧਰ ਨਹੀਂ ਹੁੰਦਾ। ਕੋਈ ਡਾਇਲੋਗ ਵੀ ਮਿਸ ਹੋ ਜਾਏ, ਬੰਦਾ ਕਹਿੰਦਾ ਉਹ ਕੀ ਰਿਵਾਈਂਡ ਕਰੋ, ਪਿੱਛੇ ਜਾਓ, ਤੂੰ ਬੋਲਿਆ ਕਿ ਉੱਚੀ, ਮੇਰਾ ਡਾਇਲੋਗ ਮਿਸ ਹੋ ਗਿਆ, ਮੇਰੀ ਮੂਵੀ ਮਿਸ ਹੋ ਗਈ, ਮੈਨੂੰ ਬੁਲਾਇਆ ਕਿਉਂ? ਕਿਉਂਕਿ ਅਸੀਂ ਪੂਰਾ ਧਿਆਨ ਲਗਾਇਆ ਹੋਇਆ ਉਹਦੇ ਵਿੱਚ। ਇਹ ਧਿਆਨ ਹੀ ਸਿਮਰਨ ਹੈ। ਜਦੋਂ ਅਸੀਂ ਧਿਆਨ ਤੋਂ, ਹੁਣ ਕਿਸੇ ਨਾਲ ਅਸੀਂ ਗੱਲ ਕਰ ਰਹੇ ਹਾਂ, ਅੱਧਾ ਘੰਟਾ ਕਿਸੇ ਨਾਲ ਗੱਲ ਕੀਤੀ, ਪਰ ਉਹ ਅਗਲੇ ਬੰਦੇ ਦਾ ਧਿਆਨ ਕਿਤੇ ਹੋਰ ਸੀ, ਤਾਂ ਮਤਲਬ ਕਿ ਤੁਹਾਡੀ ਗੱਲ ਉਹਨੇ ਸੁਣੀ ਨਹੀਂ, ਠੀਕ ਹੈ। ਉਹ ਗੱਲ ਕੀਤੀ ਦਾ ਕਿੰਨਾ ਕੁ ਫਾਇਦਾ ਹੋਏਗਾ? ਇਸੇ ਕਰਕੇ ਹਾਂ, ਬੈਠਾਂਗੇ, ਮਨ ਕਿਤੇ ਜਾਏਗਾ, ਮਨ ਗਿਆ, ਮਨ ਨੂੰ ਅਸੀਂ ਥੋੜ੍ਹਾ ਜਿਹਾ ਸਾਵਧਾਨ ਹੋ ਕੇ ਬੈਠਣਾ, ਆਪਣੇ ਪ੍ਰਭ ਸਿਓ ਹੋ ਸਾਵਧਾਨ ਹੋ ਕੇ ਇਵੇਂ ਬੈਠਣਾ ਕਿ ਹਾਂ ਮਨ ਗਿਆ, ਜਾਂ ਆਲਸ 'ਚ ਚਲਾ ਗਿਆ, ਜਾਂ ਕਿਸੇ ਥੋਟ ਵੱਲ ਚਲਾ ਗਿਆ, ਉਹ ਪਤਾ ਲੱਗ ਗਿਆ ਕਿ ਗਿਆ, ਉਹਨੂੰ ਨਾਲ ਦੀ ਨਾਲ ਉੱਤੇ ਪਹਿਰਾ ਦੇਣਾ, ਤਾਂ ਉਹਨੂੰ ਜੈਂਟਲੀ ਵਾਪਸ ਲਿਆ ਕੇ ਆਪਣੇ ਸਵਾਸਾਂ 'ਤੇ ਪੂਰਾ ਫਿਰ ਫੋਕਸ ਕਰਨਾ, ਆਪਣੀ ਸਾਊਂਡ 'ਤੇ ਫੋਕਸ ਕਰਨਾ। ਤਾਂ ਜਦੋਂ ਬਾਰ-ਬਾਰ ਫੋਕਸ ਕਰਾਂਗੇ, ਫਿਰ ਜਾਏਗਾ, ਫਿਰ ਲੈਣਾ, ਔਰ ਹੌਲੀ ਹੌਲੀ ਮਨ ਨੂੰ ਟ੍ਰੇਨਿੰਗ ਆ ਜਾਏਗੀ ਕਿ ਕਿਵੇਂ ਇਹ ਤਾਂ ਮੈਨੂੰ ਜਾਣ ਹੀ ਨਹੀਂ ਦਿੰਦਾ, ਪਰ ਜੇ ਜਾ ਰਿਹਾ ਤਾਂ ਉਹਦਾ ਕੋਈ ਦੁੱਖ ਨਹੀਂ ਹੈ। ਮਨ ਨੂੰ ਟ੍ਰੇਨ ਹੌਲੀ ਹੌਲੀ ਹੋਊਗਾ। ਆਪਾਂ ਜੇ ਅਸੀਂ ਗਿਵ ਅਪ ਕਰ ਦਿੱਤਾ, ਫਿਰ ਤਾਂ ਕਦੇ ਵੀ ਨਹੀਂ ਹੋਊਗਾ। ਆਪਾਂ ਨਾਲ ਦੀ ਨਾਲ ਥੋੜ੍ਹਾ ਬਾਰ-ਬਾਰ ਆਪਣੇ ਉਹਨੂੰ ਲਿਆਈਏ, ਔਰ ਸ਼ੁਕਰਾਨੇ 'ਚ ਬੈਠੀਏ। ਜਦੋਂ ਕਹਿੰਦੇ ਬੈਠਣ ਤੋਂ ਪਹਿਲਾਂ ਵੀ ਆਪਣੀ ਇੱਕ ਇੰਟੈਂਸ਼ਨ ਸੈੱਟ ਕਰੀਏ ਕਿ ਹਾਂ, ਆਪਣੀ ਇੱਕ ਸੋਚ ਸੈੱਟ ਕਰੀਏ ਕਿ ਹੁਣ ਗੁਰੂ ਮਹਾਰਾਜ ਤੁਸੀਂ ਮੈਨੂੰ ਜਿੰਨਾ ਸਮਾਂ ਦਿੱਤਾ, ਇਹ ਆਪਣੀ ਹਜ਼ੂਰੀ ਆਪ ਬਖਸ਼ਣਾ, ਜਾਂ ਜੋ ਵੀ ਤੁਹਾਡੀ ਇੰਟੈਂਸ਼ਨ ਹੈਗੀ ਹੈ, ਉਹ ਇੰਟੈਂਸ਼ਨ ਸੈੱਟ ਕਰਕੇ ਬੈਠਾਂਗੇ। ਪਹਿਲਾਂ ਤੁਸੀਂ ਇਨਵਾਇਰਮੈਂਟ ਤਾਂ ਆਪੇ ਬਣਾ ਲਿਆ, ਮਨ ਨੂੰ ਵੀ ਸਮਝਾ ਲਿਆ ਕਿ ਹੁਣ ਤੂੰ ਜਾਣਾ ਨਹੀਂ ਕਿਤੇ, ਆਪਾਂ ਥੋੜ੍ਹੀ ਦੇਰ ਇੱਥੇ ਹੀ ਬੈਠਣਾ। ਇਹ ਹੌਲੀ ਹੌਲੀ ਜਦੋਂ ਕਰਾਂਗੇ, ਗੁਰੂ ਮਹਾਰਾਜ ਫਿਰ ਰੰਗ ਲਾਉਣਗੇ, ਸਾਡੇ ਭਾਗਾਂ 'ਚ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਸਾਨੂੰ ਮਿਲੇਗੀ। ਤਾਂ ਇਹ ਬੜੀ ਬਖਸ਼ਿਸ਼ਾਂ ਦੀ ਗੱਲ ਹੈਗੀ ਹੈ। ਪਰ ਪਹਿਲਾਂ ਅਸੀਂ ਸ਼ੁਰੂ ਕਰੀਏ ਥੋੜ੍ਹਾ ਸਮਾਂ ਬੈਠਣਾ, ਠੀਕ ਹੈ ਜੀ। ਸਮਾਂ ਕਾਫੀ ਹੋ ਗਿਆ ਮੇਰੇ ਹਿਸਾਬ ਨਾਲ, ਤਾਂ ਜੇ ਕੋਈ ਹੋਰ ਸਵਾਲ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ, ਠੀਕ ਹੈ ਜੀ। ਕੋਈ ਆਪਾਂ ਵਿਚਾਰ ਕਰਦੇ, ਕੋਈ ਗਲਤੀ ਹੋ ਗਈ ਜਾਂ ਕੁਛ ਤੁਹਾਡਾ ਦਿਲ ਦੁਖਿਆ ਹੋਇਆ ਤਾਂ ਜ਼ਰੂਰ ਮਾफ़ ਕਰਨਾ। ਇੱਕ ਹੋਰ ਸਵਾਲ ਮੇਰਾ ਖਿਆਲ ਆਇਆ, ਕੀ ਕਰਨਾ ਚਾਹੀਦਾ ਜਦੋਂ ਇਨਸਾਨ ਪੂਰੀ ਤਰ੍ਹਾਂ ਹਾਰ ਜਾਏ, ਉਹਨੂੰ ਲੱਗਦਾ ਹੈ ਸਭ ਪਾਸੇ ਹਨੇਰਾ ਹੀ ਹਨੇਰਾ ਹੈ? ਹਾਂਜੀ, ਬੜਾ ਇਹ ਇੱਕ ਪ੍ਰੈਕਟੀਕਲ ਸਵਾਲ ਹੈਗਾ ਕਿ ਜਦੋਂ ਲੱਗਦਾ ਕਈ ਵਾਰ ਕਿ ਹਾਂ ਬਸ ਜ਼ਿੰਦਗੀ ਖਤਮ ਹੈ, ਸਾਰੇ ਪਾਸੇ ਹਨੇਰਾ ਹੀ, ਹੁਣ ਕੁਛ ਨਹੀਂ ਹੋ ਸਕਦਾ, ਕੀ ਕਰਨਾ ਚਾਹੀਦਾ ਉਦੋਂ? ਮੈਂ ਆਪਣੇ ਆਪ ਨੂੰ ਸਿਚੁਏਸ਼ਨ 'ਚ ਲੈ ਕੇ ਜਾ ਰਹੀ ਹਾਂ। ਹਾਂ, ਉਦੋਂ ਫਿਰ ਕਾਫੀ ਤਰੀਕੇ ਹੋ ਸਕਦੇ ਨੇ। ਇੱਕ ਚੀਜ਼ ਆਪਾਂ ਇੱਦਾਂ ਕਰਕੇ ਦੇਖ ਸਕਦੇ ਹਾਂ,
ਉਦੋਂ ਆਪਣੇ ਮਨ ਨੂੰ, ਫਿਰ ਮਨ ਨਾਲ ਗੱਲ ਕਰਨੀ ਪਏਗੀ, ਸੈਲਫ ਟਾਕ, ਆਪਣੇ ਮਨ ਨੂੰ ਉੱਥੇ ਲੈ ਕੇ ਜਾਓ ਕੋਈ ਇੱਕ ਚੀਜ਼ ਜਿਹੜੀ ਲਾਈਫ 'ਚ ਤੁਹਾਡੇ ਚੰਗੀ ਹੋਈ ਹੈ, ਕਿਤੇ ਜੇ ਹੁਣ ਨਹੀਂ ਹੋ ਰਹੀ ਪਿੱਛੇ ਕਿਤੇ ਹੋਈ ਹੋਏਗੀ, ਜ਼ਰੂਰ ਹੋਈ ਹੋਏਗੀ। ਇੱਦਾਂ ਦਾ ਇਹ ਲਾਈਫ ਇੱਕ ਸਾਈਕਲ ਹੈਗਾ ਹੈ, ਕਿਵੇਂ ਦੁੱਖ ਸੁੱਖ ਦੁੱਖ ਸੁੱਖ ਦੁੱਖ ਸੁੱਖ, ਹੈ ਨਾ। ਕਦੀ ਦੁੱਖ ਨਹੀਂ ਰਹਿੰਦਾ, ਕਦੀ ਸੁੱਖ ਵੀ ਨਹੀਂ ਰਹਿੰਦਾ, ਇੱਕ ਕੌਂਸਟੈਂਟ ਨਹੀਂ। ਆਪਣੇ ਆਪ ਨੂੰ ਉੱਥੇ ਲੈ ਕੇ ਜਾਓ ਇੱਕ ਮੈਮਰੀ 'ਤੇ, ਔਰ ਉਹ ਮੈਮਰੀ ਨੂੰ ਆਪਣੇ ਚਿੱਤ ਵਿੱਚ ਲੈ ਕੇ ਆਓ। ਮੈਮਰੀ ਨੂੰ ਆਪਣੇ ਜਦੋਂ ਚਿੱਤ ਵਿੱਚ ਲੈ ਕੇ ਆਵਾਂਗੇ ਤਾਂ ਉਹਨੂੰ ਕਹਿੰਦੇ ਆਪਣੇ ਅੰਦਰ ਰੱਖੋ ਥੋੜ੍ਹੀ ਦੇਰ, ਉਹ ਬਾਰ-ਬਾਰ ਸੋਚੋ ਉਸ ਚੰਗੀ ਚੀਜ਼। ਮੰਨ ਲਓ ਤੁਹਾਨੂੰ ਆਪਣੇ ਆਲੇ ਦੁਆਲੇ ਕਿਸੇ ਇਨਸਾਨ ਤੋਂ ਪ੍ਰੋਬਲਮ ਹੈ, ਸਿਚੁਏਸ਼ਨ ਤੋਂ ਪ੍ਰੋਬਲਮ ਹੈ, ਉਹ ਸਾਰੇ ਤੋਂ ਹਟ ਕੇ ਕੋਈ ਚੰਗੀ ਚੀਜ਼ ਲਿਆਓ, ਉਹਨੂੰ ਗ੍ਰੈਬ ਕਰਕੇ ਆਪਣੇ ਨਾਲ ਲਿਆਓ ਔਰ ਉਸ ਚੀਜ਼ ਨੂੰ ਆਪਣੇ ਨਾਲ ਰੱਖੋ ਆਪਣੀ ਮੈਮਰੀ ਦੇ ਵਿੱਚ। ਇੱਦਾਂ ਲੱਗੋ ਕਿ ਤੁਸੀਂ ਸਾਰੇ ਆਪਣੇ ਸਰੀਰ ਦੇ ਵਿੱਚ ਉਸ ਚੀਜ਼ ਨੂੰ ਐਕਸਪੈਂਡ ਕਰ ਰਹੇ ਹੋ। ਔਰ ਇਹ ਵੀ ਸੋਚੋ ਨਾਲ ਕਿ ਇਹ ਜਿਹੜਾ ਮੈਨੂੰ ਜੀਵਨ ਮਿਲਿਆ ਇਹ ਹਾਰਨ ਲਈ ਨਹੀਂ ਮਿਲਿਆ। ਵੀ ਸਾਰਾ ਕੁਝ, ਮੈਂ ਦੁਬਾਰਾ ਸਵਾਲ ਇੱਕ ਵਾਰ ਪੜ੍ਹ ਲਵਾਂ। ਉਹਨਾਂ ਨੇ ਕਿਹਾ ਵੀ ਜਦੋਂ ਸਾਰੇ ਪਾਸੇ ਹਨੇਰਾ ਹੀ ਹਨੇਰਾ ਲੱਗੇ ਨਾ, ਹਾਂ, ਇਹ ਅਸੀਂ ਉਸ ਹਨੇਰੇ ਦੇ ਵਿੱਚੋਂ ਹੀ ਚਾਨਣ ਲੱਭਣਾ। ਇਹ ਜਿਹੜੀ ਸਫਰਿੰਗ ਹੈਗੀ, ਜਿੱਦਾਂ ਆਪਾਂ ਗੱਲ ਕੀਤੀ ਨਾ, ਉਹ ਜਿਹੜੇ ਸਾਰੀਆਂ ਚੀਜ਼ਾਂ ਸਾਨੂੰ ਇਸ ਵੇਲੇ ਸਾਡੇ ਥਾਟ, ਸਾਡਾ ਮਨ, ਸਾਡੀਆਂ ਸਟੋਰੀਜ਼ ਸਾਨੂੰ ਸਿਰਫ ਹਨੇਰਾ ਦਿਖਾ ਰਹੀਆਂ ਨੇ। ਹਨੇਰੇ ਦੇ ਵਿੱਚੋਂ ਲਾਈਟ ਲੱਭਣੀ ਜਿਹੜੀ ਹੈ, ਇਹ ਇੱਕ ਉਹ ਜਿਹੜਾ ਯੋਧਾ ਹੀ ਕਰ ਸਕਦਾ, ਠੀਕ ਹੈ, ਜਿਹੜਾ ਇੱਕ ਪੂਰਾ ਵਿਸ਼ਵਾਸ ਰੱਖਣ ਵਾਲਾ ਕਿ ਹਾਂ ਮੈਂ ਇਹਦੇ ਵਿੱਚੋਂ ਵੀ ਇੱਕ ਲਾਈਟ ਲੱਭਣੀ ਹੈ। ਉਹਦੇ ਨਾਲ ਕੀ ਹੋਏਗਾ, ਸਭ ਤੋਂ ਪਹਿਲਾਂ ਜਿਹੜੇ ਥਾਟਸ ਤੁਹਾਨੂੰ ਕਹਿ ਰਹੇ ਨੇ ਵੀ ਮੇਰੀ ਲਾਈਫ 'ਚ ਹਨੇਰਾ ਹੀ ਹਨੇਰਾ, ਪਹਿਲਾਂ ਉਹ ਥਾਟਸ ਨੂੰ ਐਂਟਰਟੇਨ ਕਰਨਾ ਬੰਦ ਕਰ ਦਿਓ। ਕੌਣ ਕਹਿ ਰਿਹਾ ਹਨੇਰਾ? ਹੁਣ ਮੈਂ ਓਬਵੀਅਸਲੀ ਇਸ ਸਿਚੁਏਸ਼ਨ ਬਾਰੇ ਪਤਾ ਨਹੀਂ, ਜਿਨ੍ਹਾਂ ਨੇ ਸਵਾਲ ਪੁੱਛਿਆ, ਕਿ ਹੋ ਸਕਦਾ ਬੜੀ ਤਕਲੀਫ ਦੇ ਵਿੱਚ ਹੋਣ ਜਾਂ ਕੋਈ ਇੱਦਾਂ ਦੀ ਸਿਚੁਏਸ਼ਨ ਉਹਨਾਂ ਦੀ ਲਾਈਫ 'ਚ ਹੋਏ, ਪਰ ਹਾਂ ਉਹ ਕਿੰਨੇ ਕਿਹਾ ਵੀ ਉਹ ਸਿਚੁਏਸ਼ਨ ਜਾਂ ਉਹ ਚੀਜ਼ ਹਨੇਰਾ ਹੈ, ਕਿ ਉਸ ਤੋਂ ਬਾਹਰ ਜਾ ਕੇ ਲਾਈਫ ਨਹੀਂ ਹੋ ਸਕਦੀ? ਕਿੰਨੇ ਡਿਕਟੇਟ ਕੀਤਾ ਵੀ ਲਾਈਫ ਖਤਮ ਹੈ? ਸਿਰਫ ਮੈਂ ਹੀ ਡਿਕਟੇਟ ਕੀਤਾ। ਕੀ ਹੋ ਸਕਦਾ, ਮੰਨ ਲਓ ਕਿਸੇ ਕੋਲ ਪੈਸੇ ਨਹੀਂ ਹੈਗੇ, ਮੰਨ ਲਓ ਕਿਸੇ ਰਿਸ਼ਤੇ ਨਾਤੇ ਨਹੀਂ ਹੈਗੇ, ਜਾਂ ਕੋਈ ਇੱਦਾਂ ਦੀ ਲਾਈਫ, ਕਿ ਉਸ ਤੋਂ ਬਾਹਰ ਲਾਈਫ ਨਹੀਂ ਹੈਗੀ? ਹੈ, ਪਰ ਉਹ ਸਾਈਕਲ ਤੋਂ ਬਾਹਰ ਆਉਣਾ ਪਏਗਾ, ਜਿਹੜਾ ਕਿ ਕਾਫੀ ਮੁਸ਼ਕਲ ਹੈ। ਪਰ ਜੇ ਅਸੀਂ ਇੱਕ ਇਵੇਂ ਵੀ ਹੋ ਸਕਦਾ, ਜੇ ਤੁਸੀਂ ਆਪਣੇ ਮਨ ਨੂੰ ਹੁਣੇ ਸਮਝਾ ਲਓ, ਇਟ ਕੁਡ ਬੀ ਯੋਰ ਲਾਈਫ ਚੇਂਜਿੰਗ ਰਾਈਟ ਨਾਓ, ਤੁਸੀਂ ਹੁਣੇ ਆਪਣੇ ਆਪ ਨੂੰ ਕਹਿ ਦਿਓ ਕਿ ਮੈਂ ਉਹ ਸਾਈਕਲ 'ਚੋਂ ਬਾਹਰ ਆ ਜਾਣਾ, ਮੈਂ ਉਹ ਥਾਟਸ ਨੂੰ ਐਂਟਰਟੇਨ ਹੀ ਨਹੀਂ ਕਰਨਾ ਜਿਹੜੇ ਮੈਨੂੰ ਕਹਿ ਰਹੇ ਆ ਵੀ ਤੇਰੀ ਲਾਈਫ ਖਤਮ ਹੋ ਗਈ, ਤੇਰੀ ਲਾਈਫ 'ਚ ਹਨੇਰਾ। ਮੈਂ ਜਿਹੜੀ ਮੈਨੂੰ ਗੁਰੂ ਸਾਹਿਬ ਨੇ, ਮੈਨੂੰ ਅਕਾਲ ਪੁਰਖ ਨੇ ਇਹ ਦੇਹੀ ਦਿੱਤੀ ਹੈ, ਸਵਾਸ ਦਿੱਤੇ, ਇਹ ਬਿਰਤੀ ਦਿੱਤੀ ਹੈ, ਐਂਡ ਦ ਫੈਕਟ ਦੈਟ ਯੂ ਆਰ ਸਿਟਿੰਗ ਇਨ ਸੰਗਤ ਰਾਈਟ ਨਾਓ, ਇਜ਼ ਦੈਟ ਅ ਬਲੈਸਿੰਗ? ਇਹ ਹਨੇਰਾ? ਬਿਲਕੁਲ ਵੀ ਨਹੀਂ। ਆਪਣੀ ਲਾਈਫ 'ਚ ਛੋਟੀ ਛੋਟੀ ਬਲੈਸਿੰਗ ਦੇਖਣੀਆਂ ਸ਼ੁਰੂ ਕਰ ਦਿਓ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗੀ, ਐਵਰੀ ਡੇ ਮੇ ਬੀ ਸੌਣ ਤੋਂ ਪਹਿਲਾਂ ਤੁਸੀਂ 10 ਚੀਜ਼ਾਂ ਆਪਣੀ ਇੱਕ ਕਾਪੀ ਲਾ ਲਓ, ਉੱਤੇ ਲਿਖੋ ਦੈਟ ਯੂ ਆਰ ਗ੍ਰੇਟਫੁਲ ਫॉर। 10 ਚੀਜ਼ਾਂ ਜਿਹੜੀਆਂ ਤੁਹਾਡੇ ਲਈ, ਤੁਸੀਂ ਉਹਨਾਂ ਲਈ ਗ੍ਰੇਟਫੁਲ ਹੋ, ਤੁਸੀਂ ਸ਼ੁਕਰਗੁਜ਼ਾਰ ਹੋ ਕਿ ਮੇਰੀ ਲਾਈਫ 'ਚ ਹੈ ਨੇ। ਉਹ ਜ਼ਰੂਰੀ ਨਹੀਂ ਕਿ ਤੁਸੀਂ ਲੱਭਣਾ ਕਿ ਮੇਰੇ ਕੋਲ ਵੱਡੀ ਕੋਠੀ ਹੈ ਜਾਂ ਕਾਰ ਹੈ। ਤੁਸੀਂ ਇਹ ਲੱਭੋ, ਮੇਰੇ ਕੋਲ ਸਵਾਸ ਹੈ, ਮੈਨੂੰ ਪ੍ਰਸ਼ਾਦਾ ਮਿਲਿਆ, ਅੱਜ ਮੈਨੂੰ ਪਾਣੀ ਮਿਲਿਆ, ਮੈਨੂੰ ਕਿਸੇ ਨੇ ਸਮਾਈਲ ਦਿੱਤੀ, ਜਾਂ ਕਿਸੇ ਨੇ ਨਹੀਂ ਦਿੱਤੀ, ਮੈਂ ਕਿਸੇ ਨੂੰ ਸਮਾਈਲ ਦਿੱਤੀ, ਉਹ ਵੀ ਯੂ ਸ਼ੁਡ ਬੀ ਗ੍ਰੇਟਫੁਲ ਫॉर दैट। ਤੁਹਾਨੂੰ ਇਹ ਸਰੀਰ ਮਿਲਿਆ, ਹੋ ਸਾਰਾ ਸਰੀਰ 'ਚ ਕੋਈ ਪ੍ਰੋਬਲਮ ਹੋਏ, ਮੈਨੂੰ ਹੁਣ ਪਤਾ ਨਹੀਂ ਕੀ ਸਿਚੁਏਸ਼ਨ ਹੈ, ਕੋਈ ਦੁੱਖ ਹੋਏ, ਕੋਈ ਸਰੀਰਕ ਪ੍ਰੋਬਲਮ ਹੋਏ, ਹੈ ਨਾ, ਉਹਦੇ 'ਚ ਵੀ ਅਸੀਂ ਦੇਖਣਾ ਕਿ ਸਰੀਰਕ ਪ੍ਰੋਬਲਮ ਦੇ ਹੁੰਦੇ ਹੋਏ ਵੀ ਤੁਸੀਂ ਕਿਵੇਂ ਆਪਣੇ ਆਪ ਨੂੰ ਉਸ ਚੀਜ਼ 'ਚੋਂ ਕੱਢ ਕੇ ਤੁਸੀਂ ਮਹਾਬਲੀ ਕਿਵੇਂ ਹੋ ਕੇ ਉਹਦੇ ਨਾਲ ਜੂਝ ਕੇ ਫਿਰ ਵੀ ਆਪਣਾ ਜੀਵਨ ਜੀਣਾ। ਇੱਕ ਗੱਲ ਹੋਰ ਹੈਲਪ ਕਰਦੀ ਹੈ ਆਪਾਂ ਨੂੰ, ਆਪਣੇ ਆਪਾਂ ਜਦੋਂ ਆਪਣੇ ਆਪ ਤੋਂ ਉਹਨਾਂ ਨੂੰ ਦੇਖਦੇ ਆ ਨਾ ਜ਼ਿਆਦਾ ਹੈਗਾ, ਸਮ ਪੀਪਲ ਗੈਟ ਇੰਸਪੀਰੇਸ਼ਨ, ਸਮ ਪੀਪਲ ਗੈਟ ਜੈਲਸੀ, ਐਂਡ ਬਿਕੋਜ਼ ਆਫ ਦੈਟ ਜੈਲਸੀ ਉਹ ਆਪਣੇ ਆਪ ਨੂੰ ਹੋਰ ਖਤਮ ਕਰ ਲੈਂਦੇ ਆ, ਉਹਦੇ ਕੋਲ ਇੰਨਾ ਮੇਰੇ ਕੋਲ ਨਹੀਂ ਹੈਗਾ। ਜਦੋਂ ਅਸੀਂ ਆਪਣੇ ਆਪ ਨੂੰ ਉਹਨਾਂ ਦਾ ਦੇਖੀਏ ਜਿਨ੍ਹਾਂ ਕੋਲ ਸਾਡੇ ਤੋਂ ਵੀ ਥੋੜ੍ਹਾ ਹੈ, ਤਾਂ ਫਿਰ ਸਾਡੇ ਅੰਦਰ ਸ਼ੁਕਰਾਨਾ ਆਉਣਾ ਚਾਹੀਦਾ ਹੈ। ਕਈ ਵਾਰ ਹੰਕਾਰ ਵੀ ਆ ਜਾਂਦਾ ਹੈ, ਕਿਉਂਕਿ ਹਰ ਚੀਜ਼ ਦੇ ਦੋ ਪਹਿਲੂ ਨੇ ਨਾ। ਸ਼ੁਕਰਾਨਾ ਜੇ ਆਏਗਾ ਤਾਂ ਅਸੀਂ ਸ਼ੁਕਰਾਨੇ 'ਚ ਰਹਿਣਾ ਸ਼ੁਰੂ ਕਰ ਦੇਵਾਂਗੇ ਕਿ ਸ਼ੁਕਰ ਹੈ ਇਹ ਹੈ ਮੇਰੇ ਕੋਲ, ਜਾਂ ਐਵੇਂ ਵੀ ਹੈ ਮੇਰੀ ਲਾਈਫ 'ਚ। ਉਹਦੇ ਨਾਲ ਤੁਹਾਨੂੰ ਜਿਹੜਾ ਹਨੇਰਾ ਦਿਖ ਰਿਹਾ ਨਾ ਇਸ ਵੇਲੇ, ਉਹ ਕੱਲ੍ਹ ਨੂੰ ਚਾਨਣ ਦਿਖਣਾ ਸ਼ੁਰੂ ਹੋ ਜਾਏਗਾ। ਕੁਛ ਇੱਦਾਂ ਦੀਆਂ ਬੁੱਕਸ ਪੜ੍ਹੋ, ਭਾਈ ਵੀਰ ਸਿੰਘ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਕੁਛ ਵੀ ਜਿਹਦੇ ਨਾਲ ਤੁਹਾਨੂੰ ਇੰਸਪੀਰੇਸ਼ਨ ਮਿਲੇ। ਪਰ ਦਿਸ ਇਜ਼ ਦ ਮੋਮੈਂਟ, ਦਿਸ ਇਜ਼ ਦ ਟਾਈਮ। ਹੁਣ ਆਹ ਸੁਣ ਕੇ ਗੱਲ, ਤੁਸੀਂ ਇਸ ਤੋਂ ਬਾਅਦ ਹਨੇਰੇ 'ਚ ਨਹੀਂ ਜਾਣਾ, ਤੁਸੀਂ ਤੋੜ ਦਿਓ ਹਨੇਰਾ। ਤੁਹਾਡੇ ਕੋਲ ਤਾਕਤ ਹੈਗੀ ਹੈ, ਗੁਰੂ ਦੀ ਦਿੱਤੀ ਹੋਈ ਤਾਕਤ ਹੈਗੀ ਹੈ ਕਿ ਮੈਂ ਆਪਣੇ ਆਪ ਨੂੰ ਉਸ ਹਨੇਰੇ ਵਿੱਚ ਨਹੀਂ ਰਹਿਣ ਦੇਣਾ, ਜੋ ਮਰਜ਼ੀ ਹੋ ਜਾਵੇ। ਦਿਸ ਇਜ਼ ਮਾਈ ਲਾਈਫ ਚੇਂਜਿੰਗ ਮੋਮੈਂਟ, ਦਿਸ ਇਜ਼ ਹੇਅਰ, ਦਿਸ ਇਜ਼ ਨਾਓ, ਦਿਸ ਇਜ਼ ਰਾਈਟ ਹੇਅਰ, ਐਂਡ ਆਈ ਹੈਵ ਅ ਪਾਵਰ ਟੂ ਫਿਨਿਸ਼ ਦੈਟ ਹਨੇਰਾ। ਮੇਰੇ ਕੋਲ ਪੂਰੀ ਪਾਵਰ ਹੈਗੀ ਹੈ ਗੁਰੂ ਦੀ ਦਿੱਤੀ ਹੋਈ ਕਿ ਮੈਂ ਆਪਣੇ ਆਪ ਨੂੰ ਉਸ ਹਨੇਰੇ 'ਚ ਜਾਣਾ। ਜੀਵਨ ਦਾ ਕੀ ਪਤਾ, ਹਨੇਰੇ 'ਚ ਜਿੰਦੇ ਰਹੇ ਤਾਂ ਕਦੋਂ ਚਾਨਣ ਹੋਏਗਾ।
ਇਹ ਮੇਰੀ ਭੈਣ ਜਾਂ ਮੇਰਾ ਭਰਾ ਜਿੰਨੇ ਵੀ ਇਹ ਸਵਾਲ ਪੁੱਛਿਆ, ਤੁਸੀਂ ਇਹ ਸਵਾਲ ਪੁੱਛ ਕੇ ਆਈ ਐਮ ਫੀਲਿੰਗ ਯੂਰ ਪੇਨ, ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਸਾਰੀਆਂ ਸੰਗਤ ਦੀਆਂ ਸੀਸਾਂ ਤੁਹਾਡੇ ਨਾਲ ਨੇ। ਤਾਂ ਗੁਰੂ ਮਹਾਰਾਜ ਤੁਹਾਨੂੰ, ਤੁਸੀਂ ਇਹ ਫੀਲ ਕਰੋ ਕਿ ਗੁਰੂ ਮਹਾਰਾਜ ਤੁਹਾਨੂੰ ਹੱਥ ਦੇ ਕੇ ਉਸ ਹਨੇਰੇ 'ਚੋਂ ਕੱਢ ਰਹੇ ਨੇ। ਓਨਲੀ ਯੂ ਕੈਨ ਫੀਲ ਇਟ, ਐਂਡ ਐਜ਼ ਸੂਨ ਐਜ਼ ਯੂ ਫੀਲ ਇਟ ਯੂ ਆਰ ਆਊਟ ਆਫ ਇਟ, ਯੂ ਆਰ ਆਊਟ ਆਫ ਇਟ। ਉਸ ਮੋਮੈਂਟ ਨੂੰ ਫੀਲ ਕਰੋ, ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੋ। ਠੀਕ ਹੈ, ਗੁਰੂ ਮਹਾਰਾਜ ਬਖਸ਼ਿਸ਼ ਕਰਨ। ਹਾਂਜੀ, ਇੱਕ ਹੋਰ ਸਵਾਲ ਹੈ ਵੀ ਸਟੱਡੀ ਦੇ ਨਾਲ ਨਾਲ ਨਾਮ ਕਿਵੇਂ ਜਪਣਾ। ਆਈ ਥਿੰਕ ਆਪਾਂ ਪਹਿਲਾਂ ਕਵਰ ਕਰ ਚੁੱਕੇ ਹਾਂ ਕਿ ਸਟੱਡੀ ਆਪਾਂ ਨੂੰ ਰੋਕਦੀ ਨਹੀਂ ਹੈਗੀ। ਕੁਛ ਵੀ ਆਪਾਂ ਜਿਹੜਾ ਫਾਲਤੂ ਦਾ ਸਮਾਂ ਅਸੀਂ ਵੇਸਟ ਕਰ ਰਹੇ ਹਾਂ, ਅਸੀਂ ਉਹਨੂੰ ਵੇਸਟ ਕਰਨਾ ਬੰਦ ਕਰ ਦਈਏ, ਆਪਣੀ ਪੜ੍ਹਾਈ 'ਤੇ ਪੂਰਾ ਜ਼ੋਰ ਦਈਏ। ਸਵੇਰੇ ਸ਼ਾਮ ਦੀ ਤੁਹਾਡੀ ਰੂਟੀਨ ਹੋਏ ਆਪਣੀ ਇੱਕ ਨਿਤਨੇਮ ਦੀ, ਔਰ ਸਾਰਾ ਦਿਨ ਜੋ ਵੀ ਤੁਸੀਂ ਪੜ੍ਹ ਰਹੇ ਹੋ, ਜੇ ਤੁਹਾਡੀ ਸੰਗਤ ਚੰਗੀ ਹੈ, ਤੁਹਾਡੀ ਪੜ੍ਹਾਈ ਵੀ ਤੁਹਾਡਾ ਨਾਮ ਜਪਣਾ ਹੋ ਸਕਦੀ ਹੈ। ਤੁਸੀਂ ਜਦੋਂ ਪੜ੍ਹਾਈ ਕਰ ਰਹੇ ਹੋ, ਉਹਦੇ ਨਾਲ ਜਦੋਂ ਵੀ ਤੁਹਾਨੂੰ ਸਮਾਂ ਮਿਲਿਆ, ਤੁਸੀਂ ਮੂਲ ਮੰਤਰ ਕਰੋ, ਤੁਰਦੇ ਫਿਰਦੇ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਕਰੋ, ਕੋਈ ਸ਼ਬਦ ਲੈ ਲਓ, ਕੋਈ ਬਾਣੀ ਲੈ ਲਓ। ਗੱਲਾਂ ਬਾਤਾਂ ਤੋਂ ਥੋੜ੍ਹਾ ਸੰਕੋਚ ਕਰ ਲਓ। ਜਿਹੜੀਆਂ ਗੱਲਾਂ ਕਰਨੀਆਂ ਉਹ ਤਾਂ ਕਰਨੀਆਂ ਨੇ, ਪਰ ਜਿਨ੍ਹਾਂ ਦੀ ਲੋੜ ਨਹੀਂ ਹੈਗੀ ਉਹਨਾਂ ਤੋਂ ਸੰਕੋਚ ਕਰ ਸਕਦੇ ਹਾਂ ਆਪਾਂ। ਪੜ੍ਹਾਈ ਕਦੀ ਵੀ ਸਾਡੇ ਰਸਤੇ 'ਚ ਨਹੀਂ ਆਉਂਦੀ। ਪੜ੍ਹਾਈ ਸਗੋਂ ਜਿਹੜਾ ਨਾਮ ਜਪਣਾ ਹੈਗਾ, ਇਹ ਪੜ੍ਹਾਈ ਨੂੰ ਪ੍ਰਫੁੱਲਤ ਹੀ ਕਰਦਾ। ਕਦੀ ਵੀ ਆਪਾਂ ਨਾਮ ਜਪਣ ਸਕਦੇ ਕਿ ਮੈਂ ਨਾਮ ਜਪਣ 'ਚ ਟਾਈਮ ਖਰਾਬ ਕਰ ਲਿਆ ਤਾਂ ਮੇਰਾ ਪੜ੍ਹਾਈ ਪਿੱਛੇ ਪੈ ਗਈ, ਇਹ ਕਦੀ ਵੀ ਨਹੀਂ ਹੋਏਗਾ। ਇਹ ਹਮੇਸ਼ਾ ਤੁਹਾਡਾ, ਕਿਉਂਕਿ ਤੁਹਾਡਾ ਜਿਹੜੇ ਧਿਆਨ ਲਾਉਂਦੇ ਨੇ ਨਾਮ ਦੇ ਵਿੱਚ, ਉਹਨਾਂ ਦੀ ਫੋਕਸਿੰਗ ਐਬਿਲਿਟੀ ਇੰਨੀ ਵੱਧ ਜਾਂਦੀ ਹੈ ਕਿ ਜਿਹੜੀ ਪੜ੍ਹਾਈ ਉਹਨਾਂ ਨੇ 4 ਘੰਟੇ 'ਚ ਕਰਨੀ ਸੀ, ਉਹ 2 ਘੰਟੇ 'ਚ ਕਰ ਲੈਣਗੇ ਨਾ। ਇਹ ਸਾਨੂੰ ਗੁਰੂ ਮਹਾਰਾਜ ਨੇ ਬੜੀ ਵੱਡੀ ਸਾਇੰਸ ਹੈਗੀ ਹੈ ਨਾਮ ਜਪਣ ਦੇ ਪਿੱਛੇ। ਉਹਦੇ 'ਚ ਪੂਰਾ ਵਿਸ਼ਵਾਸ ਰੱਖੀਏ, ਕਦੇ ਵੀ ਕੰਪਰੋਮਾਈਜ਼ ਨਾ ਕਰੀਏ ਆਪਣੇ ਜੀਵਨ ਨੂੰ, ਆਪਣੀ ਪੜ੍ਹਾਈ, ਜੋਬ ਜਾਂ ਕਿਸੇ ਹੋਰ ਲਈ ਵੀ। ਹਾਂਜੀ, ਮੇਰਾ ਖਿਆਲ ਇਹ ਸਾਨੂੰ ਆਪਣੀ ਗਲਤੀਆਂ ਲਈ ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਹੈ। ਅੱਛਾ, ਇੱਕ ਹੋਰ ਸਵਾਲ ਹੈ ਵੀ ਸਾਨੂੰ ਆਪਣੀ ਗਲਤੀਆਂ ਲਈ ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਹੈ। ਹਾਂਜੀ, ਜੇ ਕੋਈ ਇਵੇਂ ਦੀ ਗਲਤੀ ਹੈ ਜਿਹੜੀ ਕਿ ਤੁਹਾਨੂੰ ਜਿਹੜੀ ਕਿ 5 ਪਿਆਰਿਆਂ ਨੇ ਹੁਕਮ ਕੀਤਾ ਸੀ ਭਈ ਪੇਸ਼ ਹੋਣ ਦੀ ਲੋੜ ਹੈ, ਇਹ ਤੁਹਾਨੂੰ ਪਤਾ ਹੁਣ ਕਿਹੜੀ ਗਲਤੀ ਹੈਗੀ ਹੈ, ਤਾਂ ਫਿਰ ਡੈਫੀਨੇਟਲੀ 5 ਪਿਆਰਿਆਂ ਕੋਲ ਜਾ ਕੇ ਆਪਣਾ ਕਨਫੈਸ ਕਰਕੇ ਜਿਵੇਂ ਜਿਵੇਂ ਉਹ ਆਗਿਆ ਕਰਨਗੇ ਤਾਂ ਆਪਣੀ ਜਰਨੀ ਦੁਬਾਰਾ ਸ਼ੁਰੂ ਕਰਨੀ ਹੈ। ਪਰ ਜੇ ਅਸੀਂ ਕਹੀਏ ਵੀ ਮੈਂ ਅੱਜ ਗੁੱਸਾ ਕੀਤਾ ਤਾਂ ਹੁਣ ਮੈਂ 5 ਪਿਆਰਿਆਂ ਕੋਲ ਫਿਰ ਚੂਲਾ ਲੈਣ ਚੱਲਾਂ ਜਾਂ ਮੈਂ ਫਿਰ ਪੇਸ਼ ਹੋਣ ਚੱਲਾਂ, ਠੀਕ ਆਪਾਂ ਅੰਮ੍ਰਿਤ ਨੂੰ ਮਜ਼ਾਕ ਨਹੀਂ ਬਣਾਉਣਾ। ਇਹ ਸਾਰੇ ਪ੍ਰੋਸੈਸ ਨੂੰ ਇਹ ਮਹਾਰਾਜ ਜਾਣੀ ਜਾਣਦੇ, ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਆਪਾਂ ਫਿਰ ਆਪਣੀਆਂ ਕਨਫੈਸ ਕਰਕੇ ਮੰਨ ਕੇ ਆਪਣੀ ਜਰਨੀ ਉੱਥੋਂ ਸ਼ੁਰੂ ਕਰ ਸਕਦੇ ਹਾਂ। ਪਰ ਜੇ ਕੋਈ ਬਜਰ ਕੁਰੈਤ ਹੈਗੀ ਹੈ ਤਾਂ ਵੀ ਨੀਡ ਟੂ ਗੋ ਬੈਕ ਟੂ 5 ਪਿਆਰੇ। ਹਾਂਜੀ, ਮੇਰਾ ਖਿਆਲ ਇਹ ਸਾਰੇ ਸਵਾਲ ਕਵਰ ਹੋ ਗਏ ਨੇ। ਤਾਂ ਆਪਾਂ ਇੱਥੇ ਹੋ ਗਏ ਜੀ ਕਵਰ ਸਾਰੇ ਸਵਾਲ। ਅੱਛਾ, ਇੱਕ ਹੋਰ ਹੈਗਾ, ਭੇਜ ਰਹੇ ਨੇ ਮੈਨੂੰ, ਕਹਿੰਦੇ ਆਈ ਯੂਜ਼ਡ ਟੂ ਡੂ ਨਿਤਨੇਮ ਡੇਲੀ, ਪਰ ਜਦੋਂ ਹੁਣ ਮਨ ਵਿੱਚ ਉਹ ਵਿਚਾਰ ਦੁਬਾਰਾ ਆ ਜਾਵੇ ਫਿਰ ਗੁਰਬਾਣੀ ਪੜ੍ਹਨ ਵਿੱਚ ਆਨੰਦ ਨਹੀਂ ਆਉਂਦਾ। ਕਿਹੜਾ, ਮੈਨੂੰ ਸਮਝ ਨਹੀਂ ਲੱਗੀ ਵੀ ਕਿਹੜਾ ਵਿਚਾਰ। ਭੈਣ ਜੀ, ਜੇਕਰ ਕੋਈ ਮਨ ਵਿੱਚ ਦੁਬਿਧਾ ਆ ਜਾਵੇ ਜਿਸ ਕਰਕੇ ਅਸੀਂ ਰੱਬ ਤੋਂ ਟੁੱਟ ਜਾਈਏ, ਉਸ ਦੁਬਿਧਾ ਦਾ ਸੋਲਿਊਸ਼ਨ ਨਹੀਂ ਹੋਇਆ ਅਜੇ ਤੱਕ ਪੰਥ ਵਿੱਚ, ਫਿਰ ਕੀ ਕਰੀਏ। ਉਹ ਆਯੂਸ਼ ਰੁਨੀਤ, ਅੱਛਾ ਠੀਕ ਹੈ। ਦੇਖੋ, ਹਾਂ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਕਿਹੜੇ ਥਾਟ ਨੂੰ ਐਂਟਰਟੇਨ ਕਰਨਾ। ਪੰਥ ਵਿੱਚ ਇੰਨੀਆਂ ਬਲੈਸਿੰਗਸ ਨੇ ਕਿ ਅਸੀਂ ਉਹਨਾਂ ਨੂੰ ਐਂਟਰਟੇਨ ਕਰਨਾ ਕਿ ਕੋਈ ਇੱਕ ਦੁਬਿਧਾ ਵਾਲੀ ਕੋਈ ਜੇ ਕੋਈ ਗੱਲ ਹੈਗੀ ਆ ਉਹਨੂੰ ਐਂਟਰਟੇਨ ਕਰਨਾ। ਨੁਕਸਾਨ ਕਿਹਦਾ ਹੋ ਰਿਹਾ? ਸਿਰਫ ਤੁਹਾਡਾ, ਕਿਸੇ ਹੋਰ ਦਾ ਨਹੀਂ। ਅਸੀਂ ਕੋਈ ਇੱਦਾਂ ਦੀ ਚੀਜ਼ ਜਿਹੜੀ ਆ ਗਈ ਜਿਹਦੇ ਕਰਕੇ ਸਾਡਾ ਨਿਤਨੇਮ ਹੀ ਟੁੱਟ ਜਾਵੇ ਕਿਉਂਕਿ ਦੁਬਿਧਾ ਇਸ ਤਰ੍ਹਾਂ ਦੀ ਆ ਗਈ, ਤਾਂ ਮੇਰੇ ਸਾਹਮਣੇ ਬਹੁਤ ਵੱਡਾ ਨੁਕਸਾਨ ਹੈਗਾ ਸਾਡਾ। ਅਸੀਂ ਕਿਉਂ ਇਸ ਤਰ੍ਹਾਂ ਦੀ ਗੱਲ ਸੁਣੀਏ, ਪੜ੍ਹੀਏ ਜਾਂ ਉਹਦਾਂ ਦੀ ਸੰਗਤ ਜਾਈਏ ਜਿੱਥੇ ਸਾਨੂੰ ਦੁਬਿਧਾ ਹੀ ਮਿਲੇ। ਦੁਬਿਧਾ ਤਾਂ ਇਹੋ ਜਿਹੀ ਚੀਜ਼ ਹੈ, ਡੁਐਲਿਟੀ, ਜਿਹੜੀ ਸਾਨੂੰ ਪਰਮੇਸ਼ਰ ਤੋਂ ਤੋੜ ਕੇ ਰੱਖ ਦਿੰਦੀ ਹੈ। ਦੁਬਿਧਾ ਇੰਨੀ ਖਤਰਨਾਕ ਚੀਜ਼ ਹੈਗੀ ਹੈ। ਤਾਂ ਇਸ ਕਰਕੇ ਅਸੀਂ ਦੁਬਿਧਾ ਦੇ ਵਿੱਚ ਨਹੀਂ ਜਾਣਾ। ਅਸੀਂ ਬਸ ਪੱਕਿਆਈ ਕਰ ਦੇਣੀ ਹੈ ਕਿ ਇਹ ਜੀਵਨ ਸਾਨੂੰ ਕਾਹਦੇ ਲਈ ਮਿਲਿਆ, ਮੈਨੂੰ ਨਿਤਨੇਮ ਤੋਂ ਕੀ ਫਾਇਦਾ ਹੋ ਰਿਹਾ। ਜਿੰਨੀਆਂ ਅਸੀਂ ਇਹ ਜਿਹੜੀਆਂ ਵਿਵਾਦ ਵਾਲੀਆਂ ਗੱਲਾਂ ਸੁਣਾਂਗੇ, ਪੜ੍ਹਾਂਗੇ, ਉਹਦੇ ਵਿੱਚ ਜਾਵਾਂਗੇ, ਨੈਚੁਰਲੀ ਦੁਬਿਧਾ ਕ੍ਰੀਏਟ ਹੋਏਗੀ। ਔਰ ਇਸ ਵੇਲੇ ਵਾਦ ਵਿਵਾਦ ਬਹੁਤ ਚੱਲ ਰਿਹਾ, ਦੋਨੋਂ ਪਾਸੇ ਜ਼ੋਰ ਲੱਗਾ ਹੋਇਆ ਨਾ, ਉਹ ਲੱਗਾ ਰਹਿਣ। ਤੁਸੀਂ ਚੂਜ਼ ਕਰਨਾ ਤੁਸੀਂ ਕਿਹੜੀ ਚੀਜ਼ ਸੁਣਨੀ, ਪੜ੍ਹਨੀ, ਦੇਖਣੀ, ਸਮਝਣੀ ਹੈ ਜਿਹਦੇ ਨਾਲ ਤੁਹਾਨੂੰ ਫਾਇਦਾ ਹੋ ਰਿਹਾ। ਤੁਸੀਂ ਇਹ ਦੇਖੋ, ਇਹਦੇ ਵਿੱਚ ਤੇ ਕੋਈ ਦੁਬਿਧਾ ਨਹੀਂ ਕਿ ਤੁਹਾਡਾ ਫਾਇਦਾ ਕਿਹਦੇ 'ਚ ਤੇ ਕਿਹਦੇ 'ਚ ਨਹੀਂ, ਕਿ ਹੈ ਦੁਬਿਧਾ।
ਬਿਲਕੁਲ ਦੁਬਦਾ ਨਹੀਂ ਹੈ। ਫਿਰ ਜੇ ਤੁਹਾਨੂੰ ਇਸ ਚੀਜ਼ 'ਚ ਦੁਬਦਾ ਹੈ ਕਿ ਵੀ ਮੈਂ ਨਿਤਨੇਮ ਕਰਾਂ ਕਿ ਨਾ ਕਰਾਂ, ਮੇਰਾ ਨੁਕਸਾਨ ਹੈ ਕਿ ਫਾਇਦਾ ਹੈ, ਤਾਂ ਫਿਰ ਬੜੇ ਮੇਰੇ ਦੁੱਖ ਦੀ ਗੱਲ ਹੈਗੀ ਹੈ ਕਿ ਜੇ ਸਾਨੂੰ ਜਪਜੀ ਪੜ੍ਹ ਕੇ ਸਾਨੂੰ ਦੁਬਦਾ ਹੋ ਸਕਦੀ ਹੈ ਕਿ ਮੇਰਾ ਨੁਕਸਾਨ ਹੋ ਰਿਹਾ, ਹੋ ਸਕਦਾ ਸਾਨੂੰ ਫਾਇਦਾ ਦਿਖ ਨਾ ਰਿਹਾ ਹੋਏ। ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਸਾਖੀ ਆਉਂਦੀ ਹੈ ਨਾ, ਉਹ ਕਹਿੰਦੇ ਵੀ ਬਾਣੀ ਪੜ੍ਹਨ ਦਾ ਕੀ ਫਾਇਦਾ, ਸਾਡਾ ਮਨ ਨਹੀਂ ਲੱਗਦਾ, ਸਾਨੂੰ ਅਰਥ ਨਹੀਂ ਹੈਗੇ। ਤਾਂ ਮਹਾਰਾਜ ਨੇ ਕਿਹਾ ਸੀ ਅੱਛਾ 4-5 ਦਿਨਾਂ ਬਾਅਦ ਆਇਓ, ਤੁਹਾਨੂੰ ਜਵਾਬ ਦੇਵਾਂਗੇ। ਤਾਂ ਮਹਾਰਾਜ ਗੁਰਸਿੱਖਾਂ ਦੇ ਨਾਲ ਜਦੋਂ ਟਹਿਲਣ ਜਾਂਦੇ ਨੇ, ਟਹਿਲਣ ਮਤਲਬ ਸ਼ਾਮ ਨੂੰ ਸੈਰ ਕਰਨ ਜਾਂਦੇ ਨੇ, ਤਾਂ ਉਹ ਦੇਖਦੇ ਨੇ ਇੱਕ ਦੂਰ ਇੱਕ ਉਹ ਪਈ ਹੈ ਜਿੱਦਾਂ ਘੜਾ ਹੁੰਦਾ ਨਾ, ਘੜਾ ਟੁੱਟਾ ਪਿਆ। ਤਾਂ ਮਹਾਰਾਜ ਕਹਿੰਦੇ ਉਹ ਕੀ ਚੀਜ਼ ਲਿਸ਼ਕ ਰਹੀ ਹੈ। ਤਾਂ ਗੁਰਸਿੱਖਾਂ ਨੂੰ ਭੇਜਦੇ ਨੇ, ਨਾਲ ਆਪ ਵੀ ਜਾਂਦੇ ਨੇ, ਤੇ ਜਾ ਕੇ ਦੇਖਦੇ ਨੇ ਕਿ ਉਹ ਜਿਹੜੀ ਘੜਾ ਟੁੱਟ ਕੇ ਉਹਦਾ ਇੱਕ ਪੀਸ, 2-3 ਪੀਸ ਨੇ, ਉਹ ਬਹੁਤ ਸ਼ਾਈਨ ਕਰ ਰਹੇ ਨੇ, ਬਹੁਤ ਸ਼ਾਈਨ ਕਰ ਰਹੇ ਨੇ। ਤਾਂ ਇੱਕ ਸਿੱਖ ਵਿੱਚੋਂ ਕਹਿੰਦਾ ਮਹਾਰਾਜ ਲੁਕਸ ਲਾਈਕ ਕਿ ਇਹ ਕੋਈ ਘਿਓ ਵਾਲਾ ਘੜਾ ਏ ਜਿਹੜਾ ਇੱਥੇ ਟੁੱਟ ਗਿਆ ਏ, ਤਾਂ ਉਹਦੇ 'ਤੇ ਹੁਣ ਮੀਂਹ ਪੈ ਕੇ ਹਟਿਆ ਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਤੇ ਬੜੀ ਸੋਹਣੀ ਸ਼ਾਈਨ, ਉਹ 'ਚੋਂ ਸਿਲਵਰ ਸ਼ਾਈਨ ਨਿਕਲ ਰਹੀ ਆ। ਤਾਂ ਮਹਾਰਾਜ ਕਹਿੰਦੇ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ। ਉਹ ਕਹਿੰਦੇ ਕਿਵੇਂ? ਉਹ ਕਹਿੰਦੇ ਇਹ ਜਿਹੜੀ ਤੁਸੀਂ ਕਹਿੰਦੇ ਹੋ ਨਾ ਬਾਣੀ ਪੜ੍ਹ ਰਹੇ ਹਾਂ, ਸਾਨੂੰ ਮੀਨਿੰਗ ਨਹੀਂ ਪਤਾ, ਸਾਨੂੰ ਸਮਝ ਨਹੀਂ ਹੈਗੀ, ਤਾਂ ਕੀ ਬਾਣੀ ਪੜ੍ਹਨ ਦਾ ਕੋਈ ਫਾਇਦਾ ਹੈਗਾ? ਤੇ ਕਹਿੰਦੇ ਇਹ ਤੁਹਾਨੂੰ ਜਵਾਬ ਮਿਲ ਗਿਆ ਕਿ ਜਿਹੜੀ ਤੁਸੀਂ ਉਹ ਕੋਈ ਬੀਬੀ ਰੋਜ਼ ਘਿਓ ਪਾਉਂਦੀ ਸੀ ਉਹਦੇ ਵਿੱਚ, ਉਹ ਘੜੇ ਦੇ ਵਿੱਚ, ਤਾਂ ਉਹ ਘਿਓ ਦੀ ਲਿਸ਼ਕ, ਘਿਓ ਦਾ ਰਸ, ਘਿਓ ਦਾ ਜਿਹੜੀ ਥਿੰਦਿਆਈ ਕਹਿੰਦੇ ਨੇ, ਉਹ ਘੜੇ 'ਚ ਹੀ ਰਹਿ ਗਈ। ਇਵੇਂ ਜਿਹੜੀ ਬਾਣੀ ਪੜ੍ਹੀ ਸੁਣੀ ਕਿਤੇ ਵੀ ਵੇਸਟ ਨਹੀਂ ਹੋ ਰਹੀ, ਕਿਤੇ ਵੀ ਜਾ ਨਹੀਂ ਰਹੀ। ਜਦੋਂ ਉਹ ਕਹਿੰਦੇ ਰਹਿਮਤ ਦੀ ਜਦੋਂ ਧੁੱਪ ਪਊਗੀ ਨਾ, ਪਰਮੇਸ਼ਰ ਦੀ ਰਹਿਮਤ ਦੀ ਧੁੱਪ ਪਊਗੀ, ਤਾਂ ਉਦੋਂ ਇਹ ਲਿਸ਼ਕ ਕੇ ਬਾਹਰ ਆਊਗਾ। ਹੁਣ ਇਹਨੂੰ ਸੋਚ ਕੇ ਦੇਖੋ ਸਾਡੀ ਲਾਈਫ 'ਚ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਨੇ ਡੇ ਬਾਏ ਡੇ, ਭਾਵੇਂ ਬਾਹਰ ਭਾਵੇਂ ਘਰ 'ਚ, ਸਿਰਫ ਗ੍ਰਸਤ ਜੀਵਨ 'ਚ ਕਿੰਨੀਆਂ ਮੁਸ਼ਕਿਲਾਂ ਆ ਜਾਂਦੀਆਂ, ਪੜ੍ਹਾਈ 'ਚ, ਤੁਹਾਡੇ ਕੰਮਾਂ ਕਾਰਾਂ 'ਚ। ਉਹ ਚੈਲੰਜਸ 'ਚ ਤੁਹਾਨੂੰ ਕੌਣ ਕੱਢ ਰਿਹਾ ਬਾਰ-ਬਾਰ? ਫਿਰ ਵੀ ਤੁਸੀਂ ਨਵੇਂ ਨਰੋਏ ਖੜੇ ਪਏ ਹੋ ਨਾ, ਜੀਵਨ ਜੀ ਰਹੇ ਹੋ। ਕਿੰਨੀਆਂ ਅਸੀਂ ਗਲਤੀਆਂ ਕਰਦੇ ਹਾਂ, ਮਨ ਕਰਕੇ, ਤਨ ਕਰਕੇ, ਸੁਭਾਅ ਕਰਕੇ, ਪਲ ਪਲ ਅਸੀਂ ਗਲਤੀਆਂ ਕਰ ਰਹੇ ਹਾਂ। ਫਿਰ ਵੀ ਸਾਨੂੰ ਅਕਾਲ ਪੁਰਖ ਪਰਮੇਸ਼ਰ ਜੀ ਪਿਆਰ ਕਰ ਰਹੇ ਨੇ, ਫਿਰ ਵੀ ਸਾਨੂੰ ਕੱਢ ਕੇ ਬਚਾ ਕੇ ਸਾਨੂੰ ਤੋਰੀ ਜਾ ਰਹੇ ਨੇ ਇਸ ਜ਼ਿੰਦਗੀ 'ਤੇ। ਫਿਰ ਵੀ ਸਾਨੂੰ ਆਪਣੇ ਲੜ ਨਾਲ ਲਾਇਆ, ਫਿਰ ਵੀ ਸਾਨੂੰ ਸੰਗਤ ਬਖਸ਼ ਰਹੇ ਨੇ, ਫਿਰ ਵੀ ਸਾਨੂੰ ਇਹ ਸਾਰੀ ਸੋਝੀ ਬਖਸ਼ ਰਹੇ ਨੇ। ਕਿਉਂ? ਕਿਉਂਕਿ ਬਾਣੀ ਦਾ ਰੰਗ ਜਿਹੜਾ, ਬਾਣੀ ਦਾ ਰਸ, ਬਾਣੀ ਦੀ ਥਿੰਦਿਆਈ ਹੈ ਜਿਹੜੀ, ਉਹ ਅੰਦਰ ਪ੍ਰਫੁੱਲਤ ਹੋ ਰਹੀ ਹੈ। ਉਹ ਸਾਰਾ ਤਾਂ ਸਾਨੂੰ ਦੇਖ ਨਾ ਰਹੀ ਹੋਏ, ਮੇਬੀ ਇਟਸ ਨਾਟ ਮੈਨੀਫੈਸਟਿੰਗ, ਜਾਂ ਸਾਨੂੰ ਦੇਖਣੀ ਨਾ ਆਉਂਦੀ ਹੋਏ, ਪਰ ਇਹ ਬਾਣੀ ਹੀ ਹੈ ਜਿਹੜੀ ਸਾਨੂੰ ਤੋਰੀ ਜਾ ਰਹੀ ਹੈ। ਇਸ ਕਰਕੇ ਅਸੀਂ ਇਹਨੂੰ ਕਦੀ ਇੱਦਾਂ ਨਾ ਸੋਚੀਏ ਕਿ ਇਹ ਜਿਹੜੀ ਨਿਤਨੇਮ ਹੈ ਜਾਂ ਬਾਣੀ ਸਾਨੂੰ ਸਮਝ ਨਹੀਂ ਆ ਰਹੀ, ਜਾਂ ਸਾਨੂੰ ਪੜ੍ਹਨੀ ਨਹੀਂ ਆ ਰਹੀ, ਜਾਂ ਗਲਤੀ ਨਾ ਹੋ ਜਾਵੇ ਤਾਂ ਅਸੀਂ ਬਾਣੀ ਪੜ੍ਹਨੀ ਛੱਡ ਦਈਏ। ਇਹ ਜਿਹੜੀਆਂ ਦੁਬਿਧਾਵਾਂ ਨੇ ਨਾ, ਮਹਾਰਾਜ ਅੱਗੇ ਅਰਦਾਸ ਬੇਨਤੀ ਕਰ ਲਓ, ਮਹਾਰਾਜ ਦੀ ਮਰਜ਼ੀ ਉਹਨਾਂ ਨੇ ਦੂਰ ਕਰਨੀ ਹੈ। ਜੇ ਨਹੀਂ ਵੀ ਕਰਦੇ ਤਾਂ ਇੱਕ ਖੇਡ ਹੈ। ਅਸੀਂ ਇੱਥੇ ਸਾਰੀ, ਮਹਾਰਾਜ ਨੇ ਆਪ ਕਹਿ ਦਿੱਤਾ ਹੈ ਨਾ, ਨਾਨਕ ਨੀਚ ਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਮੈਨੂੰ ਪਤਾ ਹੀ ਨਹੀਂ, ਸੰਖ ਦੀ ਗੱਲ ਕੀਤੀ ਨਾ, ਐਂਡ 'ਚ ਆ ਕੇ ਕਹਿ ਦਿੰਦੇ ਨੇ ਹੋਰ ਵੀ ਹੋਣ ਜਿਨ੍ਹਾਂ ਬਾਰੇ ਮੈਨੂੰ ਪਤਾ ਹੀ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕਹਿ ਰਹੇ ਨੇ, ਹੂ ਆਰ ਵੀ, ਬੜੀਆਂ ਗੱਲਾਂ ਨੇ ਜਿਨ੍ਹਾਂ ਦੀ ਸਾਨੂੰ ਸੋਝੀ ਨਹੀਂ, ਸਮਝ ਨਹੀਂ ਹੈਗੀ। ਅਸੀਂ ਉਹਦਾ ਅੰਤ ਪਾਣ ਨਹੀਂ ਆਏ ਇੱਥੇ, ਅਸੀਂ ਉਹਨੂੰ ਮੰਨਣ ਆਏ ਹਾਂ। ਵੀ ਆਰ ਹੇਅਰ ਟੂ ਐਕਸਪੀਰੀਅੰਸ ਇਟ।
ਠੀਕ ਹੈ ਜੀ, ਮੇਰੇ ਖਿਆਲ ਕਾਫੀ ਸਵਾਲ ਹੋ ਗਏ ਹੁਣ, ਤਾਂ ਆਪਾਂ ਹੁਣ ਫਤਿਹ ਬੁਲਾਉਂਦੇ ਹਾਂ। ਜੇ ਕੋਈ ਗੱਲਬਾਤ ਕਰਦੇ, ਕੋਈ ਵਿਚਾਰ ਕਰਦੇ, ਕਿਉਂਕਿ ਅਸੀਂ ਤਾਂ ਉਨੀ ਕੁ ਗੱਲ ਕਰ ਸਕਦੇ ਹਾਂ ਜੋ ਕੁਛ ਅਸੀਂ ਐਕਸਪੀਰੀਅੰਸ ਕੀਤਾ ਜਾਂ ਜਿੰਨੀ ਕੁ ਲਿਮਿਟਿਡ ਸੋਝੀ ਹੈਗੀ ਹੈ, ਪਰ ਇਹਨੂੰ ਅੰਤ ਨਾ ਸਮਝੋ। ਆਪਣੀ ਰਿਸਰਚ ਆਪ ਕਰੋ, ਪਰ ਕੋਸ਼ਿਸ਼ ਕਰੋ ਰਿਸਰਚ ਵੀ ਇੱਦਾਂ ਕੇਅਰਫੁਲੀ ਕਰੋ ਜਿਹੜੀ ਤੁਹਾਨੂੰ ਅਪਲਿਫਟ ਕਰੇ, ਗੁਰੂ ਨਾਲ ਜੋੜੇ, ਚੜ੍ਹਦੀ ਕਲਾ 'ਚ ਲੈ ਕੇ ਜਾਏ, ਨਾ ਕਿ ਹੋਰ ਦੁਬਿਧਾ ਦੇ ਵਿੱਚ ਜਾਂ ਕਨਫਿਊਜ਼ਨ ਕ੍ਰੀਏਟ ਕਰੇ। ਠੀਕ ਹੈ, ਬਾਕੀ ਹਰ ਇੱਕ ਤੁਹਾਡੇ ਸਵਾਲ ਦਾ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਹੈਗਾ। ਉਹ ਬੇਨਤੀ ਕਰਕੇ ਬੈਠੀਏ ਤਾਂ ਸਹੀ, ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖ ਦੇਣਗੇ ਨਾ। ਉਹ ਅਹਿਸਾਸ, ਉਹ ਸਰੈਂਡਰ, ਉਹ ਇੱਕ ਅਰਪਣ ਹੋ ਜਾਈਏ ਪਹਿਲਾਂ ਗੁਰੂ ਮਹਾਰਾਜ ਅੱਗੇ। ਠੀਕ ਹੈ ਜੀ, ਜਿੱਥੇ ਜਿੱਥੇ ਵੀ ਆਪ ਬੈਠੇ ਹੋ, ਬਹੁਤ ਪਿਆਰੀ ਸੰਗਤ ਹੋ ਆਪ। ਮੈਨੂੰ ਤਾਂ ਹੁਣ ਦਰਸ਼ਨ ਨਹੀਂ ਹੋ ਰਹੇ ਤੁਹਾਡੇ, ਪਰ ਆਪ ਜੀ ਦੀ ਨਿੱਘੀ ਯਾਦ, ਨਿੱਘੀ ਪਿਆਰ ਮੇਰੇ ਨਾਲ ਹੈ ਪਿਛਲੇ ਸਾਲ ਦੀ, ਉਵੇਂ ਹੀ ਬਿਲਕੁਲ ਬਰਕਰਾਰ ਹੈ। ਤਾਂ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਆਪ ਜੀ ਦੇ ਪਿਆਰ ਦਾ, ਸਤਿਕਾਰ ਦਾ। ਗੁਰੂ ਮਹਾਰਾਜ ਐਵੇਂ ਹੀ ਸਾਨੂੰ ਸਾਰਿਆਂ ਨੂੰ ਆਪਣੇ ਲੜ ਲਾਏ ਰੱਖਣ। ਬਸ ਚੰਗਾ ਚੰਗਾ ਸੋਚੀਏ, ਆਪਣੇ ਲਾਈਫ ਨੂੰ ਕਹਿੰਦੇ ਖਿੜਿਆ ਹੋਇਆ ਫੁੱਲ ਸਮਝੀਏ, ਇਹਨੂੰ ਵੇਸਟ ਨਾ ਸਮਝੀਏ। ਇੱਥੇ ਹਨੇਰਾ ਨਹੀਂ, ਇੱਥੇ ਚਾਨਣ ਹੀ ਹੈਗਾ। ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਲਾਈਫ 'ਚ ਗੁਰੂ ਦੇ ਦਿੱਤੇ ਚਾਨਣ ਤੋਂ ਆਪਾਂ ਹੋਰ ਚਾਨਣ ਕ੍ਰੀਏਟ ਕਰ ਸਕਦੇ ਹਾਂ। ਠੀਕ ਹੈ ਜੀ, ਭੁੱਲਾਂ ਚੁੱਕਾਂ ਦੀ ਮਾफ़ੀ ਜੀ। ਫਤਿਹ ਬੁਲਾਓ ਸਾਰੇ ਗੱਜ ਵੱਜ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।